ਸਤਨਾਮ ਸ਼੍ਰੀ ਵਾਹਿਗੁਰੂ ਜੀ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਬਖਿਆਨ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਮਾਝ ਮਹੱਲਾ ਪੰਜਵਾ। ਸਫਲ ਸੋ ਬਾਣੀ, ਜਿਤ ਨਾਮ ਵਖਾਣੀ। ਗੁਰ ਪ੍ਰਸਾਦ ਕਿਨੈ ਵਿਰਲੇ ਜਾਣੀ। ਸਫਲ ਸੋ ਬਾਣੀ, ਜਿਤ ਨਾਮ ਵਖਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁੱਖ ਵਾਕ ਧੁਰ ਕੀ ਬਾਣੀ ਅਕਾਲੀ ਬਾਣੀ ਦੀ ਲੜੀਵਾਰ ਜੋ ਕਥਾ ਵਿਚਾਰ ਆਰੰਭ ਹੈ, ਗੁਰੂ ਕਿਰਪਾ ਸਦਕਾ ਹੁਣ ਤੱਕ ਮਾਝ ਰਾਗ ਦੇ 28 ਸ਼ਬਦਾਂ ਦੀ ਵਿਚਾਰ ਹੋ ਚੁੱਕੀ ਹੈ। ਉਸ ਤੋਂ ਅੱਗੇ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਮਾਝ ਰਾਗ ਵਿੱਚ ਪਰਮ ਪਵਿੱਤਰ ਬਚਨ ਫਰਮਾ ਰਹੇ ਹਨ। ਗੁਰੂ ਕਿਰਪਾ ਸਦਕਾ ਵਿਚਾਰੀਏ ਅਤੇ ਸੁਣੀਏ। ਹਜ਼ੂਰ ਕਹਿੰਦੇ ਨੇ, ਸਫਲ ਸੋ ਬਾਣੀ ਜਿਤ ਨਾਮ ਵਖਾਣੀ। ਉਹ ਬਾਣੀ ਸਫਲ ਹੈ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਉਹ ਬਾਣੀ, ਉਹ ਬਚਨ ਫਲ ਦੇਣ ਵਾਲੇ ਹਨ। ਜਿਸ ਬਾਣੀ ਜਿਨ੍ਹਾਂ ਬਚਨਾਂ ਦੁਆਰਾ ਜਿਤ ਨਾਮ ਵਖਾਣੀ। ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਜੀ ਤੁਹਾਡਾ ਨਾਮ ਉਚਾਰਨ ਕਰਨ ਲੱਗ ਪਈ ਹੈ। ਉਹ ਉਚਾਰੀ ਹੋਈ, ਉਚਾਰਨ ਕੀਤੀ ਹੋਈ ਬਾਣੀ ਸਫਲੀ ਹੈ। ਜਿਸ ਬਾਣੀ 'ਚੋਂ ਪ੍ਰੇਰਨਾ ਮਿਲੇ ਵਾਹਿਗੁਰੂ ਜੀ ਤੁਹਾਡਾ ਨਾਮ ਉਚਾਰਨ ਕਰਨ ਦੀ। ਕਿਉਂਕਿ ਸੰਸਾਰ ਵਿੱਚ ਅਨੇਕਾਂ ਬਾਣੀਆਂ ਹਨ। ਵੈਸੇ ਤਾਂ ਬਾਣੀ ਬਚਨਾਂ ਦਾ ਨਾਮ ਹੈ, ਔਰ ਜਿੰਨਾ ਉੱਚਾ ਮਹਾਨ ਕੋਈ ਵਿਅਕਤੀ ਹੋਵੇਗਾ ਓਨੇ ਹੀ ਉਹਦੇ ਬਚਨ ਉੱਚੇ ਹੋਣਗੇ। ਗਿਆਨਵਾਨ ਪੁਰਸ਼ਾਂ ਨੇ ਸਮੇਂ ਸਮੇਂ 'ਤੇ ਬਾਣੀਆਂ ਉਚਾਰਨ ਕੀਤੀਆਂ ਹਨ, ਆਪੋ ਆਪਣੇ ਬਚਨ ਉਚਾਰਨ ਕੀਤੇ ਹਨ। ਜਿਵੇਂ 4 ਵੇਦਾਂ ਨੂੰ ਵੇਦ ਬਾਣੀ ਕਿਹਾ ਜਾਂਦਾ, ਸ਼ਾਸਤਰ ਹਨ, ਪੁਰਾਣ ਹਨ, ਇਸੇ ਤਰ੍ਹਾਂ ਸਿਮਰਤੀਆਂ ਹਨ, ਉਪਨਿਸ਼ਦ ਹਨ, ਹੋਰ ਵੀ ਧਾਰਮਿਕ ਪੁਸਤਕ ਗ੍ਰੰਥ ਸਤਿਕਾਰਯੋਗ ਹਨ। ਪਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਜੋ ਬਾਣੀ ਹੈ, ਇਸ ਬਾਣੀ ਤੋਂ ਸਭ ਬਾਣੀਆਂ ਥੱਲੇ ਹਨ। ਸਤਿਕਾਰ ਸਭ ਦਾ ਹੀ ਕਰੋ, ਪਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ 10 ਸਤਿਗੁਰਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਜੋ ਬਾਣੀ ਹੈ, ਇਸ ਤੋਂ ਜਿੰਨੀ ਪ੍ਰੇਰਨਾ ਵਾਹਿਗੁਰੂ ਜੀ ਦੇ ਨਾਮ ਜਪਣ ਦੀ, ਅਰਾਧਨ ਦੀ ਮਿਲਦੀ ਹੈ, ਉਹ ਹੋਰ ਕਿਸੇ ਬਾਣੀ ਤੋਂ ਨਹੀਂ ਮਿਲਦੀ। ਜਿਵੇਂ 4 ਵੇਦਾਂ ਦੇ ਵਿੱਚ ਜੋ 1 ਲੱਖ ਸੁਰਤੀਆਂ ਹਨ, 80,000 ਸੁਰਤੀਆਂ ਤਾਂ ਕਰਮਕਾਂਡ ਦਾ ਕਥਨ ਹੈ। 16,000 ਸੁਰਤੀਆਂ ਵਿੱਚ ਜੋ ਉਪਾਸ਼ਨਾ ਹੈ, ਨਾਨਾ ਪ੍ਰਕਾਰ ਦੀ ਪੂਜਾ ਦੱਸੀ ਗਈ ਹੈ। ਅਤੇ 4,000 ਸ਼ਲੋਕ ਜੋ ਹਨ, ਸੁਰਤੀਆਂ ਹਨ, ਉਹਨਾਂ ਵਿੱਚ ਇਕੱਲਾ ਗਿਆਨ ਕਥਨ ਹੈ। ਬਹੁਤ ਨਾਮ ਮਾਤਰ ਪਰਮਾਤਮਾ ਦੇ ਨਾਮ ਦੀ ਮਹਿਮਾ ਲਿਖੀ ਹੈ। ਇਤਿਹਾਦਿਕ ਬਾਕੀ ਵੀ ਗ੍ਰੰਥਾਂ 'ਚ ਹੋਰ ਹੀ ਬੜਾ ਕੁਛ ਲਿਖਿਆ ਹੋਇਆ, ਪਰ ਨਾਮ ਦੀ ਪ੍ਰੇਰਨਾ ਨਹੀਂ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਬਾਰ-ਬਾਰ ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਮਹਿਮਾ, ਪਰਮਾਤਮਾ ਦੀ ਮਹਿਮਾ, ਨਾਮ ਜਪਣ ਦੀ ਪ੍ਰੇਰਨਾ, ਔਰ ਸਾਰੇ ਕਰਮਾਂ ਧਰਮਾਂ ਵਿੱਚੋਂ ਸ਼੍ਰੋਮਣੀ ਕਰਮ ਨਾਮ ਨੂੰ ਦੱਸਿਆ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜਪ ਤਪ ਸੰਜਮ ਸਭ ਜੇਤੇ ਸਭ ਉਪਰ ਨਾਮ, ਐਸੇ ਬਚਨ ਕੀਤੇ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਤੋਂ ਹੋਰ ਉੱਚੀ ਬਾਣੀ ਕੋਈ ਨਹੀਂ ਹੈ। ਸਫਲ ਸੋ ਬਾਣੀ, ਉਹ ਉਚਾਰਨ ਕੀਤੀ ਬਾਣੀ ਸਫਲ ਹੈ, ਯਾਨੀ ਫਲ ਦੇਣ ਵਾਲੀ, ਫਲ ਦੇ ਸਹਿਤ ਹੈ। ਉਸ ਬਾਣੀ ਉਚਾਰੀ ਦਾ ਲਾਭ ਹੈ। ਜਿਤ ਨਾਮ ਵਖਾਣੀ, ਜਿਸ ਬਾਣੀ ਦੁਆਰਾ ਪਰਮਾਤਮਾ ਦੇ ਨਾਮ ਦਾ ਉਚਾਰਨ ਕਰਨ ਲੱਗ ਪੈਂਦੇ ਹਨ ਜੀਵ, ਜਾਂ ਅਸੀਂ ਨਾਮ ਉਚਾਰਨ ਕਰਨ ਲੱਗ ਪੈਂਦੇ ਹਾਂ।
ਗੁਰ ਪ੍ਰਸਾਦ ਕਿਨੈ ਵਿਰਲੇ ਜਾਣੀ। ਤੇ ਐਸੀ ਜੋ ਮਹਾਨ ਪਵਿੱਤਰ ਬਾਣੀ ਹੈ, ਗੁਰੂ ਸਾਹਿਬ ਜੀ ਦੀ ਬਾਣੀ ਕਹਿ ਲਓ, ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਕਿਸੇ ਵਿਰਲੇ ਵਿਅਕਤੀ ਨੇ ਐਸੀ ਪਵਿੱਤਰ ਬਾਣੀ ਦੀ ਮਹਿਮਾ ਨੂੰ ਜਾਣਿਆ ਹੈ, ਐਸੀ ਬਾਣੀ ਨੂੰ ਜਾਣਿਆ ਹੈ ਭਈ ਇਹ ਬਾਣੀ ਹੈ ਜਿਸ ਦੁਆਰਾ ਕਲਿਆਣ ਹੁੰਦੀ ਹੈ। ਸਨਾਤਨ ਮਤ ਦੇ ਇੱਕ ਵਿਅਕਤੀ ਸਵਾਮੀ ਰਾਮ ਤੀਰਥ ਜੀ ਹੋਏ ਨੇ। ਮੈਨੂੰ ਉਹਨਾਂ ਦਾ ਲਿਖਿਆ ਬਚਨ ਪੜ੍ਹ ਕੇ ਤੇ ਹੁਣ ਬਾਣੀ ਦੀ ਵਿਚਾਰ ਕਰਦਿਆਂ ਉਹ ਬਚਨ ਯਾਦ ਆ ਗਿਆ। ਉਹ ਬ੍ਰਾਹਮਣਾਂ ਦੇ ਘਰ ਦਾ ਜਨਮ ਸੀ ਉਹਨਾਂ ਦਾ, ਤੇ ਮਾਤਾ ਪਿਤਾ ਨੇ ਇੱਛਾ ਕੀਤੀ ਕਿ ਆਪਣੇ ਬਾਲਕ ਨੂੰ ਬ੍ਰਹਮ ਵਿਦਿਆ ਪੜ੍ਹਾਈ ਜਾਏ। ਤਾਂ ਕਾਂਸ਼ੀ ਦੇ ਪੰਡਤ ਲੋਕਾਂ ਕੋਲ ਉਸ ਨੂੰ ਬਿਠਾਇਆ ਗਿਆ, ਗੁਰੂ ਧਾਰਨ ਕਰਾਇਆ ਗਿਆ, ਬ੍ਰਹਮ ਵਿਦਿਆ ਪੜ੍ਹਾਈ ਗਈ। ਉਹਨੇ ਸੰਸਕ੍ਰਿਤ ਭਾਸ਼ਾ ਸਿੱਖੀ ਕਈ ਸਾਲਾਂ 'ਚ। ਫਿਰ ਉਸਨੇ ਵੇਦ ਪੜ੍ਹੇ, ਵੇਦਾਂ ਦੇ ਅਰਥ ਪੜ੍ਹੇ ਅਤੇ ਚਾਰੇ ਵੇਦਾਂ ਦਾ ਗਿਆਤਾ ਹੋਇਆ। ਸਿਮਰਤੀਆਂ ਵੀ ਪੜ੍ਹੀਆਂ, ਸ਼ਾਸਤਰ ਵੀ ਪੜ੍ਹੇ, ਪੁਰਾਣ ਵੀ ਪੜ੍ਹੇ। ਉਹਨਾਂ 'ਚ ਦੱਸੇ ਹੋਏ ਕਰਮਕਾਂਡ ਮੁਤਾਬਕ ਉਹ ਚੱਲਿਆ, ਬਜ਼ੁਰਗ ਅਵਸਥਾ 'ਚ ਪਹੁੰਚ ਗਿਆ, ਪਰ ਮਨ ਨੂੰ ਸ਼ਾਂਤੀ ਅਤੇ ਟਿਕਾ ਨਹੀਂ ਸੀ ਪ੍ਰਾਪਤ ਹੋਇਆ। ਅਖੀਰ ਫਿਰ ਉਹਨੇ ਜਿਹੜਾ ਕਾਂਸ਼ੀ ਵਿੱਚ ਉਹਦਾ ਆਸ਼ਰਮ ਸੀ ਉਹ ਤਿਆਗਿਆ ਅਤੇ ਆਪਣਾ ਇੱਕ ਸੇਵਾਦਾਰ ਨਾਲ ਲੈ ਕੇ ਉਹ ਚੱਲ ਪਿਆ, ਭਰਮਣ ਕਰਨ ਲੱਗ ਪਿਆ ਅਤੇ ਹਿੰਦੁਸਤਾਨ ਦੇ ਵੱਖ-ਵੱਖ ਸਥਾਨਾਂ 'ਤੇ ਉਹ ਗਿਆ। ਫਿਰ ਜਦੋਂ ਪੰਜਾਬ 'ਚ ਆਇਆ ਅਤੇ ਅਕਸਰ ਸ਼੍ਰੀ ਅੰਮ੍ਰਿਤਸਰ ਸਾਹਿਬ ਬਾਰੇ ਜਾਣਦਾ ਸੀ, ਮਹਿਮਾ ਸੁਣੀ ਹੋਈ ਸੀ, ਅਤੇ ਇੱਥੇ ਉਹ ਪਹਿਲੀ ਵਾਰੀ ਆਇਆ ਸੀ, ਦਰਸ਼ਨ ਕਰਨ ਆਇਆ, ਵੇਖੀਏ ਭਲਾ। ਤਾਂ ਉਸ ਦੀ ਆਪਣੀ ਲਿਖਤ ਹੈ ਕਿ ਜਦੋਂ ਮੈਂ ਸ਼ਾਮਾਂ ਦੇ ਸਮੇਂ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਆਪਣੇ ਕਦਮ ਰੱਖੇ ਤਾਂ ਮੈਨੂੰ ਸਕੂਨ ਪ੍ਰਾਪਤ ਹੋਇਆ। ਮੇਰੇ ਮਨ ਨੂੰ ਬਾਣੀ ਸੁਣ ਕੇ ਸ਼ਾਂਤੀ ਪ੍ਰਾਪਤ ਹੋਈ ਔਰ ਮੈਂ ਪਰਿਕਰਮਾ ਬਰਾਂਡੇ 'ਚ ਬਹਿ ਗਿਆ ਅਤੇ ਬਾਣੀ ਸੁਣਨ ਦਾ ਆਦੀ ਹੋ ਗਿਆ। ਅਤੇ ਫਿਰ ਉਸਨੇ ਆਪਣੇ ਸੇਵਕ ਨੂੰ ਕਿਹਾ ਕਿ ਬੇਟਾ, ਮੈਂ ਤਾਂ ਆਪਣਾ ਬਚਦਾ ਜੀਵਨ ਹੁਣ ਇੱਥੇ ਹੀ ਬਤੀਤ ਕਰਾਂਗਾ ਅਤੇ ਤੂੰ ਹੁਣ ਆਸ਼ਰਮ 'ਤੇ ਚਲਿਆ ਜਾ, ਉੱਥੇ ਜਾ ਕੇ ਹੋਰ ਕਰਮ ਕਾਂਡ ਕੋਈ ਨਹੀਂ ਕਰਨਾ। ਮੇਰੇ ਆਖੇ ਲਾਗੇ ਤੂੰ ਸਿਰਫ ਪਰਮਾਤਮਾ ਦਾ ਨਾਮ ਹੀ ਜਪਣਾ, ਭਾਵੇਂ ਰਾਮ ਰਾਮ ਜਪ, ਭਾਵੇਂ ਗੋਬਿੰਦ ਗੋਬਿੰਦ, ਭਾਵੇਂ ਹਰੀ ਹਰੀ ਜਪ। ਅਤੇ ਮਨ ਵਿੱਚ ਇਹ ਤੀਬਰ ਇੱਛਾ ਰੱਖੀ ਕਿ ਅਗਲਾ ਜਨਮ ਕਿਸੇ ਸਿੱਖ ਦੇ ਘਰ 'ਚ ਹੋਵੇ, ਕਿਸੇ ਗੁਰਸਿੱਖ ਦੇ ਘਰ 'ਚ ਹੋਵੇ। ਔਰ ਉਸ ਆਦਮੀ ਨੇ, ਵਿਦਵਾਨ ਬੰਦਾ ਸੀ, ਉਹਨੇ ਫਿਰ ਕਲਮ ਚੱਕੀ ਅਤੇ 2 ਕਿਤਾਬਾਂ ਲਿਖੀਆਂ। ਭਾਵੇਂ ਆਕਾਰ ਉਹਨਾਂ ਕਿਤਾਬਾਂ ਦੇ ਛੋਟੇ ਹੀ ਹਨ, ਪਰ ਹੁਣ ਇਕੱਠੀਆਂ ਕਰਕੇ ਛਪਾਈਆਂ ਗਈਆਂ। ਪਹਿਲੀ ਕਿਤਾਬ ਦਾ ਨਾਂ ਸੀ ਸਰਵੋਤਮ ਗ੍ਰੰਥ ਆਦਿ ਗੁਰੂ ਗ੍ਰੰਥ ਸਾਹਿਬ। ਦੂਸਰੀ ਕਿਤਾਬ ਦਾ ਨਾਂ ਸੀ ਸਰਵੋਤਮ ਪੰਥ ਖਾਲਸਾ ਪੰਥ। ਉਹ ਕਹਿੰਦਾ ਸੀ ਹੋਰ ਵੀ ਪੈਗੰਬਰ, ਰਿਸ਼ੀ ਮੁਨੀ, ਅਵਤਾਰ ਆਏ, ਮੈਂ ਸਾਰਿਆਂ ਦੇ ਜੀਵਨ ਪੜ੍ਹੇ ਨੇ। ਉਹ ਆਏ ਅਤੇ ਆ ਕੇ ਚਲੇ ਗਏ, ਪਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਅਤੇ ਆ ਕੇ ਗਏ ਨਹੀਂ। ਅੱਜ ਵੀ ਹਰਿਮੰਦਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਬੈਠੇ ਨੇ ਅਤੇ ਅੱਜ ਵੀ ਅੰਮ੍ਰਿਤ ਦੀ ਦਾਤ ਵੰਡ ਰਹੇ ਨੇ। ਇਹ ਗੁਰਬਾਣੀ ਅੰਮ੍ਰਿਤ ਹੈ, ਅੰਮ੍ਰਿਤ ਦਾ ਕੁੰਡ ਹੈ। ਇਸ ਵਿੱਚ ਇਸ਼ਨਾਨ ਕਰਕੇ ਕੋਈ ਵੀ ਆਪਣਾ ਪਾਰ ਉਤਾਰਾ ਕਰ ਸਕਦਾ। ਸਭਨਾਂ ਲਈ ਦਰਵਾਜ਼ੇ ਖੁੱਲ੍ਹੇ ਨੇ, ਕੋਈ ਵੀ ਇਸ ਗੁਰਬਾਣੀ ਤੋਂ ਵਰੋਸਾਇਆ ਜਾ ਸਕਦਾ, ਲਾਭ ਪ੍ਰਾਪਤ ਕਰ ਸਕਦਾ, ਤਰ ਸਕਦਾ। ਇਸ ਕਰਕੇ ਗੁਰੂ ਦੀ ਪ੍ਰਸਾਦ ਕਿਰਪਾ ਨਾਲ ਕਿਸੇ ਵਿਰਲੇ ਨੇ ਇਸ ਬਾਣੀ ਦੀ ਮਹਾਨਤਾ ਨੂੰ ਜਾਣਿਆ ਹੈ। ਧੰਨ ਸੋ ਵੇਲਾ ਜਿਤ ਹਰ ਗਾਵਤ ਸੁਣਨਾ, ਆਏ ਤੇ ਪ੍ਰਵਾਨਾ ਜੀਓ। ਧੰਨ ਉਹ ਵੇਲਾ ਘੜੀ, ਧੰਨ ਉਹ ਸਮਾਂ ਜਿਸ ਸਮੇਂ ਹਰੀ ਪਰਮਾਤਮਾ ਨੂੰ ਗਾਇਨ ਕਰਨਾ ਅਤੇ ਸੁਣਨਾ ਪ੍ਰਾਪਤ ਹੁੰਦਾ। ਕੋਈ ਗਾਉਂਦਾ ਹੋਵੇ ਅਤੇ ਅਸੀਂ ਸੁਣ ਲਈਏ ਜਾਂ ਆਪ ਗਾਈਏ, ਅਤੇ ਦੋਵਾਂ ਤਰ੍ਹਾਂ ਨਾਲ ਲਾਭ। ਜੋ ਮੁਖ ਤੋਂ ਗਾਉਣਾ ਹੈ ਗੁਰੂ ਕੇ ਬਚਨਾਂ ਨੂੰ, ਕੰਨਾਂ ਦੁਆਰਾ ਮਨ ਹਾਜ਼ਰ ਰੱਖ ਕੇ ਸੁਣਨਾ ਵੀ ਹੈ। ਸੁਣਨ ਕਰਕੇ ਹੀ ਮਨ 'ਤੇ ਅਸਰ ਪੈਂਦਾ। ਕਹਿੰਦੇ ਉਹ ਵੇਲਾ, ਉਹ ਸਮਾਂ ਧਨ ਹੈ, ਸਲਾਹੁਣ ਯੋਗ ਹੈ, ਸਾਡੇ ਵਾਸਤੇ ਸਫਲਾ ਸਮਾਂ ਹੈ, ਜਿਸ ਸਮੇਂ ਹਰੀ ਪਰਮਾਤਮਾ ਨੂੰ ਗਾਵੀਏ ਅਤੇ ਹਰੀ ਦਾ ਜਸ ਸੁਣੀਏ। ਆਏ ਤੇ ਪ੍ਰਵਾਨਾ ਜੀ। ਔਰ ਜਿਹੜੇ ਵਿਅਕਤੀ ਇੰਜ ਕਰਦੇ ਨੇ, ਵਾਹਿਗੁਰੂ ਦੇ ਜਸ ਨੂੰ ਗੁਰੂ ਕੀ ਬਾਣੀ ਦੁਆਰਾ ਗਾਉਂਦੇ ਨੇ ਅਤੇ ਭਾਵਨਾ ਨਾਲ ਸੁਣਦੇ ਨੇ, ਇਸ ਮਾਤ ਲੋਕ 'ਤੇ ਮਨੁੱਖ ਜਾਮਾ ਧਾਰ ਕੇ ਆਇਆ ਹੋਇਆ ਉਹਨਾਂ ਦਾ ਕਬੂਲ ਹੈ, ਪ੍ਰਮਾਣਿਕ ਹੈ, ਸਫਲਾ ਹੈ। ਅਸਲ ਵਿੱਚ ਮਨੁੱਖ ਜਾਮੇ 'ਚ ਉਹ ਹੀ ਆਏ ਨੇ
ਦੂਜਿਆਂ ਦਾ ਆਇਆ ਵਿਅਰਥ ਹੈ। ਹਜ਼ੂਰ ਨੇ ਕਿਹਾ ਨਾ, ਆਇਆ ਸਫਲਤਾ ਹੂੰ ਕੋ ਗਨੀਐ, ਜਾਸ ਰਸਨ ਹਰ ਹਰ ਮੁਖ ਭਨੀਐ, ਆਵਤ ਸੋਜਨ ਨਾਮੈ ਰਾਤਾ, ਜਾਂ ਕੋ ਦਇਆ ਮਇਆ ਵਿਧਾਤਾ। ਸੋ ਇਸ ਕਰਕੇ ਉਹ ਪ੍ਰਵਾਣੀਕ ਨੇ, ਕਬੂਲ ਹਨ। ਸੇ ਨੇਤਰ ਪ੍ਰਵਾਣ ਜਿਨੇ ਦਰਸ਼ਨ ਪੇਖਾ। ਉਹ ਨੇਤਰ, ਹਜ਼ੂਰ ਨੇ ਕਿਹਾ, ਤੇ ਨੇਤਰ ਭਲੇ ਸੋ ਵਨੀਕ ਹੈ ਮੇਰੀ ਜਿੰਦੜੀਏ, ਜੋ ਸਾਧੂ ਸਤਿਗੁਰ ਦੇਖੇ ਰਾਮ। ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ, ਜੋ ਹਰ ਜਸ ਹਰ ਹਰ ਲੇਖੈ ਰਾਮ। ਸੋ ਇਸ ਪ੍ਰਕਾਰ ਸੇ ਬਹੁਵਚਨ ਹੈ। ਨੇਤਰ ਉਹ ਅੱਖਾਂ, ਪ੍ਰਵਾਣ ਹਨ, ਸਫਲੀਆਂ ਹਨ, ਪ੍ਰਮਾਣੀਕ ਹਨ, ਲਾਭਦਾਇਕ ਹਨ। ਜਿਨੀ ਦਰਸ਼ਨ ਪੇਖਾ, ਜਿਨ੍ਹਾਂ ਨੇਤਰਾਂ ਦੇ ਨਾਲ ਵਾਹਿਗੁਰੂ ਜੀ ਦਾ, ਸਤਿਗੁਰੂ ਜੀ ਦਾ, ਵਾਹਿਗੁਰੂ ਜੀ ਦੇ ਪਿਆਰਿਆਂ ਦਾ ਦਰਸ਼ਨ ਵੇਖਿਆ ਜਾਂਦਾ ਹੈ। ਸੇ ਕਰ ਭਲੇ ਜਿਨੀ ਹਰ ਜਸ ਲੇਖਾ। ਸੇ ਕਰ ਦਾ ਅਰਥ ਹੈ ਹੱਥ। ਉਹ ਹੱਥ ਵੀ ਭਲੇ ਹਨ ਜਿਨ੍ਹਾਂ ਹੱਥਾਂ ਦੇ ਨਾਲ ਹਰੀ ਜਸ, ਅਕਾਲ ਪੁਰਖ ਦੀ ਕੀਰਤੀ, ਪਰਮਾਤਮਾ ਦੀ ਵਡਿਆਈ, ਗੁਣਾਨਵਾਦ ਨੂੰ ਲਿਖਿਆ ਜਾਂਦਾ ਹੈ। ਜਿਨ੍ਹਾਂ ਨੇ ਵੀ ਲਿਖਿਆ ਇਹਨਾਂ ਹੱਥਾਂ ਨਾਲ, ਜਿਵੇਂ ਬਾਬਾ ਦੀਪ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਤਾਰੇ ਕਰਕੇ ਤਖਤ ਸਾਹਿਬਾਨਾਂ 'ਤੇ ਭੇਜੇ। ਇੱਕ ਅਰਬੀ ਭਾਸ਼ਾ 'ਚ ਅਰਬ ਦੇਸ਼ ਨੂੰ ਵੀ ਸਰੂਪ ਲਿਖ ਕੇ ਭੇਜਿਆ। ਬੇਅੰਤ ਗੁਟਕੇ ਪੋਥੀਆਂ ਦੀ ਲਿਖਾਈ ਦੀ ਸੇਵਾ ਨਿਭਾਈ। ਪੁਰਾਤਨ ਗੁਰਸਿੱਖ ਐਸੀ ਸੇਵਾ ਨਿਭਾਇਆ ਕਰਦੇ ਸਨ। ਉਹ ਹੱਥ ਪਵਿੱਤਰ ਹਨ, ਭਲੇ ਹਨ। ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ। ਸੇ ਉਹ ਚਰਨ, ਉਹ ਪੈਰ ਵੀ ਸੁਹਾਵੇ ਸ਼ੋਭਨੀਕ ਹੋ ਗਏ, ਜੋ ਹਰੀ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਵਾਲੇ ਮਾਰਗ 'ਤੇ ਚੱਲ ਪਏ। ਹਉ ਬਲ ਤਿੰਨ ਸੰਗ ਪਛਾਣਾ ਜੀਓ। ਮੈਂ ਉਹਨਾਂ ਤੋਂ ਬਲਿਹਾਰ, ਕਿਉਂਕਿ ਤਿੰਨਾਂ ਦੀ ਸੰਗਤ ਵਿੱਚ ਮੈਂ ਵਾਹਿਗੁਰੂ ਪਰਮਾਤਮਾ ਨਾਲ ਜਾਣ ਪਛਾਣ ਪ੍ਰਾਪਤ ਕਰ ਲਈ ਹੈ। ਭਾਵ ਸਾਰੇ ਇੰਦਰੇ, ਨੇਤਰ ਵੀ ਅਤੇ ਕੰਨ ਵੀ ਅਤੇ ਹੱਥ ਵੀ, ਪੈਰ ਵੀ, ਸਾਰੇ ਧ੍ਰਿਗ ਸਿਰ ਜੋ ਗੁਰ ਨਾ ਨਿਵੈ, ਗੁਰ ਲੱਗਿਆ ਨਾ ਚਰਣੀ। ਧ੍ਰਿਗ ਜੀਵਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਣੀ। ਸੋ ਇਸ ਪ੍ਰਕਾਰ ਦੇ ਭਾਈ ਗੁਰਦਾਸ ਨੇ ਬਚਨ ਕੀਤੇ ਨੇ। ਵਿਣ ਸੇਵਾ ਧ੍ਰਿਗ, ਹੱਥ ਪੈਰ ਹੋਰ ਨਿਫਲ ਕਰਨੀ ਆਦਿਕ ਬਚਨ ਕਹੇ ਹਨ। ਸੋ ਕਹਿੰਦੇ ਉਹਨਾਂ ਤੋਂ, ਉਹਨਾਂ ਚਰਨਾਂ ਤੋਂ ਬਲਿਹਾਰ ਜਾਈਏ ਜਿਹੜੇ ਵਾਹਿਗੁਰੂ ਦੇ ਮਾਰਗ 'ਤੇ ਚੱਲੇ, ਅਥਵਾ ਜਿਨ੍ਹਾਂ ਲੋਕਾਂ ਦੇ ਚਰਨ ਪਰਮਾਤਮਾ ਦੀ ਪ੍ਰਾਪਤੀ ਵਾਲੇ ਮਾਰਗ 'ਤੇ ਉਹ ਪੈਰ ਰੱਖੇ, ਉਹਨਾਂ ਚੱਲੇ, ਜਾਂ ਜਿਨ੍ਹਾਂ ਨੇਤਰਾਂ ਨਾਲ ਦਰਸ਼ਨ ਵੇਖਿਆ, ਜਾਂ ਜਿਨ੍ਹਾਂ ਹੱਥਾਂ ਨਾਲ ਵਾਹਿਗੁਰੂ ਦਾ ਜਸ ਲਿਖਿਆ, ਉਹਨਾਂ ਗੁਰਮੁਖਾਂ ਤੋਂ ਮੈਂ ਬਲਿਹਾਰ ਜਾਵਾਂ। ਤਿੰਨਾਂ ਦੀ ਸੰਗਤ ਵਿੱਚ ਹੀ ਰਹਿ ਕੇ ਵਾਹਿਗੁਰੂ ਪਰਮਾਤਮਾ ਨਾਲ ਜਾਣ ਪਛਾਣ ਹੁੰਦੀ ਹੈ। ਸੁਣ ਸਾਜਨ ਮੇਰੇ ਮੀਤ ਪਿਆਰੇ। ਵਾਹਿਗੁਰੂ ਦੇ ਸਨਮੁਖ ਬੇਨਤੀ ਕਰਨ ਦੀ ਜਾਚ ਦੱਸ ਰਹੇ ਨੇ ਕਿ ਹੇ ਮੇਰੇ ਲੋਕ ਪਰਲੋਕ ਦੇ ਸੱਜਣ, ਹੇ ਮੇਰੇ ਮਿੱਤਰ, ਮਾਤਾ ਦੇ ਗਰਭ ਵਿੱਚ ਵੀ ਸਹਾਇਤਾ ਕਰਨ ਵਾਲੇ ਮਿੱਤਰ, ਹੇ ਮੇਰੇ ਮਨ ਦੇ ਤਾਈਂ ਪਿਆਰੇ ਲੱਗਣ ਵਾਲੇ ਵਾਹਿਗੁਰੂ ਜੀ, ਸਾਧ ਸੰਗ ਖਿਨ ਮਾਹੇ ਉਧਾਰੇ। ਮਹਾਰਾਜ, ਜੋ ਸਾਧੂ ਹਨ ਨਾ ਤੇਰੇ, ਜਿਨ੍ਹਾਂ ਮਨ ਸਾਧਿਆ, ਉਹਨਾਂ ਦੀ ਸੰਗਤ ਵਿੱਚ ਮਿਲਾ ਕੇ ਤੇ ਤੁਸੀਂ ਮਹਾਰਾਜ ਖਿਨ ਦੇ ਵਿੱਚ ਹੀ ਮੇਰਾ ਉਧਾਰ ਕਰ ਦਿਓ। ਸਾਧ ਸੰਗ ਖਿਨ ਮਾਹੇ ਉਧਾਰੇ, ਇੱਕ ਖਿਨ ਵਿੱਚ ਹੀ ਉਧਾਰ ਹੋ ਤੁਸੀਂ ਕਰਨ ਵਾਲੇ ਹੋ, ਸਾਧ ਸੰਗ 'ਚ ਮਿਲਾ ਕੇ। ਕਿਲ ਵਿਖ ਕਾਟ ਹੋਵਾ ਮਨ ਨਿਰਮਲ, ਮਿਟ ਗਏ ਆਵਣ ਜਾਣਾ ਜੀਓ। ਸਾਧੂਆਂ ਦੀ ਸੰਗਤ 'ਚ ਮਿਲਣ ਕਰਕੇ ਵਾਹਿਗੁਰੂ ਦਾ ਨਾਮ ਚੇਤੇ ਆਉਂਦਾ, ਅਤੇ ਇਸ ਕਰਕੇ ਹਜ਼ੂਰ ਕਹਿੰਦੇ ਨੇ ਫਿਰ ਉਸ ਸੰਗਤ 'ਚ ਮਿਲ ਕੇ ਜਿਹੜੇ ਕਿਲ ਵਿਖ ਬੱਜਰ ਪਾਪ ਨੇ, ਇਹ ਕੱਟ ਕੇ ਅਤੇ ਮਨ ਨਿਰਮਲ ਹੋ ਜਾਂਦਾ। ਆਉਣਾ ਜਾਣਾ, ਜੰਮਣਾ ਮਰਨਾ, ਇਹ ਮਿਟ ਜਾਂਦਾ ਹੈ। ਇਸ ਕਰਕੇ ਇਹ ਵਾਹਿਗੁਰੂ ਮੇਰੀ ਬੇਨਤੀ ਸੁਣ ਕੇ ਅਤੇ ਮੈਨੂੰ ਇਹ ਦਾਤ ਬਖਸ਼ ਕਿ ਸਾਧ ਸੰਗਤ ਵਿੱਚ ਮੈਂ ਮਿਲਿਆ ਰਹਾਂ। ਦੋਏ ਕਰ ਜੋੜ ਇੱਕ ਬਿਨਉ ਕਰੀਜੈ। ਸਾਨੂੰ ਸਿੱਖਿਆ ਦਿੰਦੇ ਨੇ ਵੀ ਦੋਵੇਂ ਹੱਥ ਜੋੜ ਕੇ ਗੁਰਸਿੱਖ ਪਿਆਰਿਓ ਇੱਕ ਬੇਨਤੀ ਕਰਿਆ ਕਰੋ। ਕਿਹੜੀ ਬੇਨਤੀ ਜੀ? ਕਰ ਕਿਰਪਾ ਡੁੱਬਦਾ ਪੱਥਰ ਲੀਜੈ। ਹੇ ਵਾਹਿਗੁਰੂ ਜੀ, ਜਿਸ ਤਰ੍ਹਾਂ ਪੱਥਰ ਡੁੱਬ ਜਾਂਦੇ ਨੇ ਨਾ ਪਾਣੀ ਵਿੱਚ, ਇਸੇ ਤਰ੍ਹਾਂ ਇਸ ਸੰਸਾਰ ਦੇ ਅੰਦਰ ਪਦਾਰਥਾਂ ਰੂਪੀ ਜਲ ਭਰਿਆ ਹੋਇਆ, ਅਤੇ ਮੇਰਾ ਮਨ ਪਾਪਾਂ ਨਾਲ ਭਾਰਾ ਹੋਇਆ ਪੱਥਰ ਵਰਗਾ ਕਠੋਰ ਹੈ, ਇਹ ਡੁੱਬਦਾ ਜਾ ਰਿਹਾ। ਤੁਸੀਂ ਕਿਰਪਾ ਕਰਕੇ ਮਹਾਰਾਜ ਮੈਨੂੰ ਉਤਾਰ ਲਵੋ। ਇਸ ਡੁੱਬਦੇ ਪੱਥਰ ਨੂੰ ਅੰਗੀਕਾਰ ਕਰ ਲਓ, ਆਪਣਾ ਬਣਾ ਲਓ, ਅਤੇ ਮਤਲਬ ਤਾਰ ਲਓ। ਨਾਨਕ ਕੋ ਪ੍ਰਭ ਭਏ ਕਿਰਪਾਲਾ, ਪ੍ਰਭ ਨਾਨਕ ਮਨ ਭਾਣਾ ਜੀਓ।
ਸੋ ਹਜ਼ੂਰ ਕਹਿੰਦੇ ਨੇ ਮੇਰੇ ਤਾਈਂ ਤਾਂ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਜੀ ਕਿਰਪਾਲੂ ਦਿਆਲੂ ਹੋਏ ਨੇ, ਕਿਉਂਕਿ ਮੇਰੇ ਮਨ ਦੇ ਤਾਈਂ ਪ੍ਰਭੂ ਪਰਮਾਤਮਾ ਭਾਣਾ ਚੰਗਾ ਲੱਗਦਾ ਹੈ। ਵਾਹਿਗੁਰੂ ਪਰਮਾਤਮਾ ਹੀ ਮਨ ਨੂੰ ਪਾਇਆ ਹੈ, ਇਸ ਕਰਕੇ ਮੇਰੇ ਉੱਤੇ ਵਾਹਿਗੁਰੂ ਪਰਮਾਤਮਾ ਜੀ ਕਿਰਪਾਲੂ ਦਿਆਲੂ ਹੋਏ ਨੇ। ਉਹਨਾਂ ਨੇ ਦਇਆ ਮਾਇਆ ਕਰਕੇ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਇਆ। ਇਹ ਸਤਿਗੁਰੂ ਜੀ ਨਿਮਰਤਾ ਨਾਲ ਆਪਣੇ ਆਪ ਤੇ ਘਟਾ ਕੇ ਸਾਨੂੰ ਉਪਦੇਸ਼ ਦੇ ਰਹੇ ਨੇ। ਮਾਝ ਮਹੱਲਾ ਪੰਜਵਾ। ਪੰਚਮ ਗੁਰਦੇਵ ਸਤਿਗੁਰੂ ਅਰਜਨ ਦੇਵ ਜੀ ਅਗਲਾ ਸ਼ਬਦ ਉਚਾਰਨ ਕਰਦੇ ਹਨ। ਅੰਮ੍ਰਿਤ ਬਾਣੀ ਹਰ ਹਰ ਤੇਰੀ। ਹੇ ਪਿੱਛੇ ਵੀ ਦੁੱਖਾਂ ਦੇ ਹਾਰਕ, ਹੁਣ ਵੀ ਦੁੱਖਾਂ ਨੂੰ ਹਰਨ ਵਾਲੇ ਹਰੀ ਵਾਹਿਗੁਰੂ ਅਕਾਲ ਪੁਰਖ ਜੀ, ਤੁਹਾਡੀ ਸਿਫਤ ਸਲਾਹ ਵਾਲੀ ਜਿਹੜੀ ਬਾਣੀ ਹੈ ਇਹ ਅੰਮ੍ਰਿਤ ਹੈ। ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ, ਜਿਤ ਜਪਿਆ ਸਭ ਰੋਗ ਗਵਾਤੇ ਰਾਮ। ਸੋ ਇਸ ਪ੍ਰਕਾਰ ਵਾਹਿਗੁਰੂ ਜੀ ਦੀ ਸਿਫਤ ਸਲਾਹ ਵਾਲੀ ਜੋ ਬਾਣੀ ਹੈ ਇਹ ਅੰਮ੍ਰਿਤ ਆਤਮਿਕ ਮੌਤ ਨੂੰ ਦੂਰ ਕਰਨ ਵਾਲੀ, ਆਤਮਿਕ ਮੌਤ ਤੋਂ ਸਾਨੂੰ ਰਹਿਤ ਕਰਕੇ ਆਤਮਿਕ ਜੀਵਨ ਦੇਣ ਵਾਲੀ। ਸੁਣ ਸੁਣ ਹੋਵੇ ਪਰਮਗਤ ਮੇਰੀ। ਜਿਸ ਆਪ ਜੀ ਦੀ ਅੰਮ੍ਰਿਤ ਮਈ ਸਿਫਤੋ ਸੁਹਾਤ ਵਾਲੀ ਬਾਣੀ ਨੂੰ ਤੇ ਤੁਹਾਡੀ ਵਡਿਆਈ ਦੇ ਬਚਨਾਂ ਨੂੰ ਸੁਣ ਸੁਣ ਕੇ ਮੇਰੀ ਪਰਮ ਗਤੀ ਹੋ ਰਹੀ ਹੈ। ਪਰਮ ਗਤੀ ਉੱਚੀ ਆਤਮਿਕ ਅਵਸਥਾ ਹੁੰਦੀ ਜਾਂਦੀ ਹੈ, ਭਾਵ ਅਵਸਥਾ ਨੀਵੀਂ ਤੋਂ ਉੱਚੀ ਹੁੰਦੀ ਜਾ ਰਹੀ। ਗਤੀ ਪਰਮ ਗਤੀ ਉੱਚੀ ਕਲਿਆਣ ਪ੍ਰਾਪਤ ਹੋ ਰਹੀ ਹੈ ਸੁਣ ਸੁਣ ਕੇ ਤੁਹਾਡੀ ਅੰਮ੍ਰਿਤਮਈ ਬਾਣੀ। ਜਲਨ ਬੁਝੀ ਸੀਤਲ ਹੋਏ ਮਨੂਆ। ਜਿਹੜੇ ਅੰਦਰ ਸਾੜਾ ਸੀ ਨਾ, ਸੜਨ ਸੀ, ਜਲਨ ਸੀ ਅੰਦਰ। ਸੋ ਕਿਉਂਕਿ ਸਾਡੇ ਅੰਦਰ ਜਲਨ ਹੈ, ਕ੍ਰੋਧ ਵੀ ਸਾੜਦਾ, ਕਾਮ ਵੀ ਸਾੜਦਾ, ਮੋਹ ਵੀ, ਲੋਭ ਵੀ, ਹੰਕਾਰ ਵੀ, ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਸਾਰੇ ਸੜਨੀ ਤਾਂ ਹੈ ਅੰਦਰ। ਸੋ ਇਹ ਜਲਨ ਬੁਝੀ ਸੀਤਲ ਹੋਏ ਮਨੂਆ, ਤਾਂ ਜਿਹੜਾ ਮਨ ਹੈ ਉਹ ਠੰਡਾ ਠਾਰ ਹੋ ਜਾਂਦਾ। ਸੜਨ ਨੂੰ ਦੂਰ ਕਰਕੇ ਬੁਝਾ ਕੇ ਤੇ ਗੁਰੂ ਕੀ ਬਾਣੀ ਮਨ ਨੂੰ ਸੀਤਲ ਕਰ ਦਿੰਦੀ ਹੈ। ਸਤਿਗੁਰ ਕਾ ਦਰਸ਼ਨ ਪਾਏ ਜੀਓ। ਜੋ ਜੀਵ ਸਤਿਗੁਰੂ ਦਾ ਦਰਸ਼ਨ ਪ੍ਰਾਪਤ ਕਰਦਾ ਹੈ ਉਹਨੂੰ ਇਹ ਬਾਣੀ ਸੁਣਨ ਨੂੰ ਮਿਲਦੀ ਹੈ ਅਤੇ ਸੁਣ ਸੁਣ ਕੇ ਉਹਦੀ ਪਰਮ ਗਤੀ ਹੁੰਦੀ, ਉਹਦੇ ਅੰਦਰੋਂ ਸੜਨ ਮੁੱਕ ਜਾਂਦੀ ਹੈ, ਮਨ ਠੰਡਾ ਠਾਰ ਹੋ ਜਾਂਦਾ ਹੈ। ਹਰ ਸਿਮਰਤ ਠੰਡਾ ਥੀਵਾ ਜੀਓ। ਸੂਖ ਭਇਆ ਦੁੱਖ ਦੂਰ ਪ੍ਰਾਨਾ। ਆਤਮਿਕ ਸੁਖ ਦੀ ਪ੍ਰਾਪਤੀ ਹੋਈ ਹੈ ਅਤੇ ਦੁੱਖ ਦੂਰ ਚਲਿਆ ਗਿਆ ਹੈ, ਦੂਰ ਜਾ ਕੇ ਸੁੱਟ ਦਿੱਤਾ ਹੈ, ਦੁੱਖ ਨਹੀਂ ਨੇੜੇ ਰਹਿ ਗਿਆ। ਸੰਤ ਰਸਨ ਹਰ ਨਾਮ ਵਖਾਨਾ। ਅਤੇ ਸੰਤ ਸਤਿਗੁਰੂ ਜੀ ਦੀ ਰਸਨਾ ਤੋਂ ਹਰੀ ਪ੍ਰਮਾਤਮਾ ਦਾ ਨਾਮ ਵਖਾਨਾ ਉਚਾਰਨ ਹੋਇਆ। ਜਲ ਥਲ ਨੀਰ ਭਰੇ ਸਰ ਸੁਭਰ ਬਿਰਥਾ ਕੋਈ ਨਾ ਜਾਏ ਜੀਓ। ਜਿਸ ਵੇਲੇ ਮੀਂਹ ਪੈਂਦਾ ਅਤੇ ਉਸ ਵੇਲੇ ਜਿਹੜੇ ਨੀਵੇਂ ਥਾਂ ਜਿੱਥੇ ਪਹਿਲਾਂ ਹੀ ਜਲ ਹੁੰਦਾ ਉਹ ਵੀ ਭਰ ਜਾਂਦੇ ਨੇ। ਥਲ ਟਿੱਬਿਆਂ ਦੇ ਉੱਪਰ ਵੀ ਜਲ ਬਰਸਦਾ ਹੈ ਜਦੋਂ ਬਰਖਾ ਹੁੰਦੀ ਹੈ, ਅਤੇ ਸਰ ਜਿਹੜੇ ਸਰੋਵਰ ਟੋਭੇ ਹਨ ਉਹ ਵੀ ਨੀਰ ਪਾਣੀ ਨਾਲ ਨਕਾ ਨਕ ਭਰ ਜਾਂਦੇ। ਸੁਭਰ ਦਾ ਅਰਥ ਹੈ ਨਕਾ ਨਕ, ਚੰਗੀ ਤਰ੍ਹਾਂ ਭਰ ਜਾਣੇ। ਸੋ ਇਸ ਪ੍ਰਕਾਰ ਹੀ ਜਦੋਂ ਗੁਰੂ ਰੂਪ ਬੱਦਲ ਹੋ ਕੇ ਵਰੇ, ਉਪਦੇਸ਼ ਨਾਮ ਦੀ ਵਰਖਾ ਕੀਤੀ, ਤਾਂ ਜਿਹੜੇ ਪਹਿਲਾਂ ਹੀ ਕੁਝ ਸਿਮਰਨ ਕਰਨ ਵਾਲੇ ਸੀ ਜਾਂ ਸਤਸੰਗੀ ਸਨ, ਜਲਦੀ ਨਿਆਈ, ਕੁਝ ਨਿਰਮਲ ਸਨ ਉਹ ਵੀ, ਅਤੇ ਜਿਹੜੇ ਥਲ ਉੱਚੇ ਹਿਰਦੇ ਸੀ ਉਹਨਾਂ 'ਤੇ ਵੀ ਅਸਰ ਹੋਇਆ। ਸਾਰੇ ਸਰੋਵਰਾਂ ਦੀ ਨਿਆਈ ਜਿਹੜੇ ਜਗਿਆਸੂ ਸੀ ਉਹਨਾਂ ਦੇ ਹਿਰਦੇ ਵੀ ਨਕਾ ਨਕ ਭਰ ਗਏ ਗੁਰੂ ਉਪਦੇਸ਼ ਨਾਲ। ਕੋਈ ਵੀ ਸਤਿਗੁਰੂ ਦੇ ਪਾਸ ਆਇਆ ਬਿਰਥਾ ਨਹੀਂ ਜਾਂਦਾ, ਬਿਰਥ ਮਤਲਬ ਖਾਲੀ ਨਹੀਂ ਜਾਏਗਾ। ਸੋ ਇਸ ਪ੍ਰਕਾਰ ਗੁਰੂ ਰੂਪ ਬੱਦਲ ਜਦੋਂ ਵਰਦਾ ਹੈ ਤਾਂ ਉਹਦੀ ਬਖਸ਼ਿਸ਼ ਨਾਲ ਸਾਰੇ ਵਰੋਸਾਏ ਜਾਂਦੇ ਨੇ, ਕੋਈ ਖਾਲੀ ਨਹੀਂ ਜਾਂਦਾ ਹੈ। ਦਇਆ ਧਾਰੀ ਤਿਨ ਸਿਰਜਣਹਾਰੇ। ਤਿਸ ਸਿਰਜਣਹਾਰ ਰਚਣਹਾਰ ਪ੍ਰਮਾਤਮਾ ਨੇ ਆਪ ਹੀ ਦਇਆ ਧਾਰਨ ਕੀਤੀ। ਦਇਆ ਧਾਰ ਕੇ ਕੀ ਕੀਤਾ? ਜੀ ਜੰਤ ਸਗਲੇ ਪ੍ਰਤਪਾਰੇ। ਗੁਰੂ ਦੇ ਨਾਲ ਮਿਲਾਪ ਕਰਾਇਆ ਅਤੇ ਜੀ ਜੰਤ, ਵੱਡੇ ਜੀ ਜੰਤ, ਛੋਟੇ ਸਗਲੇ ਸਾਰਿਆਂ ਦੀ ਪ੍ਰਤਪਾਲਾ ਕੀਤੀ, ਰੱਖਿਆ ਕੀਤੀ। ਮਿਹਰਬਾਨ ਕਿਰਪਾਲ ਦਇਆਲਾ, ਜਿਸ ਨੂੰ ਮਿਹਰ ਕਰਨ ਦੀ ਆਦਤ ਪਈ ਹੋਈ ਹੈ, ਜੋ ਕਿਰਪਾ ਦਾ ਆਲਾ ਘਰ ਹੈ, ਜੋ ਦਇਆਲਾ ਦਇਆ ਦਾ ਘਰ ਹੈ, ਉਸ ਦੀ ਬਖਸ਼ਿਸ਼ ਨਾਲ ਸਗਲੇ ਤ੍ਰਿਪਤ ਅਗਾਏ ਜੀਓ। ਸਾਰੇ ਜਿਹੜੇ ਜੀ ਜੰਤ ਸੀ ਉਹਨਾਂ ਦੀ ਪਿਆਸ ਵੀ ਬੁੱਝ ਗਈ, ਭੁੱਖ ਵੀ ਮਿਟ ਗਈ, ਚੰਗੀ ਤਰ੍ਹਾਂ ਅਗਾ ਗਏ, ਰੱਜ ਗਏ, ਤ੍ਰਿਪਤੀ ਹੋ ਗਈ।
ਮਾਨਸਿਕ ਤੌਰ 'ਤੇ ਵੀ ਰੱਜ ਗਏ। ਇੰਦਰੀਆਂ ਦੀ ਵੀ ਦੌੜ ਭੱਜ ਮੁੱਕ ਗਈ, ਸ਼ਾਂਤੀ ਆ ਗਈ। ਵਣ ਤ੍ਰਿਣ ਤ੍ਰਿਭਵਨ ਕੀ ਤੂਨ ਹਰਿਆ। ਵਣ ਹੁੰਦਾ ਬਿਰਸ਼, ਤ੍ਰਿਣ ਕੱਖ ਤੀਲੇ। ਸੋ ਇਸ ਪ੍ਰਕਾਰ ਵਣ ਦੀ ਨਿਆਈ ਇਹ ਸਰੀਰ ਅਤੇ ਤ੍ਰਿਣ ਇੰਦਰੇ, ਕੱਖਾਂ ਵਰਗੇ ਇੰਦਰੇ। ਤ੍ਰਿਭਵਨ ਤਿੰਨਾਂ ਗੁਣਾਂ ਵਾਲੀ ਸਾਰੀ ਇਹ ਕੁਦਰਤ, ਤਿੰਨੇ ਭਵਨ ਜਿੰਨੇ ਜੀਅ ਜੰਤ ਇੱਥੇ ਵਸਦੇ ਨੇ, ਸਭ ਕੀਤੋਂ ਹਰਿਆ। ਗੁਰੂ ਉਪਦੇਸ਼ ਦੁਆਰਾ ਸਾਰੇ ਹਰੇ ਭਰੇ ਕਰ ਦਿੱਤੇ ਨੇ। ਜਿਹੜੇ ਪਹਿਲਾਂ ਸੁੱਕ ਰਹੇ ਸੀ ਵਿਕਾਰਾਂ ਦੀ ਤਪਸ਼ ਨਾਲ, ਉਹਨਾਂ ਨੂੰ ਹਰਿਆਂ ਭਰਿਆਂ ਕਰ ਦਿੱਤਾ। ਕਰਨਹਾਰ ਖਿਨ ਭੀਤਰ ਕਰਿਆ। ਕਰਨਹਾਰ ਪ੍ਰਮਾਤਮਾ ਜਦੋਂ ਦਇਆ ਦੇ ਘਰ 'ਚ ਆਇਆ ਅਤੇ ਉਹਨੇ ਖਿਨ ਮਾਤਰ ਵਿੱਚ ਹੀ ਐਸਾ ਕਰ ਵਿਖਾਇਆ। ਗੁਰਮੁਖ ਨਾਨਕ ਤਿਸੈ ਅਰਾਧੇ। ਗੁਰਾਂ ਦੇ ਸਨਮੁਖ ਹੋ ਕੇ ਹਜ਼ੂਰ ਕਹਿੰਦੇ ਤਿਸ ਪਰਮਾਤਮਾ ਦਾ ਹੀ ਅਰਾਧਨ ਕਰੀਦਾ ਹੈ। ਮਨ ਕੀ ਆਸ ਪੁਜਾਏ ਜੀਓ। ਉਹ ਵਾਹਿਗੁਰੂ ਅਕਾਲ ਪੁਰਖ ਮਨ ਦੀਆਂ ਸਾਰੀਆਂ ਆਸਾਂ ਪੁਜਾਏ, ਪੂਰੀਆਂ ਕਰਨ ਵਾਲਾ। ਆਸਾ ਜਿਹੜੀ ਚਿਰੋਕਣੀ ਲੰਮੇ ਸਮੇਂ ਤੋਂ ਮਨ ਦੇ ਅੰਦਰ ਇੱਛਾ ਬਣੀ ਹੋਈ ਹੈ, ਉਹ ਆਸਾ। ਅਤੇ ਮਨਸਾ ਜਿਹੜੀ ਖਿਨ ਖਿਨ ਕਾਲ 'ਚ ਬੁੱਧੀ ਅੰਦਰ ਵਾਸ਼ਨਾ ਪੈਦਾ ਹੁੰਦੀ। ਇਸ ਤਰ੍ਹਾਂ ਮਨ ਦੀਆਂ ਆਸਾਵਾਂ ਇੱਛਾਵਾਂ ਪੂਰੀਆਂ ਕਰਨ ਵਾਲੇ ਵਾਹਿਗੁਰੂ ਜੀ ਹਨ। ਅਤੇ ਜੋ ਵਾਹਿਗੁਰੂ ਆਸਾ ਪੂਰੀਆਂ ਕਰਨ ਵਾਲਾ, ਹਜ਼ੂਰ ਕਹਿੰਦੇ ਨੇ ਗੁਰੂ ਦੇ ਸਨਮੁਖ ਹੋ ਕੇ ਉਸੇ ਦਾ ਆਰਾਧਨ ਕਰਨਾ ਚਾਹੀਦਾ ਹੈ। ਮਾਝ ਮਹੱਲਾ ਪੰਜਵਾ। ਪੰਚਮ ਗੁਰਦੇਵ ਸਤਿਗੁਰੂ ਅਰਜਨ ਦੇਵ ਜੀ ਆਪਣੇ ਮੁਖਾਰਬਿੰਦ ਤੋਂ ਅਗਲਾ ਬਚਨ ਉਚਾਰਦੇ ਨੇ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਹੇ ਵਾਹਿਗੁਰੂ, ਤੂੰ ਜੋ ਮੇਰਾ ਆਪਣਾ ਆਤਮਾ ਸਰੂਪ ਹੈ, ਮੇਰੇ ਪਿਤਾ ਦੇ ਥਾਂ ਵੀ ਤੂੰ ਹੀ ਹੈ ਸੱਚੇ ਪਾਤਸ਼ਾਹ। ਮਾਤਾ ਜਨਮ ਦੇ ਕੇ ਬੱਚੇ ਨੂੰ ਲਾੜ ਲਡਾਉਂਦੀ, ਨਿਕਟ ਰਹਿ ਕੇ ਸਾਰਾ ਧਿਆਨ ਰੱਖਦੀ, ਪਰਵਰਿਸ਼ ਕਰਦੀ। ਔਰ ਪਿਤਾ ਵੀ ਆਪਣੇ ਬੱਚਿਆਂ ਵਾਸਤੇ ਬਾਹਰੋਂ ਖੱਟ ਕਮਾ ਕੇ ਸਭ ਕੁਝ ਲਿਆ ਕੇ ਅੱਗੇ ਰੱਖਦਾ। ਮਾਤਾ ਪਿਤਾ ਦੋਵਾਂ ਦਾ ਹੀ ਦਰਜਾ ਬੜਾ ਉੱਚਾ। ਅਤੇ ਸਤਿਗੁਰੂ ਮਹਾਰਾਜ ਕਹਿ ਰਹੇ ਨੇ ਕਿ ਹੇ ਵਾਹਿਗੁਰੂ ਅਕਾਲ ਪੁਰਖ ਜੀ, ਸਾਡੇ ਪਿਤਾ ਦੇ ਥਾਂ ਵੀ ਤੁਸੀਂ ਹੋ ਅਤੇ ਤੂੰ ਹੈ ਮੇਰਾ ਮਾਤਾ। ਤੂੰ ਜੋ ਮੇਰਾ ਮਾਲਕ ਹੈ, ਤੂੰ ਮੇਰੇ ਮਾਤਾ ਦੇ ਥਾਂ ਵੀ ਤੂੰ ਹੀ ਹੈ। ਤੂੰ ਮੇਰਾ ਹੈ ਅਤੇ ਮਾਤਾ ਵੀ ਮੈਂ ਤੈਨੂੰ ਹੀ ਮੰਨਿਆ। ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੁਸੀਂ ਮੇਰੇ ਬੰਧਪ ਸੰਬੰਧੀ ਵੀ ਤੁਸੀਂ ਹੋ ਮਹਾਰਾਜ। ਮੇਰੀ ਰਿਸ਼ਤੇਦਾਰੀ ਤੁਹਾਡੇ ਨਾਲ ਹੀ ਹੈ। ਭਾਵ ਰਿਸ਼ਤੇਦਾਰਾਂ ਦੇ ਥਾਂ 'ਤੇ ਵੀ ਸਭ ਕੁਛ ਤੁਸੀਂ ਹੋ। ਤੂੰ ਮੇਰਾ ਭਰਾਤਾ, ਸਕੇ ਅੰਮਾਂ ਜਾਏ ਭਰਾਵਾਂ ਦਾ ਆਸਰਾ ਬੜਾ ਹੁੰਦਾ ਨਾ। ਮੇਰੇ ਭਰਾ ਵੀ ਤੁਸੀਂ ਹੋ ਸੱਚੇ ਪਾਤਸ਼ਾਹ, ਭਾਵ ਆਸਰਾ ਤੁਹਾਡਾ ਹੀ ਹੈ। ਤੂੰ ਮੇਰਾ ਰਾਖਾ ਸਭਨੇ ਥਾਈਂ। ਲੋਕਾਂ ਨੇ ਆਪਣੇ ਬਾਡੀਗਾਰਡ, ਰਖਵਾਲੇ ਆਦਿਕ ਰੱਖੇ ਹੁੰਦੇ ਨੇ, ਤਾਂ ਹਜ਼ੂਰ ਕਹਿੰਦੇ ਨੇ ਅੰਦਰੋਂ ਅਤੇ ਬਾਹਰੋਂ ਰਾਖੀ ਕਰਨ ਵਾਲੇ ਤੁਸੀਂ ਮੇਰੇ ਰਾਖੇ ਹੋ ਸੱਚੇ ਪਾਤਸ਼ਾਹ ਸਭਨਾਂ ਹੀ ਥਾਵਾਂ 'ਤੇ, ਕਿਉਂਕਿ ਤੁਸੀਂ ਹਰ ਥਾਂ ਮੌਜੂਦ ਹੋ ਨਾ। ਤੂੰ ਸਭਨੇ ਥਾਈਂ ਜਿੱਥਾ ਹੋਂ ਜਾਈ, ਸਾਚਾ ਸਿਰਜਣਹਾਰ ਜੀ, ਜਿਹੜਾ ਹਰ ਥਾਂ ਹੀ ਮੌਜੂਦ ਹੈ। ਜਦੋਂ ਉਹਦੇ ਨਾਲ ਸਾਂਝ ਪੈ ਗਈ ਅਤੇ ਹੈ ਵੀ ਸਰਬ ਸ਼ਕਤੀਮਾਨ, ਸਾਰੀ ਸਮਰੱਥਾ ਉਹਦੇ ਕੋਲ, ਜਿਹੜਾ ਹਰ ਸਮੇਂ, ਹਰ ਜਗ੍ਹਾ 'ਤੇ ਹਰ ਪੱਖ ਤੋਂ ਰਾਖੀ ਕਰ ਸਕਦਾ, ਉਹਦੇ ਨਾਲ ਸਾਂਝ ਪੈ ਗਈ ਅਤੇ ਫਿਰ ਡਰ ਕੋਈ ਨਹੀਂ। ਤੂੰ ਮੇਰਾ ਰਾਖਾ ਸਭਨੇ ਥਾਈਂ। ਜਦੋਂ ਤੁਸੀਂ ਮੇਰੇ ਰਾਖੇ ਹੋ ਸਾਰੀਆਂ ਥਾਵਾਂ, ਜਗ੍ਹਾ, ਸਥਾਨਾਂ 'ਤੇ, ਤਾਂ ਭਉ ਕਿਹਾ ਕਾੜਾ ਜੀ। ਤਾਂ ਸੱਚੇ ਪਾਤਸ਼ਾਹ ਫਿਰ ਡਰ ਕਿਹੋ ਜਿਹਾ ਮੈਨੂੰ ਵਿਆਪੇਗਾ? ਕਾਹਦਾ ਡਰ? ਅਤੇ ਕਾੜਾ ਦਾ ਅਰਥ ਹੈ ਝੋਰਾ, ਚਿੰਤਾ, ਫਿਕਰ। ਮੈਨੂੰ ਕਾਹਦੀ ਚਿੰਤਾ, ਕਾਹਦਾ ਫਿਕਰ ਜਦੋਂ ਤੁਸੀਂ ਮੇਰੇ ਰਖਵਾਲੇ ਹੋ। ਦਾਸ ਨੂੰ ਇੱਕ ਬਚਨ ਯਾਦ ਆ ਗਿਆ ਇਸ ਸੰਬੰਧ ਵਿੱਚ। ਭਿੰਡਰਾਂ ਵਿਖੇ, ਭਿੰਡਰ ਕਲਾਂ ਜੋ ਫਿਰੋਜ਼ਪੁਰ ਜ਼ਿਲ੍ਹੇ 'ਚ ਆ ਨਾ, ਸੰਤ ਸੁੰਦਰ ਸਿੰਘ ਖਾਲਸਾ ਦੀ ਜ਼ਮੀਨ 'ਚ ਸਥਾਨ ਬਣਿਆ ਅਖੰਡ ਪ੍ਰਕਾਸ਼ ਗੁਰਦੁਆਰਾ ਸਾਹਿਬ। ਉੱਥੇ ਇੱਕ ਵਾਰੀ ਦਾਸ ਗਿਆ ਅਤੇ ਬਾਪੂ ਨਾਜਰ ਸਿੰਘ ਜੀ ਬਜ਼ੁਰਗ ਹੋਏ ਸੀ ਉਦੋਂ, ਦਾਸ ਨੂੰ ਮਿਲੇ ਅਤੇ ਮੈਂ ਉਹਨਾਂ ਨੂੰ ਕਿਹਾ ਜੀ ਕੋਈ ਹੱਡ ਬੀਤਿਆ ਬਚਨ ਸੁਣਾਓ। ਕਹਿਣ ਲੱਗੇ ਹਾਂ ਸੁਣਾਓ ਨਾ। ਹੋਰ ਵੀ ਜਿੱਥੇ ਉਹਨਾਂ ਬਚਨ 2-3 ਸੁਣਾਏ ਬੜੇ ਕਮਾਲ ਦੇ। ਇੱਕ ਬਚਨ ਉਹਨਾਂ ਇਹ ਸੁਣਾਇਆ ਕਿ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੇ ਮੇਰੀ ਜ਼ਿੰਮੇਵਾਰੀ ਲਾ ਦਿੱਤੀ ਲੰਗਰ ਦੀ, ਯਾਨੀ ਲੰਗਰ ਦੇ ਪ੍ਰਬੰਧ ਦਾ ਜਥੇਦਾਰ ਮੈਨੂੰ ਥਾਪ ਦਿੱਤਾ। ਅਤੇ ਜਦੋਂ ਇਹ ਜ਼ਿੰਮੇਵਾਰੀ ਮੈਨੂੰ ਮਿਲੀ ਅਤੇ ਮੈਂ ਚਿੰਤਾਗ੍ਰਸਤ ਰਹਿਣ ਲੱਗ ਪਿਆ। ਬਹੁਤ ਜ਼ਿਆਦਾ ਚਿੰਤਾ ਮੈਨੂੰ ਵਿਆਪਦੀ ਸੀ। ਕਈ ਵਾਰੀ 1-2 ਟਰੱਕ ਭਰ ਕੇ ਸੰਗਤ ਦੇ ਆ ਜਾਣੇ, ਮੈਨੂੰ ਹੱਥਾਂ ਪੈਰਾਂ 'ਤੇ ਪੈ ਜਾਣੀ ਵੀ ਦਾਲ ਸਬਜ਼ੀ ਨਾ ਮੁੱਕ ਜਾਏ, ਪ੍ਰਸ਼ਾਦੇ ਨਾ ਮੁੱਕ ਜਾਣ, ਛੇਤੀ ਛੇਤੀ ਪਕਾਏ ਜਾਣ, ਵੇਖੀਏ ਲੰਗਰ ਵਿੱਚ ਰਸਦਾਂ ਬਸਤਾਂ ਸਾਰੀਆਂ ਹਨ, ਕੋਈ ਮੁੱਕੀ ਤਾਂ ਨਹੀਂ। ਅਤੇ ਮੈਂ ਇਸ ਤਰ੍ਹਾਂ ਚਿੰਤਾਗ੍ਰਸਤ ਰਹਿਣ ਲੱਗ ਪਿਆ ਅਤੇ ਮਨ 'ਚ ਵਿਚਾਰਾਂ ਵੀ ਇਹ ਤਾਂ ਮੇਰੇ ਗਲ ਪੁਆੜਾ ਹੀ ਪੈ ਗਿਆ। ਔਰ
ਸੰਤ ਗੁਰਬਚਨ ਸਿੰਘ ਖਾਲਸਾ ਜੀ ਇੱਕ ਵਾਰੀ ਪ੍ਰਚਾਰ ਦੌਰੇ ਤੋਂ ਆਏ ਅਤੇ ਉਹ ਆਪਣੇ ਆਸਣ 'ਤੇ ਕਮਰੇ ਵਿੱਚ ਨਹੀਂ ਗਏ, ਸਿੱਧੇ ਲੰਗਰ ਅਸਥਾਨ 'ਤੇ ਆ ਗਏ। ਕਹਿੰਦੇ ਮੈਂ ਉਹਨਾਂ ਨੂੰ ਫਤਿਹ ਬੁਲਾਉਣੀ ਸੀ, ਮੈਂ ਫਤਿਹ ਬੁਲਾਈ, ਉਹਨਾਂ ਫਤਿਹ ਦਾ ਜਵਾਬ ਦਿੱਤਾ ਹੱਥ ਜੋੜ ਕੇ, ਔਰ ਮੇਰੇ ਵੱਲ ਤੱਕਿਆ ਅਤੇ ਬਚਨ ਕੀਤਾ, ਭਾਈ ਨਾਜਰ ਸਿੰਘ ਜੀ ਤੁਸੀਂ ਚਿੰਤਾ ਬੜੀ ਕਰਦੇ ਹੋ। ਇਹੀ ਵਰਡਿੰਗ ਉਹਨਾਂ ਦੀ ਹੁੰਦੀ ਸੀ, ਭਾਈ ਅਤੇ ਜੀ ਸ਼ਬਦ ਸਾਰੇ ਸਿੰਘਾਂ ਨੂੰ ਬੋਲਦੇ ਸਨ। ਉਹ ਆਪਣੇ ਭਰਾ ਸਮਝ ਕੇ ਸਤਿਕਾਰ ਦਿੰਦੇ ਸੀ, ਆਪ ਵੱਡੇ ਅਤੇ ਦੂਜਿਆਂ ਨੂੰ ਛੋਟਾ ਨਹੀਂ ਸੀ ਸਮਝਦੇ। ਭਾਈ ਨਾਜਰ ਸਿੰਘ ਜੀ ਤੁਸੀਂ ਚਿੰਤਾ ਬੜੀ ਕਰਦੇ ਹੋ। ਕਹਿੰਦੇ ਮੈਂ ਹੱਸ ਕੇ ਕਿਹਾ, ਹਾਂਜੀ ਜ਼ਿੰਮੇਵਾਰੀ ਜੋ ਤੁਸੀਂ ਦੇ ਦਿੱਤੀ ਮੈਨੂੰ ਤਾਂ ਚਿੰਤਾ ਤਾਂ ਹੋਏਗੀ। ਤਾਂ ਜਦੋਂ ਮੈਂ ਇੰਝ ਕਿਹਾ ਤਾਂ ਮੈਨੂੰ ਕਹਿਣ ਲੱਗੇ ਆਪਣੇ ਸੱਜੇ ਪਾਸੇ ਜ਼ਰਾ ਝਾਕ। ਕਹਿੰਦੇ ਮੈਂ ਸੱਜੇ ਪਾਸੇ ਵੇਖਿਆ ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਰੂਪ ਦਾ ਮੈਨੂੰ ਦਰਸ਼ਨ ਹੋਇਆ। ਮੇਰੇ ਤਾਂ ਨੇਤਰ ਬੰਦ ਹੋ ਗਏ, ਮੈਂ ਤਾਬ ਨਾ ਝੱਲ ਸਕਿਆ, ਇੰਨਾ ਪ੍ਰਕਾਸ਼ ਸੀ। ਉਹ ਦੱਸਦੇ ਸੀ ਵੀ ਜਿਵੇਂ ਸੋਨੇ ਦਾ ਗੁੰਬਦ ਹੁੰਦਾ ਗੁਰਦੁਆਰਾ ਸਾਹਿਬ ਅਤੇ ਉਹਦੇ ਉੱਪਰ ਲਾਲ ਸੂਹਾ ਰੰਗ ਕੀਤਾ ਹੋਵੇ, ਉਹਦੇ ਉੱਪਰ ਸੂਰਜ ਚੜ੍ਹਦਾ ਸੂਰਜ ਜਿਸ ਵੇਲੇ ਪਵੇ ਅਤੇ ਉਹ ਜਿਸ ਤਰ੍ਹਾਂ ਦੀ ਚਮਕ ਦਮਕ ਹੈ ਇੰਝ ਹੋਇਆ। ਨੇਤਰ ਬੰਦ ਹੋ ਗਏ ਅਤੇ ਕੁਝ ਸਮੇਂ ਬਾਅਦ ਮੇਰੇ ਮੋਢੇ 'ਤੇ ਹੱਥ ਰੱਖਿਆ ਮਹਾਂਪੁਰਸ਼ਾਂ ਨੇ। ਕਹਿੰਦੇ ਭਾਈ ਨਾਜਰ ਸਿੰਘ ਨੇਤਰ ਖੋਲ੍ਹੋ। ਤਾਂ ਫਿਰ ਕਿਹਾ ਅਤੇ ਅਸੀਂ ਸਾਰੀ ਚਿੰਤਾ ਗੁਰੂ ਕਲਗੀਧਰ ਦੇ ਚਰਨਾਂ 'ਚ ਅਰਪਣ ਕੀਤੀ ਹੋਈ ਹੈ, ਅਸੀਂ ਚਿੰਤਾ ਨਹੀਂ ਕਰਦੇ ਅਤੇ ਤੁਸੀਂ ਵੀ ਅੱਜ ਤੋਂ ਬਾਅਦ ਚਿੰਤਾ ਨਹੀਂ ਕਰਨੀ। ਇਹ ਗੁਰੂ ਕਲਗੀਧਰ ਪਾਤਸ਼ਾਹ ਦਾ ਲੰਗਰ ਹੈ, ਉਸੇ ਦੇ ਸਿੰਘ ਹਨ, ਉਸੇ ਦੀ ਸੰਗਤ ਹੈ, ਉਹਦੀਆਂ ਰਸਦਾਂ ਬਸਦਾਂ ਸਭ, ਅਤੇ ਇਹ ਚੱਲਦਾ ਰਹੇਗਾ, ਕੋਈ ਫਿਕਰ ਕਰਨ ਦੀ ਲੋੜ ਨਹੀਂ, ਆਪਣੇ ਆਪ ਹੀ ਪ੍ਰਬੰਧ ਚੱਲਦੇ ਰਹਿੰਦੇ ਨੇ, ਤੁਸੀਂ ਚਿੰਤਾ ਛੱਡ ਦਿਓ। ਇੰਝ ਮੇਰੀ ਚਿੰਤਾ ਉਹਨਾਂ ਦੂਰ ਕੀਤੀ। ਸੋ ਇਸ ਤਰ੍ਹਾਂ ਦੀ ਜਿਹਦੇ ਅੰਦਰ ਭਾਵਨਾ, ਜਿਸ ਨੂੰ ਐਸਾ ਗਿਆਨ ਹੈ ਕਿ ਵਾਹਿਗੁਰੂ ਜੀ ਸਭਨਾ ਥਾਵਾਂ 'ਤੇ ਸਾਡੇ ਰਖਵਾਲੇ ਨੇ, ਫਿਰ ਡਰ ਵੀ ਕੋਈ ਨਹੀਂ ਅਤੇ ਕਾੜਾ ਸੋਗ ਫਿਕਰ ਚਿੰਤਾ ਵੀ ਨਹੀਂ ਹੈ ਜੀ। ਤੁਮਰੀ ਕਿਰਪਾ ਤੇ ਤੁਧ ਪਛਾਣਾ, ਹੈ ਵਾਹਿਗੁਰੂ ਜੀ ਉਂਝ ਇਹ ਗਿਆਨ ਇਹ ਸਮਝ ਪ੍ਰਾਪਤ ਹੀ ਨਹੀਂ ਹੁੰਦੀ ਤੁਹਾਡੀ ਕਿਰਪਾ ਤੋਂ ਬਗੈਰ। ਤੁਹਾਡੀ ਕਿਰਪਾ ਕਰਕੇ ਹੀ ਮੈਂ ਤੁਹਾਨੂੰ ਪਛਾਣਿਆ ਹੈ, ਤੁਹਾਨੂੰ ਪਛਾਣਦਾ ਹਾਂ, ਤੁਹਾਡੀ ਮੈਨੂੰ ਜਾਣਕਾਰੀ ਹੋਈ ਹੈ ਤੁਹਾਡੀ ਕਿਰਪਾ ਦੁਆਰਾ। ਤੁਸਾਂ ਹੀ ਇਹ ਗਿਆਨ ਬਖਸ਼ਿਆ। ਤੂੰ ਮੇਰੀ ਓਟ, ਤੂੰ ਹੈ ਮੇਰਾ ਮਾਣਾ, ਤੁਸੀਂ ਹੀ ਮੇਰੀ ਓਟ ਮਤਲਬ ਆਸਰਾ ਸਹਾਰਾ ਟੇਕ ਹੋ, ਅਤੇ ਤੁਸੀਂ ਹੀ ਮੇਰਾ ਮਾਣ ਰੂਪ ਹੋ। ਭਾਵ ਮੈਨੂੰ ਮਾਣ ਤੁਹਾਡੇ 'ਤੇ ਹੈ, ਮੇਰਾ ਹੋਰ ਕੋਈ ਮਾਣ ਨਹੀਂ, ਕਿਸੇ ਚੀਜ਼ ਦਾ ਮੈਨੂੰ ਮਾਣ ਨਹੀਂ, ਕਿਸੇ ਮਨੁੱਖ 'ਤੇ ਮੇਰੀ ਟੇਕ ਓਟ ਆਸਰਾ ਕਿਸੇ ਦਾ ਮਾਣ ਨਹੀਂ। ਤੁਝ ਬਿਨ ਦੂਜਾ ਅਵਰ ਨਾ ਕੋਈ, ਤੁਹਾਡੇ ਤੋਂ ਬਗੈਰ ਦੂਜਾ ਅਵਰ ਹੋਰ ਕੋਈ ਨਹੀਂ ਹੈ ਤੁਹਾਡੇ ਵਰਗਾ, ਜਾਂ ਮੈਨੂੰ ਤੁਹਾਡੇ ਵਰਗਾ ਸਮਰੱਥਾਵਾਨ ਰੱਖਿਆ ਕਰਨ ਵਾਲਾ, ਬਖਸ਼ਿਸ਼ਾਂ ਕਰਨ ਵਾਲਾ ਨਹੀਂ ਹੋਰ ਲੱਭਦਾ। ਸਭ ਤੇਰਾ ਖੇਲ ਅਖਾੜਾ ਜੀਓ, ਇਹ ਸੰਸਾਰ ਦਾ ਜੋ ਤਮਾਸ਼ਾ ਹੈ ਇਹ ਸਭ ਤੁਹਾਡਾ ਅਖਾੜਾ ਹੈ। ਜਿਵੇਂ ਅਖਾੜੇ ਵਿੱਚ ਪਹਿਲਵਾਨ ਕੁਸ਼ਤੀਆਂ ਕਰਨ ਆਉਂਦੇ ਨੇ, ਪਿੱਛੇ ਸ੍ਰੀ ਰਾਗ ਵਿੱਚ ਬਚਨ ਆ ਚੁੱਕਾ ਹੈ ਭਈ ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀ ਆ ਦਈਓ ਬੈਠਾ ਵੇਖਿਆ ਆਪ ਜੀਓ। ਇੱਥੇ ਵੀ ਅਖਾੜਾ ਕਿਹਾ ਵੀ ਇਹ ਸੰਸਾਰ ਜੋ ਤਮਾਸ਼ਾ ਖੇਡ ਆ ਨਾ, ਇਹ ਤੁਹਾਡਾ ਹੀ ਪਸਾਰਿਆ ਹੋਇਆ ਤਮਾਸ਼ਾ ਅਤੇ ਅਖਾੜਾ ਹੈ। ਇਹਦੇ ਵਿੱਚ ਜੀ ਕੁਸ਼ਤੀਆਂ ਲੜ ਰਹੇ ਨੇ। ਸੋ ਇਸ ਪ੍ਰਕਾਰ ਆਪੋ ਆਪਣੇ ਕਰਮ ਕਰ ਰਹੇ ਨੇ। ਜੀ ਜੰਤ ਸਭ ਤੁਧ ਉਪਾਏ, ਹੇ ਵਾਹਿਗੁਰੂ ਜੀ ਜਿੰਨੇ ਵੀ ਜੀਵ ਹਨ, ਉੱਚੇ ਜੰਤ ਛੋਟੇ, ਵੱਡੇ ਛੋਟੇ ਜਿੰਨੇ ਜੀ ਜੰਤ ਹਨ, ਸਾਰੇ ਤੁਧ ਤੁਸਾਂ ਹੀ ਉਪਾਏ ਪੈਦਾ ਕੀਤੇ ਰਚੇ ਹਨ। ਜਿਤ ਜਿਤ ਭਾਣਾ ਤਿਤ ਤਿਤ ਲਾਏ, ਜਿੱਧਰ ਜਿੱਧਰ ਨੂੰ ਤੁਸੀਂ ਉਹਨਾਂ ਨੂੰ ਲਾਉਣਾ ਚਾਹੁੰਦੇ ਹੋ, ਤੁਹਾਡਾ ਭਾਣਾ ਤੁਹਾਡਾ ਹੁਕਮ ਰਜਾ ਹੈ ਨਾ, ਜਿਸ ਜਿਸ ਪਾਸੇ ਤਿਤ ਤਿਤ ਲਾਏ, ਉਸ ਪਾਸੇ ਤੁਸੀਂ ਜੀਵ ਲਾਏ ਹੋਏ ਨੇ। ਸਭ ਕਿਛ ਕੀਤਾ ਤੇਰਾ ਹੋਆ, ਮਤ ਸੋਚੀਏ ਕਿ ਕਿਸ ਦਾ ਕੀਤਾ ਕੁਛ ਹੁੰਦਾ। ਜਿਵੇਂ ਗੁਰੂ ਰਾਮਦਾਸ ਮਹਾਰਾਜ ਦਾ ਬਚਨ ਹੈ, ਕੀਤਾ ਕਰਨਾ ਸਰਬ ਰਜਾਈ, ਕਿਛ ਕੀਤਾ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੈ, ਜਿਉ ਹਰ ਭਾਵੈ ਤਿਉ ਰੱਖੀਐ। ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਕਹਿ, ਜਿਉ ਭਾਵੈ ਤਿਵੈ ਬਖਸ਼। ਇਸ ਪ੍ਰਕਾਰ ਹੀ ਇੱਥੇ ਬਚਨ ਕੀਤਾ ਜਾ ਰਿਹਾ ਹੈ ਕਿ ਸਭ ਕੁਛ ਕੀਤਾ ਤੇਰਾ ਹੋਵੇ, ਤੁਹਾਡਾ ਕੀਤਾ ਹੀ ਸਭ ਕੁਛ ਹੁੰਦਾ ਹੈ। ਨਾ ਹੀ ਕਿਛ ਅਸਾੜਾ ਜੀਓ, ਅਸਾੜਾ ਮੈਨੇ ਅਸਾਡਾ, ਸਾਡਾ ਕੁਛ ਵੀ ਨਹੀਂ ਹੈ, ਅਸਾਡਾ ਕੀਤਾ ਕੁਛ ਨਹੀਂ ਹੁੰਦਾ ਮਹਾਰਾਜ, ਸਭ ਕੁਛ ਤੁਹਾਡਾ ਕੀਤਾ ਵਰਤ ਰਿਹਾ। ਨਾਮ ਧਿਆਏ ਮਹਾਂ ਸੁਖ ਪਾਇਆ, ਤੁਹਾਡੇ ਨਾਮ ਦਾ ਸਿਮਰਨ ਕਰਕੇ ਅਸੀਂ ਮਹਾਨ ਉੱਚੇ ਸੁਖ ਦੀ ਪ੍ਰਾਪਤੀ ਕੀਤੀ ਹੈ।
ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ। ਸੰਸਾਰ ਦਾ ਹਰ ਬਸ਼ਰ ਸੁਖ ਦੀ ਭਾਲ ਵਿੱਚ ਹੈ, ਪਰ ਅਗਿਆਨਤਾ ਵਸ ਸੁਖ ਦੀ ਕਲਪਨਾ ਹੋਰ ਕੀਤੀ, ਸੁਖ ਦੀ ਪਰਿਭਾਸ਼ਾ ਹੋਰ ਘੜੀ ਹੋਈ ਅਸੀਂ ਵੀ ਆਹ ਚੀਜ਼ ਮਿਲ ਗਈ ਸੁਖ ਹੋ ਗਿਆ, ਆਹ ਚੀਜ਼ ਮਿਲ ਗਈ ਸੁਖ ਹੋਵੇਗਾ, ਸੁਖ ਹੋਵੇਗਾ, ਸੁਖ ਹੋਵੇਗਾ। ਪਰ ਵਾਹਿਗੁਰੂ ਨੂੰ ਛੱਡ ਕੇ ਜਿਹੜਾ ਦੂਜਾ ਪੱਖ ਹੈ ਨਾ ਸੰਸਾਰ ਵਾਲਾ, ਜਿੱਥੇ ਅਸੀਂ ਕਲਪਨਾ ਕੀਤੀ ਕਿ ਇੱਥੋਂ ਸੁਖ ਮਿਲੇਗਾ, ਇਹ ਸੁਖ ਹੈ ਹੀ ਨਹੀਂ। ਸੰਸਾਰ ਹੈ ਹੀ ਦੁੱਖ ਰੂਪ ਹੈ। ਸੁਖ ਤਾਂ ਵਾਹਿਗੁਰੂ ਦਾ ਨਾਮ ਹੈ। ਨਾਮ ਵਿੱਚ ਸੁਰਤ ਜੁੜ ਜਾਏ ਤੇ ਪ੍ਰਮਾਤਮਾ ਦਾ ਗਿਆਨ ਹੋ ਜਾਏ। ਪ੍ਰਮਾਤਮਾ ਖੁਦ ਹੀ ਸੁਖ ਸਰੂਪ ਹੈ, ਉਹ ਹਮੇਸ਼ਾ ਸੁਖ ਸਰੂਪ ਹੈ। ਉਹਦੇ ਚਰਨਾਂ 'ਚ ਜੁੜੇ ਸੁਖ ਹੈ, ਹੋਰ ਸੁਖ ਹੈ ਹੀ ਕਿਤੇ ਨਹੀਂ। ਇਸ ਕਰਕੇ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦਾ ਨਾਮ ਸਿਮਰ ਕੇ ਹੀ ਮਹਾਨ ਸੁਖ ਦੀ ਪ੍ਰਾਪਤੀ ਕੀਤੀ ਹੈ। ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ। ਵਾਹਿਗੁਰੂ ਦੇ ਗੁਣ ਗਾਉਂਦਿਆਂ ਹੋਇਆਂ ਮੇਰਾ ਜੋ ਮਨ ਹੈ ਇਹ ਸੀਤ ਲਾਇਆ, ਠੰਡਾ ਠਾਰ ਹੋ ਗਿਆ ਹੈ। ਭਾਵ ਸ਼ਾਂਤੀ ਆ ਗਈ ਹੈ, ਤੜਪ ਨਹੀਂ ਰਹਿ ਗਈ ਅੰਦਰ। ਗੁਰ ਪੂਰੈ ਵਜੀ ਵਧਾਈ। ਪੂਰਿਆਂ ਗੁਰਾਂ ਦੁਆਰਾ ਹਿਰਦੇ ਦੇ ਅੰਦਰ ਵਧਾਈਆਂ ਵੱਜੀਆਂ। ਵਧਾਈ ਖੁਸ਼ੀ ਦਾ ਵਾਚਕ ਹੈ। ਪੂਰਿਆਂ ਗੁਰਾਂ ਦੁਆਰਾ ਹਿਰਦੇ ਦੇ ਅੰਦਰ ਖੁਸ਼ੀਆਂ ਵੱਜ ਗਈਆਂ ਹਨ। ਨਾਨਕ ਜਿੱਤਾ ਬਿਖਾੜਾ ਜੀਓ। ਜਿਹੜਾ ਸੰਸਾਰ ਦੇ ਵਿੱਚੋਂ ਅਸੀਂ ਜਿੱਤ ਪ੍ਰਾਪਤ ਕੀਤੀ ਹੈ ਨਾ, ਹਾਰ ਚੱਲੇ ਗੁਰਮੁਖ ਜਗ ਜੀਤਾ। ਇਸ ਜਗਤ ਵਿੱਚੋਂ ਦੁਨੀਆ ਦੀ ਨਜ਼ਰ ਵਿੱਚ ਤੇ ਗੁਰਮੁਖ ਹਾਰ ਕੇ ਗਏ, ਪਰ ਅਸਲ ਵਿੱਚ ਸਾਰੇ ਜਗਤ ਨੂੰ ਜਿੱਤ ਗਿਆ ਗੁਰਮੁਖ। ਹੰਕਾਰ ਵੱਲੋਂ ਹਾਰ ਕੇ, ਨਿਮਰਤਾ ਧਾਰ ਕੇ ਸਾਰਾ ਜਗਤ ਹੀ ਉਹਨੇ ਜਿੱਤ ਲਿਆ, ਜਿਹਨੇ ਮਨ ਜਿੱਤ ਲਿਆ। ਅਤੇ ਬਿਖਾੜਾ ਦਾ ਅਰਥ ਹੈ ਬਹੁਤ ਕਠਿਨ। ਬਿਖੜਾ ਸ਼ਬਦ ਤੋਂ ਬਣਿਆ ਬਿਖਾੜਾ। ਕਠਿਨ ਸੀ ਜਿਹੜੀ ਜਿੱਤ ਪ੍ਰਾਪਤ ਕਰਨੀ, ਉਹ ਪੂਰਿਆਂ ਗੁਰਾਂ ਦੁਆਰਾ ਅਸੀਂ ਪ੍ਰਾਪਤ ਕੀਤੀ ਹੈ। ਬਿਖਾੜਾ ਖੇਡ ਔਖੇ ਖੇਡ ਸੀ, ਔਖਾ ਖੇਲ ਸੀ ਜਿਹੜਾ ਅਸੀਂ ਜਿੱਤ ਲਿਆ। ਅਤੇ ਪੂਰਿਆਂ ਗੁਰਾਂ ਦੁਆਰਾ ਹੁਣ ਸਾਡੇ ਹਿਰਦੇ ਦੇ ਅੰਦਰ ਖੁਸ਼ੀਆਂ ਦੀ ਰੁਣ ਝੁਣਕਾਰ ਹੋ ਰਹੀ ਹੈ। ਮਾਝ ਮਹੱਲਾ ਪੰਜਵਾ। ਪੰਚਮ ਗੁਰਦੇਵ ਸਤਿਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾਉਂਦੇ ਨੇ, ਜੀ ਪ੍ਰਾਣ ਪ੍ਰਭ ਮਨਹਿ ਆਧਾਰਾ। ਜੀ ਜਿੰਦ ਦਾ, ਪ੍ਰਾਣ ਸਵਾਸਾਂ ਦਾ ਅਤੇ ਮਨ ਦਾ ਆਧਾਰ ਵਾਹਿਗੁਰੂ ਪਰਮਾਤਮਾ ਹੀ ਹੈ। ਪ੍ਰਭੂ ਹੀ ਸਾਡੀ ਜਿੰਦ ਦਾ ਆਧਾਰ ਹੈ। ਪ੍ਰਭੂ ਹੀ ਸਾਡੇ ਸਵਾਸਾਂ ਦਾ ਆਧਾਰ ਹੈ। ਪ੍ਰਭੂ ਹੀ ਸਾਡੇ ਮਨ ਨੂੰ ਆਸਰਾ ਦੇਣ ਵਾਲਾ। ਭਗਤ ਜੀਵਹਿ ਗੁਣ ਗਾਏ ਅਪਾਰਾ। ਜੋ ਵਾਹਿਗੁਰੂ ਜੀ ਦੇ ਭਗਤ ਹਨ ਉਹ ਅਪਾਰ ਬੇਅੰਤ ਪਰਮਾਤਮਾ ਦੇ ਗੁਣ ਗਾ ਕੇ ਜਿਉਂਦੇ ਹਨ। ਇੱਕ ਤਾਂ ਅਰਥ ਇਹ ਹੈ ਕਿ ਆਤਮਿਕ ਜੀਵਨ ਮਿਲਦਾ। ਇੱਕ ਅਰਥ ਇਹ ਹੈ ਕਿ ਉਹਨਾਂ ਦੀ ਅਵਸਥਾ ਇਹ ਹੈ ਕਿ ਜੇ ਵਾਹਿਗੁਰੂ ਦਾ ਨਾਮ ਨਾ ਜਪਣ, ਗੁਣ ਨਾ ਗਾਉਣ, ਤਾਂ ਇੰਜ ਪ੍ਰਤੀਤ ਹੁੰਦਾ ਕਿ ਮਰ ਚੱਲਿਆ। ਗੁਣ ਨਿਧਾਨ ਅੰਮ੍ਰਿਤ ਹਰ ਨਾਮਾ। ਸਾਰੇ ਗੁਣਾਂ ਦਾ ਖਜ਼ਾਨਾ, ਆਤਮਿਕ ਮੌਤ ਨੂੰ ਮਾਰ ਦੇਣ ਵਾਲਾ ਹਰੀ ਦਾ ਨਾਮ ਹੈ। ਹਰ ਧਿਆਏ ਧਿਆਏ ਸੁਖ ਪਾਇਆ ਜੀਉ। ਐਸੇ ਅੰਮ੍ਰਿਤ ਨਾਮ ਹਰੀ ਪ੍ਰਮਾਤਮਾ ਨੂੰ ਧਿਆ ਧਿਆ ਕੇ, ਅਰਾਧ ਅਰਾਧ ਕੇ, ਸਿਮਰ ਸਿਮਰ ਕੇ ਆਤਮਿਕ ਸੁਖ ਪਾਇਆ ਹੈ ਜੀ। ਮਨਸਾ ਧਾਰ ਜੋ ਘਰ ਤੇ ਆਵੈ। ਮਨਸਾ ਇੱਛਾ ਧਾਰਨ ਕਰਕੇ, ਆਸਾ ਧਾਰਨ ਕਰਕੇ ਜਿਹੜਾ ਘਰ 'ਚੋਂ ਚੱਲ ਕੇ ਆਉਂਦਾ ਹੈ ਗੁਰੂ ਮਹਾਰਾਜ ਦੀ ਸ਼ਰਨ। ਸਾਧ ਸੰਗ ਜਨਮ ਮਰਨ ਮਿਟਾਵੈ। ਸਾਧ ਸਤਸੰਗਤ, ਸਾਧੂ ਸੁਧਰੇ ਹੋਏ ਮਨ ਵਾਲਿਆਂ ਦੀ ਸੰਗਤ, ਸਾਧ ਸਤਿਗੁਰਾਂ ਦੀ ਸੰਗਤ ਵਿੱਚ ਆਪਣਾ ਜਨਮ ਮਰਨ ਦਾ ਦੁੱਖ ਉਹ ਮਿਟਾ ਲੈਂਦਾ ਹੈ। ਜਿਹਨੇ ਆਸ਼ਾ ਹੀ ਨਹੀਂ ਧਾਰਨ ਕੀਤੀ ਕਿ ਇਹ ਮਿਟੇ, ਉਹਦਾ ਨਹੀਂ ਮਿਟੇਗਾ, ਕਿਉਂਕਿ ਹੋਰ ਚੀਜ਼ਾਂ ਮੰਗ ਰਿਹਾ ਉਹ ਮਿਲ ਜਾਣਗੀਆਂ। ਤਿਆਰ ਹੋਣਾ ਪਏਗਾ ਗੁਰੂ ਦੇ ਉਪਦੇਸ਼ ਦੀ ਸੱਟ ਦੁਆਰਾ। ਸੱਟਾਂ ਖਾ ਖਾ ਕੇ ਮਨ ਨੂੰ ਤਿਆਰ ਕਰਨਾ ਪਏਗਾ, ਇਸ ਆਸਾ 'ਚ ਲਿਆਉਣਾ ਪਏਗਾ। ਜਿਹੜਾ ਹਿਰਦੇ 'ਚ ਮਨਸਾ ਇੱਛਾ ਧਾਰ ਕੇ ਘਰੋਂ ਆਉਂਦਾ ਹੈ, ਉਹ ਸਾਧ ਸੰਗਤ ਵਿੱਚ ਗੁਰੂ ਕੀ ਸੰਗਤ 'ਚ ਆ ਕੇ ਆਪਣਾ ਜਨਮ ਮਰਨ ਮਿਟਾ ਲੈਂਦਾ ਹੈ। ਆਸ ਮਨੋਰਥ ਪੂਰਨ ਹੋਵੇ, ਭੇਟਤ ਗੁਰ ਦਰਸਾਇਆ ਜੀਓ। ਸਤਿਗੁਰੂ ਮਹਾਰਾਜ ਦਾ ਦਰਸ਼ਨ ਕਰਨ ਨਾਲ, ਮਿਲ ਕੇ ਸਤਸੰਗਤ ਵਿੱਚ ਭੇਟਣਾ ਹੁੰਦਾ, ਮਿਲਣਾ, ਅਤੇ ਗੁਰੂ ਮਹਾਰਾਜ ਦੇ ਦਰਸ਼ਨ ਕਰ ਲੈਣੇ। ਇਹਦੇ ਨਾਲ ਆਸਾ ਵੀ ਪੂਰਨ ਹੁੰਦੀ ਹੈ ਅਤੇ ਮਨੋਰਥ ਦਾ ਅਰਥ ਹੈ ਮਨੋਰਾਜ, ਸੰਕਲਪ, ਮਨ ਦੇ ਮਨੋਰਥ, ਉਹ ਵੀ ਸਾਰੇ ਪੂਰਨ ਹੋ ਜਾਂਦੇ ਹਨ। ਅਗਮ ਅਗੋਚਰ ਕਿਛ ਮਿਤ ਨਹੀਂ ਜਾਣੀ। ਵਾਹਿਗੁਰੂ ਪਰਮਾਤਮਾ ਮਨ ਦੀ ਪਹੁੰਚ ਤੋਂ ਪਰੇ ਹੈ। ਗਮਤਾ ਨਹੀਂ ਹੁੰਦੀ, ਮਨ ਨਹੀਂ ਗਮਨ ਕਰ ਸਕਦਾ ਉੱਥੋਂ ਤੱਕ। ਅਗੋਚਰ ਇੰਦਰੀਆਂ ਤੋਂ ਅਵਿਸ਼ੇ ਹੈ। ਇੰਦਰੀਆਂ ਦਾ ਵਿਸ਼ਾ ਨਹੀਂ ਵਾਹਿਗੁਰੂ। ਕਿਛ ਮਿਤ ਨਹੀਂ ਜਾਣੀ।
ਉਸ ਪਰਮਾਤਮਾ ਦੀ ਮਿੱਤ ਮਿਣਤੀ ਨੂੰ ਜਾਂ ਮਿੱਤ ਮਰਿਆਦਾ ਨੂੰ ਨਹੀਂ ਅਸੀਂ ਜਾਣਿਆ। ਸਾਧਕ ਸਿੱਧ ਧਿਆਵਹਿ ਗਿਆਨੀ, ਸਾਧਕ ਸਾਧਨਾ ਵਿੱਚ ਲੱਗੇ ਹੋਏ ਤੇ ਸਿੱਧ ਸਾਧਨਾ ਕਰ ਕਰਕੇ ਪੁੱਗੇ ਹੋਏ ਜਿਹੜੇ ਯੋਗੀ ਨੇ। ਸਿੱਧ ਵਹਿ ਸਿੱਧ ਪੁਰਸ਼ ਦਾ ਅਰਥ ਇਹ ਹੀ ਹੈ ਕਾਮਯਾਬ ਸਫਲਾ ਹੋ ਗਿਆ, ਜੋ ਜਿਹਦੀ ਘਾਲ ਕਮਾਈ ਸਫਲੀ ਹੋ ਚੁੱਕੀ ਹੈ, ਮੁਕਾਮ ਤੇ ਟਿਕਾਣੇ ਤੇ ਪੁੱਜ ਚੁੱਕਾ, ਉਹ ਸਿੱਧ। ਪਰ ਯੋਗੀਆਂ ਵਿੱਚੋਂ ਉਹ ਸਿੱਧ ਮੰਨਦੇ ਨੇ ਤੇ ਜਿਹੜੇ ਯੋਗਾ ਅਭਿਆਸ ਦੀ ਕਮਾਈ ਕਰਕੇ ਪ੍ਰਾਣ ਦਸਮ ਦੁਆਰ 'ਚ ਠਹਿਰਾਉਣੇ ਤੇ ਉਤਾਰਨ ਵਿੱਚ ਕਾਮਯਾਬ ਹੈ, ਉਹ ਸਿੱਧ ਮੰਨ ਲੈਂਦੇ ਨੇ। ਪਰ ਹਜ਼ੂਰ ਕਹਿ ਰਹੇ ਨੇ ਸਾਧਨਾ ਕਰਨ ਵਾਲੇ ਤੇ ਸਾਧਨਾ ਕਰਕੇ ਕਾਮਯਾਬ ਹੋਏ ਹੋਏ ਸਿੱਧ ਤੇ ਗਿਆਨਵਾਨ, ਜਿਨ੍ਹਾਂ ਨੇ ਗਿਆਨ ਪੜ੍ਹਿਆ ਹੈ ਤੇ ਪੜ੍ਹ ਕੇ ਆਪਣੇ ਅੰਦਰੋਂ ਵੀ ਪ੍ਰਗਟ ਕਰ ਲਿਆ, ਉਹ ਵੀ ਅਕਸਰ ਤੇ ਫਿਰ ਵਾਹਿਗੁਰੂ ਦਾ ਹੀ ਧਿਆਨ ਧਰਦੇ ਨੇ। ਗਿਆਨਵਾਨ ਵੀ, ਸਾਧਕ ਵੀ, ਸਿੱਧ ਵੀ ਵਾਹਿਗੁਰੂ ਨੂੰ ਧਿਆਉਂਦੇ ਹਨ। ਖੁਦੀ ਮਿਟੀ ਚੁੱਕਾ ਭੁਲਾਵਾ, ਗੁਰ ਮਨ ਹੀ ਮਹਿ ਪ੍ਰਗਟਾਇਆ ਜੀਓ। ਪਰ ਇਹਨਾਂ ਵਿੱਚੋਂ ਜਿਸ ਦੇ ਅੰਦਰੋਂ ਖੁਦੀ ਮਿਟ ਗਈ, ਖੁਦੀ ਦਾ ਅਰਥ ਤਕੱਬਰੀ, ਹਉਮੈ, ਹੰਕਾਰ, ਆਪਣਾ ਆਪਾ, ਇਹ ਮਿਟ ਗਿਆ ਤੇ ਚੁੱਕਾ ਭੁਲਾਵਾ, ਦੂਰ ਹੋ ਗਿਆ ਭੁਲੇਖਾ, ਭਰਮ ਭੁਲੇਖਾ ਜਿਹੜਾ ਸੰਸਾਰ ਨੂੰ ਸੱਚਾ ਮੰਨਿਆ ਹੋਇਆ ਸੀ, ਵਾਹਿਗੁਰੂ ਦੀ ਜੋਤ ਦਾ ਗਿਆਨ ਨਹੀਂ ਸੀ, ਇਹ ਭੁਲੇਖਾ ਭਰਮ ਦੂਰ ਹੋ ਗਿਆ। ਗੁਰ ਮਨ ਹੀ ਮੈਂ ਪ੍ਰਗਟਾਇਆ ਜੀ, ਕਿਉਂਕਿ ਗੁਰੂ ਮਹਾਰਾਜ ਜੀ ਨੇ ਮਨ ਹੀ ਮਨ ਦੇ ਅੰਦਰ ਪ੍ਰਗਟਾਇਆ, ਚਾਨਣ ਕਰ ਦਿੱਤਾ ਵਾਹਿਗੁਰੂ ਦਾ, ਪਰਮੇਸ਼ਰ ਦਾ ਗਿਆਨ ਪ੍ਰਗਟ ਕਰ ਦਿੱਤਾ ਹੈ ਮਨ ਦੇ ਅੰਦਰ। ਅਨੰਦ ਮੰਗਲ ਕਲਿਆਣ ਨਿਧਾਨਾ, ਵਾਹਿਗੁਰੂ ਅਕਾਲ ਪੁਰਖ ਆਨੰਦ ਦਾ, ਮੰਗਲ ਖੁਸ਼ੀ ਦਾ ਤੇ ਗਤੀ ਦਾ, ਕਲਿਆਣ ਜਿਹੜਾ ਕਲਿਆਣ ਸੁੱਖ ਹੈ, ਅਸਲ ਸੁੱਖ, ਉਸ ਦਾ ਖਜ਼ਾਨਾ ਹੈ। ਕਲਿਆਣ ਦਾ ਅਰਥ ਕਲਿਆਣ ਹੋ ਜਾਣੀ, ਛੁਟਕਾਰਾ ਹੋ ਜਾਣਾ, ਬੰਧਨਾਂ ਤੋਂ ਖਲਾਸੀ ਹੋ ਜਾਣੀ, ਇਹਨੂੰ ਵੀ ਕਹਿੰਦੇ ਨੇ। ਕਲਿਆਣ ਦਾ, ਖੁਸ਼ੀ ਦਾ, ਆਨੰਦ ਦਾ ਖਜ਼ਾਨਾ ਜੋ ਵਾਹਿਗੁਰੂ, ਸੂਖ ਸਹਿਜ ਹਰ ਨਾਮ ਵਖਾਨਾ, ਐਸੇ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਹ ਸੁਖ ਤੇ ਸਹਿਜ ਪ੍ਰਗਟ ਕਰਨ ਵਾਲਾ। ਸੁਖ, ਆਤਮਿਕ ਸੁਖ, ਬਾਕੀ ਸਾਰੇ ਸੁਖ ਵੀ ਕਹਿ ਲਓ, ਵਾਹਿਗੁਰੂ ਦੇ ਨਾਮ ਵਿੱਚ ਸਾਰੀਆਂ ਸ਼ਕਤੀਆਂ, ਦੁਨਿਆਵੀ ਸੁਖ ਵੀ ਮਿਲਦੇ ਨੇ, ਪਰ ਅਸਲ ਤੱਤ ਸੁਖ ਤਾਂ ਅੰਦਰ ਲਈ ਹੈ। ਸਹਿਜ ਮਾਨਸਿਕ ਅਡੋਲਤਾ ਵਾਲੀ ਅਵਸਥਾ, ਸ਼ਾਂਤੀ ਵਾਲੀ ਅਵਸਥਾ, ਟਿਕਾਅ ਵਾਲੀ ਅਵਸਥਾ, ਅਡੋਲਤਾ ਵਾਲੀ ਅਵਸਥਾ, ਇਹ ਪ੍ਰਾਪਤ ਕਿਉਂ ਹੋਈ? ਹਰ ਨਾਮ ਵਖਾਨਾ, ਹਰੀ ਪ੍ਰਮਾਤਮਾ ਦਾ ਨਾਮ ਉਚਾਰਨ ਕੀਤਾ ਤਾਂ ਇਹ ਸਾਰਾ ਕੁਝ ਮਿਲਿਆ। ਹੋਏ ਕਿਰਪਾਲ ਸੁਆਮੀ ਆਪਣਾ, ਨਾਉ ਨਾਨਕ ਘਰ ਮੈਂ ਆਇਆ ਜੀਓ। ਆਪਣਾ ਜੋ ਸਾਡਾ ਖਸਮ ਹੈ, ਸੁਆਮੀ ਦਾ ਅਰਥ ਹੈ ਖਸਮ, ਮਾਲਕ। ਆਪਣਾ ਖਸਮ ਸੁਆਮੀ ਅਕਾਲ ਪੁਰਖ ਕਿਰਪਾਲੂ ਦਿਆਲੂ ਹੋਇਆ, ਤਾਂ ਉਸਦੇ ਕਿਰਪਾਲੂ ਹੋਣ ਕਰਕੇ ਹਿਰਦੇ ਰੂਪੀ ਘਰ ਦੇ ਅੰਦਰ ਵਾਹਿਗੁਰੂ ਜੀ ਦਾ ਨਾਮ ਆ ਗਿਆ ਹੈ ਜੀ, ਭਾਵ ਅੰਦਰ ਵਸ ਗਿਆ ਹੈ। ਨਾਮ ਹੀ ਵੱਡੀ ਦੌਲਤ ਹੈ। ਮਾਝ ਮਹੱਲਾ ਪੰਜਵਾ। ਪੰਚਮ ਗੁਰਦੇਵ ਸ਼੍ਰੀ ਗੁਰੂ ਅਰਜਨ ਦੇਵ ਜੀ ਅਗਲਾ ਸ਼ਬਦ ਉਚਾਰਦੇ ਹਨ, ਸੁਣ ਸੁਣ ਜੀਵਾ ਸੋਏ ਤੁਮਾਰੀ। ਹੇ ਵਾਹਿਗੁਰੂ ਜੀ, ਸੋਏ ਦਾ ਅਰਥ ਹੈ ਖਬਰ, ਸੋਏ ਦਾ ਅਰਥ ਹੈ ਸੋਭਾ। ਤੁਹਾਡੀ ਸੋਭਾ ਵਡਿਆਈ, ਤੁਹਾਡੀ ਖਬਰ ਸੁਣ ਕੇ, ਤੁਹਾਡੀਆਂ ਗੱਲਾਂ ਸੁਣ ਕੇ ਸੱਚੇ ਪਾਤਸ਼ਾਹ, ਸੁਣ ਕੇ ਮੇਰਾ ਮਨ ਜਿਉਂਦਿਆਂ ਜਾਗਦਾ ਹੋ ਜਾਂਦਾ, ਭਾਵਾਤਮਕ ਜੀਵਨ ਮਿਲਦਾ ਮੈਨੂੰ। ਤੂੰ ਪ੍ਰੀਤਮ ਠਾਕੁਰ ਅਤ ਭਾਰੀ, ਤੁਸੀਂ ਭਗਤਾਂ ਦੇ ਪ੍ਰੀਤ ਕਰਨ ਯੋਗ ਪਿਆਰੇ, ਠਾਕੁਰ ਮਾਲਕ ਅਤਿਅੰਤ ਭਾਰੀ, ਮਤਲਬ ਬਹੁਤ ਵੱਡੇ ਹੋ। ਠਾਕੁਰ ਮੇਰਾ ਭਾਰਾ, ਭਾਰੇ ਦਾ ਮਤਲਬ ਬਹੁਤ ਵੱਡਾ ਮਾਲਕ। ਤੁਮਰੇ ਕਰਤੱਵ ਤੁਮ ਹੀ ਜਾਣੋ, ਆਪਣੇ ਕਰਤੱਵਾਂ ਨੂੰ, ਆਪਣੇ ਕਰਨਿਆਂ ਨੂੰ, ਆਪਣੇ ਚੋਜਾਂ ਤਮਾਸ਼ਿਆਂ ਰੰਗਾਂ ਨੂੰ ਤੁਸੀਂ ਆਪ ਹੀ ਜਾਣਦੇ ਹੋ। ਤੁਮਰੀ ਓਟ ਗੋਪਾਲਾ ਜੀਓ। ਹੇ ਸ੍ਰਿਸ਼ਟੀ ਨੂੰ ਪਾਲਣਹਾਰ ਪ੍ਰਮਾਤਮਾ, ਓਟ ਤੁਹਾਡੀ ਆ ਸਾਨੂੰ, ਹੋਰ ਅਸੀਂ ਦੂਜੀ ਓਟ ਨਹੀਂ ਤਕਾਈ। ਗੁਣ ਗਾਵਤ ਮਨ ਹਰਿਆ ਹੋਵੇ, ਸਤਿਗੁਰੂ ਪ੍ਰੇਰਨਾ ਦਿੰਦੇ ਨੇ ਕਿ ਆਪਣੇ ਮਨ ਨੂੰ ਜੋੜੋ ਵਾਹਿਗੁਰੂ ਦੇ ਗੁਣ ਗਾਉਣ ਵਿੱਚ, ਕਿਉਂਕਿ ਗਾਉਣ ਗਾਉਣ ਵਿੱਚ ਅੰਤਰ ਹੈ। ਜੇ ਕੇਵਲ ਜ਼ਬਾਨ ਨਾਲ ਗਾਈਏ ਤੇ ਇੰਨੀ ਮਨ 'ਚ ਭਾਵਨਾ ਕਿ ਮਾਇਆ ਇਕੱਠੀ ਹੋਵੇ, ਫਿਰ ਮਾਇਆ ਤਾਂ ਮਿਲੇਗੀ ਪਰ ਧੰਦਾ ਰਹਿ ਗਿਆ। ਜਿਵੇਂ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਬਚਨ ਸੁਣਾਇਆ ਸੀ ਕਿ ਬਾਬਾ ਬਲਵੰਤ ਸਿੰਘ ਜੀ ਸਨ ਨਿਰਮਲੇ, ਉਹ ਇੱਕ ਵਾਰੀ ਕਥਾ ਉਹਨਾਂ ਕਰਨੀ ਸੀ, ਸੰਗਤ ਅਜੇ ਨਹੀਂ ਸੀ ਆਈ,
ਤੇ ਅਸੀਂ 2 ਹੀ ਸਰੋਤੇ ਸਾਂ ਉਹਨਾਂ ਦੇ ਵਿਦਿਆਰਥੀ। ਉਹ ਕਥਾ ਕਰਨ ਸ਼ੁਰੂ ਕਰਨ ਲੱਗੇ ਤੇ ਮੈਂ ਬੇਨਤੀ ਕੀਤੀ, ਜੀ ਜਰਾ ਰੁਕ ਜਾਓ। ਕਹਿਣ ਲੱਗੇ ਕਿਉਂ? ਕਹਿੰਦੇ ਅਜੇ ਸੁਣਨ ਵਾਲੇ ਸਰੋਤੇ ਨਹੀਂ ਆਏ, ਅਸੀਂ 2 ਹੀ ਹਾਂ। ਕਹਿਣ ਲੱਗੇ ਮਸਕੀਨ ਜੀ ਰੋਕੋ ਨਾ, ਇੱਕ ਕਥਾ ਕਰਨੀ ਹੁੰਦੀ ਆ ਤੇ ਇੱਕ ਕਥਾ ਸੁਣਾਉਣੀ ਹੁੰਦੀ ਹੈ। ਦੂਜਿਆਂ ਨੂੰ ਸੁਣਾਉਣਾ ਕੇਵਲ ਧੰਦਾ ਹੈ, ਤੇ ਜਿਹੜੀ ਕਰਨੀ ਕਥਾ ਆਪਣੇ ਮਨ ਨੂੰ ਮਤਲਬ ਸੁਣਾਉਣੀ ਹੈ ਨਾ, ਇਹ ਕਥਾ ਕਰਨੀ ਆ ਤੇ ਇਹ ਬੰਦਗੀ ਹੈ। ਸੋ ਇਸ ਪ੍ਰਕਾਰ ਕਰਨ ਵਿੱਚ ਅੰਤਰ ਹੈ। ਜਿਵੇਂ ਤਾਨਸੈਨ ਅਕਬਰ ਬਾਦਸ਼ਾਹ ਨੂੰ ਰਾਗ ਸੁਣਾਇਆ ਕਰਦਾ ਸੀ। ਉਹਨੇ ਪੁੱਛ ਲਿਆ, ਤੇਰਾ ਵਿਦਿਆ ਗੁਰੂ, ਤੇਰਾ ਉਸਤਾਦ ਕੌਣ ਹੈ? ਕਦੇ ਦੱਸਿਆ ਨਹੀਂ ਤੂੰ। ਕਹਿਣ ਲੱਗਾ ਵੀ ਮੇਰੇ ਉਸਤਾਦ ਹਨ ਬਹੁਤ ਉੱਚੇ, ਮੈਂ ਤਾਂ ਕੁਛ ਵੀ ਨਹੀਂ, ਮੇਰੇ ਤੋਂ ਦੁੱਗਣੀ ਕਲਾ ਉਹਨਾਂ ਦੇ ਕੋਲ ਰਾਗ ਦੀ। ਕਹਿਣ ਲੱਗਾ ਫਿਰ ਉਹਨਾਂ ਨੂੰ ਵੀ ਸੁਣਾਉਣਾ, ਮੈਂ ਸੁਣਨਾ ਚਾਹੁੰਦਾ, ਕਿਤੇ ਆਉਣ ਤੇ ਸੁਣਾਉਣ। ਉਹ ਕਹਿੰਦੇ ਨਹੀਂ ਬਾਦਸ਼ਾਹ, ਮੇਰਾ ਤੇ ਉਹਨਾਂ ਦਾ ਬੜਾ ਅੰਤਰ ਹੈ। ਮੈਂ ਰਾਜਿਆਂ ਮਹਾਰਾਜਿਆਂ ਨੂੰ ਖੁਸ਼ ਪ੍ਰਸੰਨ ਕਰਦਾ ਚਲਿਆ ਆ ਰਿਹਾ, ਤੇ ਹੁਣ ਤੇਰੇ ਦਰਬਾਰ 'ਚ ਪਹੁੰਚ ਗਿਆ ਮੈਂ, ਮੈਨੂੰ ਬੜੀ ਵਡਿਆਈ, ਬੜਾ ਅਹੁਦਾ ਮਿਲਿਆ ਹੋਇਆ ਤੇ ਬੜਾ ਮੇਰਾ ਨਾਮ ਹੈ, ਪਰ ਉਹ ਇਸ ਵਾਸਤੇ ਨਹੀਂ ਗਾਉਂਦੇ ਜਿਸ ਵਾਸਤੇ ਮੈਂ ਗਾਉਂਦਾ। ਕਹਿੰਦੇ ਉਹ ਕਾਹਦੇ ਲਈ ਗਾਉਂਦਾ? ਕਹਿੰਦੇ ਉਹ ਆਪਣੇ ਮਾਲਕ ਅਕਾਲ ਪੁਰਖ ਦੇ ਰੰਗ ਵਿੱਚ ਗਾਉਂਦਾ। ਕਹਿੰਦੇ ਆਵੇਗਾ ਨਹੀਂ? ਕਹਿੰਦੇ ਨਹੀਂ, ਉੱਥੇ ਜਾ ਕੇ ਸੁਣਨਾ ਪਏਗਾ। ਕਹਿੰਦੇ ਕਰੋ ਪ੍ਰਬੰਧ, ਚਲੇ ਜਾਂਦੇ। ਕਹਿੰਦੇ ਨਹੀਂ, ਅੱਧੀ ਰਾਤ ਨਾਲ ਜਾਣਾ ਪੈਣਾ, ਔਰ ਉਹਨੂੰ ਕਹਿ ਵੀ ਨਹੀਂ ਅਸੀਂ ਕੁਛ ਸਕਦੇ, ਆਪਣੀ ਮੌਜ ਵਿੱਚ ਹੀ ਗਾਉਣਗੇ। ਅਤੇ ਠੀਕ ਉਹ ਚਲੇ ਗਏ। ਉਹਨਾਂ ਦਾ ਨਾਂ ਸੀ ਹਰੀਦਾਸ, ਜੋ ਗ੍ਰੰਥ ਦੱਸਦੇ ਨੇ ਵੀ ਭਾਈ ਮਰਦਾਨਾ ਜੀ ਦੇ ਸ਼ਾਗਿਰਦ ਸਨ ਹਰੀਦਾਸ ਜੀ। ਅਤੇ ਉਹ ਅੱਧੀ ਰਾਤ ਤੋਂ ਬਾਅਦ ਆਪਣੀ ਝੁੱਗੀ 'ਚ ਉੱਠੇ ਅਤੇ ਉਹਨਾਂ ਨੇ ਜਲ ਦੇ ਨਾਲ ਇਸ਼ਨਾਨ ਕੀਤਾ, ਅਤੇ ਫਿਰ ਆਪਣਾ ਸਾਜ਼ ਪਕੜ ਕੇ ਵਾਹਿਗੁਰੂ ਪਰਮਾਤਮਾ ਅੰਡਿੱਠੇ ਪ੍ਰੀਤਮ ਦੇ ਨਾਲ ਸੁਰਤ ਜੋੜ ਕੇ ਉਹਨਾਂ ਨੇ ਜਸ ਗਾਇਆ ਵਾਹਿਗੁਰੂ ਦਾ। ਅਤੇ ਅਕਬਰ ਬਾਦਸ਼ਾਹ ਵੀ ਜਿਹੜਾ ਸੀ ਉਹ ਸ਼ਰਸ਼ਾਰ ਹੋ ਗਿਆ ਕਿ ਠੀਕ ਤਾਨਸਨ ਜੋ ਤੂੰ ਦੱਸਦਾ ਸੀ ਵੈਸੇ ਹੀ। ਇਸ ਤੇ ਆਦਿਕ ਜਿਵੇਂ ਭਾਈ ਮਨਸਾ ਸਿੰਘ ਜੀ ਹੋਏ ਨੇ, ਹਰਿਮੰਦਰ ਸਾਹਿਬ ਕੀਰਤਨ ਗਾਇਆ ਕਰਦੇ ਸਨ, ਪਰ ਜਿੱਥੇ ਰਹਿੰਦੇ ਸੀ ਬੜਾ ਕੱਚੀ ਮਿੱਟੀ ਦਾ ਘਰ ਸੀ, ਗਰੀਬੜੀ ਹਾਲਤ ਵਿੱਚ ਰਹਿੰਦੇ ਸਨ। ਅਤੇ ਭਾਈ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਵੀ ਕੁਝ ਦੇਣਾ ਚਾਹੁੰਦੇ ਸੀ, ਗਏ ਸਨ ਅਤੇ ਉਹ ਦਰਵਾਜ਼ਾ ਨਹੀਂ ਸੀ ਖੋਲ੍ਹਦੇ। ਕਹਿੰਦੇ ਮੈਂ ਗੁਰੂ ਰਾਮਦਾਸ ਮਹਾਰਾਜ ਦਾ ਕੀਰਤਨੀਆ ਹਾਂ, ਮੈਨੂੰ ਉਹਨੇ ਕੋਈ ਥੁੜ ਰਹਿਣ ਹੀ ਨਹੀਂ ਦਿੱਤੀ, ਅਤੇ ਮੈਂ ਤੇਰੇ ਕੋਲੋਂ ਨਹੀਂ ਕੁਛ ਮੰਗਣਾ, ਮੈਨੂੰ ਤੇਰੇ ਕੋਲੋਂ ਲੈਣ ਦੀ ਕੁਛ ਲੋੜ ਨਹੀਂ, ਤੂੰ ਇੱਥੇ ਆ ਗਿਆ ਮੈਨੂੰ ਦੇਣ ਵਾਸਤੇ, ਤੂੰ ਤਾਂ ਆਪ ਮੰਗਤਾ। ਸੋ ਇਸ ਪ੍ਰਕਾਰ ਐਡਾ ਸਬਰ ਸੰਤੋਖ ਅੰਦਰ ਆ ਜਾਂਦਾ ਵਾਹਿਗੁਰੂ ਦੇ ਗੁਣ ਗਾਉਣ ਵਾਲਿਆਂ ਦੇ ਅੰਦਰ। ਗੁਣ ਗਾਵਤ ਮਨ ਹਰਿਆ ਹੋਵੇ। ਸੋ ਹਜ਼ੂਰ ਕਹਿੰਦੇ ਨੇ ਕਿ ਵਾਹਿਗੁਰੂ ਦੇ ਗੁਣ ਮਨ ਗਾਵੇ। ਜੇ ਮਨ ਗਾਵੇ ਤਾਂ ਮਨ ਹਰਿਆ ਹੋਵੇਗਾ ਨਾ। ਜੇ ਰਸਨਾ ਕੇਵਲ ਗਾਏ ਅਤੇ ਮਨ ਹੋਰ ਕੁਛ ਮੰਗੀ ਜਾਏ ਤਾਂ ਫਿਰ ਗੱਲ ਤਾਂ ਹੀ ਨਹੀਂ ਬਣਦੀ। ਮਨ ਵਾਹਿਗੁਰੂ ਦੇ ਗੁਣ ਗਾਉਂਦਾ ਹੋਵੇ, ਮਨ ਕਰਕੇ ਗਾਈਏ ਤਾਂ ਫਿਰ ਮਨ ਹਰਾ ਭਰਾ ਹੋ ਜਾਂਦਾ, ਕਿਉਂਕਿ ਇਹ ਜਨਮਾਂ ਜਨਮਾਂਤਰਾਂ ਤੋਂ ਸੁੱਕਾ ਹੋਇਆ ਮਨ। ਹਰਾ ਹੋਣ ਦਾ ਮਤਲਬ ਕੀ? ਸੁੱਕਾ ਹੋਇਆ। ਅਗਿਆਨ ਰੂਪੀ ਸੂਰਜ ਦੀਆਂ ਰਾਗ ਦਵੈਸ਼ ਕਿਰਨਾਂ ਨਾਲ, ਵਕਾਰਾਂ ਦੀ ਤਪਸ਼ ਨਾਲ ਸੜ ਸੁੱਕ ਚੁੱਕਾ ਮਨ ਹੈ। ਤਾਂ ਹੀ ਬਚਨ ਕੀਤਾ, ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ। ਸੁੱਕੀ ਕਾਸ਼ਟ ਲੱਕੜ ਵਰਗਾ ਮਨ ਹਰਾ ਭਰਾ ਹੋ ਗਿਆ। ਸ਼ੁਭ ਗੁਣਾਂ ਦੀ ਹਰਿਆਵਲਤਾ ਇਹਦੇ ਅੰਦਰ ਆ ਜਾਂਦੀ ਹੈ। ਸਬਰ, ਸੰਤੋਖ, ਸ਼ਾਂਤੀ, ਧੀਰਜ, ਦਇਆ, ਨਿਮਰਤਾ, ਖਿਮਾ, ਸ਼ਰਧਾ, ਭਾਵਨੀ, ਪ੍ਰੇਮ ਆਦਿ ਗੁਣ ਆ ਜਾਂਦਾ। ਕਥਾ ਸੁਣਤ ਮਲ ਸਗਲੀ ਖੋਵੈ। ਜੇ ਇਹ ਮਨ ਵਾਹਿਗੁਰੂ ਦੇ ਜਸ ਵਾਲੀ, ਵਡਿਆਈ ਵਾਲੀ, ਪਰਮਾਤਮਾ ਦੇ ਨਾਮ ਦੀ ਵਿਚਾਰ ਵਾਲੀ ਕਥਾ ਸੁਣਦਾ, ਤਾਂ ਕਥਾ ਸੁਣਦਿਆਂ ਇਹਦੀ ਸਾਰੀ ਮੈਲ ਖੋਈ ਜਾਂਦੀ, ਨਾਸ ਹੋ ਜਾਂਦੀ। ਇਹਦੀ ਸਾਰੀ ਮੈਲ ਧੁੱਪ ਜਾਂਦੀ ਹੈ, ਖੋ ਜਾਂਦੀ, ਨਾਸ ਹੋ ਜਾਂਦੀ ਹੈ। ਭੇਟਤ ਸੰਗ ਸਾਧ ਸੰਤਨ ਕੈ, ਸਦਾ ਜਪਉ ਦਇਆਲਾ ਜੀਓ। ਇਸ ਕਰਕੇ ਵਾਹਿਗੁਰੂ ਜੀ ਮੇਰੀ ਇੱਛਾ ਹੈ, ਭੇਟਤ ਮਿਲਾਪ ਕਰਕੇ ਸਾਧੂਆਂ ਸੰਤਾਂ ਦੇ ਸੰਗ ਵਿੱਚ ਰਹਿ ਕੇ, ਭੇਟਤ ਮਿਲ ਕੇ ਉਹਨਾਂ ਦੇ ਸੰਗ ਵਿੱਚ, ਸਾਧੂ ਜਿਹੜੇ ਸਤਿਗੁਰੂ ਹਨ, ਸਾਧੂ ਸਤਿਗੁਰਾਂ ਤੋਂ ਵਰੋ ਸਾਏ ਜਿਹਨਾਂ ਮਨ ਸਾਧਿਆ ਹੋਇਆ, ਸੰਤ ਜਨ ਸ਼ਾਂਤ ਆਤਮਾ, ਮੈਂ ਉਹਨਾਂ ਦੀ ਸੰਗਤ 'ਚ ਮਿਲ ਕੇ ਹੇ ਦਇਆ ਦੇ ਆਲਾ ਘਰ, ਦਿਆਲੂ ਸਰੂਪ ਵਾਹਿਗੁਰੂ ਜੀ ਸਦਾ ਵਾਸਤੇ ਤੁਹਾਨੂੰ ਜਪਦਾ ਰਹਾਂ, ਇਹ ਮੇਰੇ 'ਤੇ ਬਖਸ਼ਿਸ਼ ਕਰੋ। ਪ੍ਰਭ ਆਪਣਾ ਸਾਹ ਸਾਹ ਸਮਾਰੋ। ਆਪਣੇ ਪ੍ਰਭੂ ਨੂੰ ਮੈਂ ਸਾਹ ਸਾਹ ਨਾਲ ਯਾਦ ਕਰਦਾ ਹਾਂ। ਇਹ ਮਤ ਗੁਰ ਪ੍ਰਸਾਦ ਮਨ ਧਾਰੋ।
ਇਹ ਜਿਹੜੀ ਮਤ ਸਿੱਖਿਆ ਅਕਲ ਹੈ, ਬੁੱਧੀ ਹੈ, ਗੁਰੂ ਦੀ ਕਿਰਪਾ ਨਾਲ ਮੈਂ ਮਨ ਵਿੱਚ ਧਾਰਨ ਕਰਦਾ ਹਾਂ ਜਾਂ ਕਰ ਲਵਾਂ। ਬਖਸ਼ਿਸ਼ ਕਰੋ। ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ। ਤੁਹਾਡੀ ਕਿਰਪਾ ਹੋਏ ਤਾਂ ਹੀ ਅੰਦਰ ਚਾਨਣ ਹੁੰਦਾ, ਪ੍ਰਕਾਸ਼ ਹੁੰਦਾ। ਸਰਬ ਮਇਆ ਪ੍ਰਤਪਾਲਾ ਜੀਓ। ਸਭ ਮਇਆ ਮਿਹਰ ਤੁਹਾਡੀ ਹੈ ਤੇ ਉਸ ਮਿਹਰ ਦੁਆਰਾ ਤੁਸੀਂ ਸਾਰਿਆਂ ਦੀ ਪ੍ਰਤਪਾਲਾ ਕਰ ਰਹੇ ਹੋ। ਸਭਨਾਂ ਤੇ ਮਿਹਰ ਕਰਕੇ ਪ੍ਰਤਪਾਲਾ ਤੁਸੀਂ ਕਰ ਰਹੇ ਹੋ ਜਾਂ ਕਰੋ ਸਭ ਦੀ। ਸਤ 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 ਪ੍ਰਭ ਸੋਈ। ਹਜ਼ੂਰ ਸਾਨੂੰ ਕਹਿ ਰਹੇ ਨੇ ਕਿ ਇੱਕ ਪਰਮਾਤਮਾ ਹੀ ਪਹਿਲਾਂ ਵੀ ਸਤ ਸਰੂਪ ਸੀ, ਨਾਸ ਤੋਂ ਰਹਿਤ। ਹੁਣ ਵੀ ਉਹ ਵਾਹਿਗੁਰੂ ਸਤ ਸਰੂਪ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਉਹੀ ਪਰਮਾਤਮਾ ਸਤ ਸਰੂਪ ਹੋਏਗਾ, ਇੱਕੋ ਇੱਕ, ਸਦਾ ਸਦਾ ਸਦ ਆਪੇ ਹੋਈ। ਸਦਾ ਪਿੱਛੇ ਵੀ, ਹੁਣ ਵੀ, ਅੱਗੇ ਨੂੰ ਵੀ, ਸਦੀਵੀ ਕਾਲ, ਹਮੇਸ਼ਾ ਹਮੇਸ਼ਾ ਲਈ ਆਪ ਹੀ ਹੋਵੇਗਾ। ਚਲਤ ਤੁਮਾਰੇ ਪ੍ਰਗਟ ਪਿਆਰੇ। ਦੇਖ ਨਾਨਕ ਭਏ ਨਿਹਾਲਾ ਜੀਓ। ਹੇ ਪਿਆਰੇ ਵਾਹਿਗੁਰੂ ਜੀ, ਇਹ ਕੁਦਰਤ ਦੇ ਵਿੱਚ ਤੁਹਾਡੇ ਚਰਿੱਤਰ ਪ੍ਰਗਟ ਹੋ ਰਹੇ ਨੇ। ਕਿਵੇਂ? ਵੇਖੋ ਕੁਦਰਤ ਕੈਸੀ ਹੈ ਬਣਾਈ ਹੋਈ ਵਾਹਿਗੁਰੂ ਨੇ। ਕਹਿੰਦੇ ਸੱਚ ਸੱਚਾ ਕੁਦਰਤ ਜਾਣੀ ਹੈ, ਦਿਨ ਰਾਤੀ ਜਿਨ ਬਣਾਈ। ਕਿੱਥੇ ਸੋਹਣੇ ਸੋਹਣੇ ਪਹਾੜ ਰਚ ਦਿੱਤੇ ਨੇ, ਕਿਧਰੇ ਸਮੁੰਦਰ ਹੈ, ਕਿਧਰੇ ਥਲ ਹੈ, ਕਿਧਰੇ ਵੰਨ ਸਵੰਨੇ ਬਿਰਛ ਬੂਟੇ ਨੇ, ਉਹਨਾਂ ਦੇ ਫਲ ਵੱਖਰੇ ਵੱਖਰੇ, ਫੁੱਲ ਵੱਖਰੇ ਵੱਖਰੇ, ਪਰਿੰਦੇ ਕਿੱਡੇ ਕਿੱਡੇ ਸੋਹਣੇ ਨੇ, ਖੰਭ ਕਿੱਡੇ ਸੁੰਦਰ ਹਨ, ਕਿੱਡੀ ਸੁੰਦਰ ਆਵਾਜ਼ ਹੈ, ਕਿਹੋ ਜਿਹੇ ਜਾਨਵਰ ਵੰਨ ਸਵੰਨੇ ਬਣਾਉਣ। ਤੇ ਇਹ ਵਾਹਿਗੁਰੂ ਦੇ ਚਰਿੱਤਰ ਕੌਤਕ ਹੀ ਪ੍ਰਗਟ ਹੋ ਰਹੇ। ਕਹਿੰਦੇ ਹੈ ਪਿਆਰੇ ਵਾਹਿਗੁਰੂ ਜੀ, ਤੁਹਾਡੇ ਜਿਹੜੇ ਚਰਿੱਤਰ ਪ੍ਰਗਟ ਹੋ ਰਹੇ ਨੇ, ਦੇਖ ਨਾਨਕ ਭਏ ਨਿਹਾਲਾ ਜੀਓ। ਸਤਿਗੁਰੂ ਜੀ ਕਹਿੰਦੇ ਅਸੀਂ ਵੇਖ ਕੇ ਨਿਹਾਲ ਹੋ ਗਏ ਹਾਂ। ਹਾਲ ਫਾਰਸੀ 'ਚ ਦੁੱਖ ਦਾ ਨਾਮ। ਨਿਹਾਲਾ ਦਾ ਅਰਥ ਹੈ ਦੁੱਖ ਤੋਂ ਰਹਿਤ ਅਵਸਥਾ। ਨਿਹਾਲ ਅਵਸਥਾ ਇਹ ਹੈ। ਮਾਝ ਮਹੱਲਾ ਪੰਜਵਾ। ਪੰਚਮ ਗੁਰਦੇਵ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾ ਰਹੇ ਨੇ। ਹੁਕਮੀ ਵਰਸਣ ਲਾਗੇ ਮੇਹਾ। ਮੇਹਾ ਮੀਂਹ, ਹੁਕਮ ਪਰਮਾਤਮਾ ਦਾ। ਕਹਿੰਦੇ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੁਆਰਾ ਮੀਂਹ ਵਰਸਣ ਲੱਗ ਪਿਆ। ਮੇਹਾ ਬੱਦਲ ਚੜ੍ਹ ਕੇ ਆ ਗਏ, ਉਹ ਬਰਸਾਤ ਕਰਨ ਲੱਗ ਪਏ। ਕੌਣ ਬੱਦਲ? ਸਤਿਗੁਰੂ ਰੂਪ ਬੱਦਲ ਚੜ੍ਹ ਕੇ ਆਏ ਨੇ। ਵਾਹਿਗੁਰੂ ਪਰਮਾਤਮਾ ਦੇ ਹੁਕਮ ਨਾਲ ਸਤਿਗੁਰੂ ਜੀ ਪ੍ਰਗਟ ਹੋਏ ਨੇ ਤੇ ਬੱਦਲ ਰੂਪ ਹੋ ਕੇ ਸੱਚੇ ਪਾਤਸ਼ਾਹ ਮੀਂਹ ਪਾਉਣ ਲੱਗ ਪਏ ਨੇ। ਸਾਜਨ ਸੰਤ ਮਿਲ ਨਾਮ ਜਪਾ। ਕਿਹੜਾ ਮੀਂਹ ਪਾ ਰਹੇ? ਕਹਿੰਦੇ ਸਤਿਗੁਰੂ ਦੀ ਐਸੀ ਮਿਹਰ ਹੋਈ ਹੈ, ਜਿਹੜੇ ਸੱਜਣ ਸੰਤ ਨੇ ਨਾ ਵਾਹਿਗੁਰੂ ਦੇ ਨਾਲ, ਜਿਨ੍ਹਾਂ ਸੱਜਣਤਾਈ ਗੰਢੀ ਹੋਈ ਹੈ ਤੇ ਸਾਰੇ ਸੰਸਾਰ ਦੇ ਵਾਸਤੇ ਉਹ ਸੱਜਣ ਰੂਪ ਨੇ। ਸਭ ਦੀ ਉਹ ਸਭਨਾਂ ਦੇ ਨਾਲ ਭਲਾ ਕਰਨ ਵਾਲੇ, ਸਭ ਦੀ ਕਲਿਆਣ ਉਹਨਾਂ ਰਾਹੀਂ ਹੁੰਦੀ ਹੈ, ਸਭ ਨਾਲ ਸੱਜਣਤਾਈ ਨਿਭਾਉਣ ਵਾਲੇ। ਐਸੇ ਸਾਜਨ ਸੰਤ ਮਿਲ ਨਾਮ ਜਪਾ। ਉਹਨਾਂ ਦੀ ਸੰਗਤ 'ਚ ਮਿਲ ਕੇ ਵਾਹਿਗੁਰੂ ਦਾ ਨਾਮ ਜਪਣ ਲੱਗ ਪਿਆ। ਸੀਤਲ ਸ਼ਾਂਤ ਸਹਿਜ ਸੁਖ ਪਾਇਆ। ਮਨ ਸੀਤਲ ਹੋ ਗਿਆ, ਅੰਦਰ ਸ਼ਾਂਤੀ ਆ ਗਈ ਹੈ। ਸਹਿਜ ਅਡੋਲਤਾ ਤੇ ਸੁਖ ਦੀ ਪ੍ਰਾਪਤੀ ਹੋਈ ਹੈ। ਠਾਂਡ ਪਾਈ ਪ੍ਰਭ ਆਪੇ ਜੀਓ। ਪ੍ਰਭੂ ਪਰਮਾਤਮਾ ਨੇ ਆਪ ਹੀ ਠੰਡ ਪਾ ਦਿੱਤੀ ਹੈ। ਜਦੋਂ ਮੀਂਹ ਵਰਦਾ ਤੇ ਸਾਰੇ ਠੰਡ ਵਰਤ ਜਾਂਦੀ, ਤਪਸ਼ ਦੂਰ ਹੋ ਜਾਂਦੀ ਹੈ। ਇਸ ਤਰ੍ਹਾਂ ਸਤਿਗੁਰੂ ਜੀ ਬੱਦਲ ਰੂਪ ਹੋ ਕੇ ਆਏ ਤੇ ਨਾਮ ਦੀ ਵਰਖਾ ਕੀਤੀ। ਸਭ ਕੁਛ ਬਹੁਤੋਂ ਬਹੁਤ ਉਪਾਇਆ। ਸਾਰੇ ਸ਼ੁਭ ਗੁਣ ਆਦਿਕ ਬਹੁਤ ਤੋਂ ਬਹੁਤ, ਵਧੇਕ ਤੋਂ ਵਧੇਕ ਉਪਾਇਆ ਪੈਦਾ ਕਰ ਦਿੱਤੇ ਨੇ। ਸਤ ਵੀ, ਸੰਤੋਖ ਵੀ, ਦਇਆ ਵੀ, ਧਰਮ ਵੀ, ਧੀਰਜ, ਸ਼ਾਂਤੀ, ਖਿਮਾ, ਨਿਮਰਤਾ, ਸ਼ਰਧਾ, ਭਾਵਨੀ, ਪ੍ਰੇਮ, ਸ਼ਾਂਤ ਰਸ ਵੀ, ਵੀਰ ਰਸ ਵੀ, ਸਾਰਾ ਕੁਝ ਪੈਦਾ ਕਰ ਦਿੱਤਾ ਸਤਿਗੁਰੂ ਜੀ ਨੇ। ਕਰ ਕਿਰਪਾ ਪ੍ਰਭ ਸਗਲ ਰਜਾਇਆ। ਆਪਣੀ ਕਿਰਪਾ ਕਰਕੇ ਪ੍ਰਭੂ ਜੀ ਨੇ ਸਾਰੇ ਜੀਆਂ ਜਨਤਾ ਨੂੰ ਰਜਾਤਾ। ਜਿਸ ਤਰ੍ਹਾਂ ਮੀਂਹ ਬਾਰਿਸ਼ਾਂ ਪੈਂਦੀਆਂ ਤੇ ਫਸਲਾਂ ਬਹੁਤ ਹੁੰਦੀਆਂ, ਸਾਰਿਆਂ ਦੇ ਘਰ ਭਰ ਜਾਂਦੇ ਨੇ ਅਨਾਜ ਨਾਲ, ਇਸ ਤਰ੍ਹਾਂ ਪਰਮਾਤਮਾ ਨੇ ਸਾਰੇ ਆਤਮਿਕ ਤੌਰ 'ਤੇ ਰਜਾਤੇ ਹਨ। ਦਾਤ ਕਰੋ ਮੇਰੇ ਦਾਤਾਰਾ। ਇਹ ਸਾਰੀਆਂ ਦਾਤਾਂ ਕਰਨ ਵਾਲੇ ਤੁਸੀਂ ਹੋ ਮੇਰੇ ਦਾਤਾਰ ਜੀ। ਤੁਸੀਂ ਦਾਤਾਂ ਕਰਦੇ ਹੋ, ਭਾਵ ਦਿੰਦੇ ਹੋ। ਜੀ ਜੰਤ ਸਭ ਧਰਾਪੇ ਜੀਓ। ਜੀ ਵੱਡੇ ਜੰਤ ਛੋਟੇ ਸਾਰੇ ਧਰਾਪੇ, ਮਤਲਬ ਤ੍ਰਿਪਤ ਹੋ ਗਏ, ਰੱਜ ਗਏ ਹਨ ਜੀ ਤੁਹਾਡੀਆਂ ਬਖਸ਼ਿਸ਼ਾਂ ਨਾਲ। ਸੱਚਾ ਸਾਹਿਬ ਸੱਚੀ ਨਾਈ। ਅਕਾਲ ਪੁਰਖ ਜੋ ਸੱਚਾ ਸਾਹਿਬ ਮਾਲਕ ਹੈ, ਉਸੇ ਦੀ ਹੀ ਵਡਿਆਈ, ਨਾਈ ਦਾ ਅਰਥ ਹੈ ਵਡਿਆਈ, ਮਹਿਮਾ, ਉਪਮਾ, ਉਸੇ ਦੀ ਸੱਚੀ ਹੈ। ਹੋਰ ਲੋਕਾਂ ਦੀ ਵਡਿਆਈ ਕਰੀਏ ਤੇ ਕਈ ਵਾਰੀ ਅੱਜ ਵਡਿਆਈ ਕਰ ਰਹੇ ਹਾਂ,
ਹੋ ਸਕਦਾ ਉਹ ਮਾੜਾ ਕਰਮ ਕਰਨ ਅਤੇ ਉਹਨਾਂ ਦਾ ਔਗਣ ਪ੍ਰਗਟ ਹੋਏ, ਸਾਨੂੰ ਨਮੋਸ਼ੀ ਸ਼ਰਮਿੰਦਗੀ ਉਠਾਉਣੀ ਪਏ। ਨਾਲੇ ਅੱਜ ਸੋਭਾ ਕੱਲ੍ਹ ਨੂੰ ਸੋਭਾ ਮਿਟ ਜਾਂਦੀ ਹੈ। ਜਿਵੇਂ ਬਾਦਸ਼ਾਹ ਲੋਕ ਔਰੰਗਜ਼ੇਬ ਵਰਗੇ ਹੋਏ, ਮੂੰਹ 'ਤੇ ਤਾਂ ਲੋਕ ਬੜੇ ਵਡਿਆਈਆਂ ਕਰਦੇ ਹੋਣਗੇ, ਪਿੱਠ ਪਿੱਛੇ ਨਿੰਦਾ, ਫਿਰ ਮਰ ਗਏ ਅਤੇ ਨਿੰਦਿਆ ਹੀ ਨਿੰਦਿਆ। ਇਸ ਕਰਕੇ ਪ੍ਰਮਾਤਮਾ ਦੀ ਜੋ ਸੋਭਾ ਹੈ ਉਹ ਹਮੇਸ਼ਾ ਸੱਚੀ ਹੈ। ਉਹ ਅਕਾਲ ਪੁਰਖ ਪ੍ਰਮਾਤਮਾ ਆਪ ਸੱਚਾ ਹੈ। ਉਸ ਦੀ ਇੱਥੇ ਨਾਈ ਪਾਠ ਕਰਨਾ, ਨਾਈ ਦਾ ਅਰਥ ਸੋਭਾ, ਵਡਿਆਈ, ਮਹਿਮਾ। ਅਸਨਾਈ ਵੀ ਆਉਂਦਾ ਪਾਠ, ਉਹਦਾ ਵੀ ਅਰਥ ਇਹੀ ਹੈ। ਸੱਚੀ ਹੀ ਸੋਭਾ ਹੈ ਪ੍ਰਮਾਤਮਾ ਦੀ। ਗੁਰ ਪ੍ਰਸਾਦ ਤਿਸ ਸਦਾ ਧਿਆਈ। ਗੁਰੂ ਦੀ ਕਿਰਪਾ ਵਰਤੇ ਅਤੇ ਤਿਸ ਪ੍ਰਮਾਤਮਾ ਨੂੰ ਸਦਾ ਹੀ ਧਿਆਉਂਦੇ ਰਹੀਏ, ਜਾਂ ਗੁਰੂ ਦੀ ਕਿਰਪਾ ਨਾਲ ਅਸੀਂ ਉਸੇ ਨੂੰ ਸਦਾ ਧਿਆਉਂਦੇ ਹਾਂ। ਜਨਮ ਮਰਨ ਭੈ ਕਾਟੇ ਮੋਹਾ। ਜੰਮਣਾ ਮਰਨਾ ਅਤੇ ਭੈ, ਜਾਂ ਜੰਮਣ ਮਰਨ ਦਾ ਭੈ ਅਤੇ ਮੋਹ ਜਿਹੜਾ ਸਾਡੇ ਜੀਆਂ ਦੇ ਅੰਦਰ ਹੈ, ਇਹ ਵਾਹਿਗੁਰੂ ਹੀ ਕੱਟਣ ਵਾਲਾ। ਉਸ ਨੇ ਸਾਰੇ ਭੈ ਵੀ ਅਤੇ ਮੋਹ ਵੀ ਕੱਟ ਦਿੱਤੇ ਹਨ ਜਿਹੜੇ ਵੀ ਉਹਨੂੰ ਧਿਆਉਂਦੇ ਨੇ। ਬਿਨਸੇ ਸੋਗ ਸੰਤਾਪੇ ਜੀ, ਉਹਨਾਂ ਦੇ ਸਾਰੇ ਸੋਗ, ਫਿਕਰ, ਝੋਰੇ, ਚਿੰਤਾ ਅਤੇ ਸੰਤਾਪ ਦਾ ਅਰਥ ਹੈ ਦੁੱਖ, ਕਲੇਸ਼ ਜਿਹੜੇ ਅੰਦਰ ਵਿਆਪਦੇ, ਜਿਹੜੇ ਮਨ ਨੂੰ ਤਾਪਦੇ ਨੇ, ਤਪਾਉਂਦੇ ਨੇ, ਕਲੇਸ਼, ਇਹ ਸਭ ਮਿਟ ਗਏ ਹਨ। ਸਾਸ ਸਾਸ ਨਾਨਕ ਸਲਾਹੇ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਇਸ ਕਰਕੇ ਸਾਹ ਸਾਹ ਨਾਲ ਅਸੀਂ ਪ੍ਰਮਾਤਮਾ ਦੀ ਸਲੋਹਤਾ ਕਰਦੇ ਹਾਂ, ਵਾਹਿਗੁਰੂ ਨੂੰ ਵਡਿਆਉਂਦੇ ਹਾਂ। ਸਿਮਰਤ ਨਾਮ ਕਾਟੇ ਸਭ ਫਾਹੇ। ਵਾਹਿਗੁਰੂ ਦਾ ਨਾਮ ਸਿਮਰਦਿਆਂ ਹੋਇਆਂ ਸਾਡੇ ਸਾਰੇ ਫਾਹੇ ਕੱਟੇ ਗਏ। ਜੰਮਣ ਮਰਨ ਦੀ ਫਾਸੀ ਹੈ, ਵਿਕਾਰਾਂ ਦੀ ਫਾਹੀ ਇਤਿਆਦਿਕ ਬੜੀਆਂ ਫਾਹੀਆਂ ਸਾਡੇ ਗਲ ਪਈਆਂ, ਬੜੇ ਫਾਹੇ ਪਏ ਹੋਏ ਨੇ। ਇਹ ਸਾਡੇ ਵਾਸਤੇ ਕਹਿ ਰਹੇ ਨੇ ਹਜ਼ੂਰ ਕਿ ਜਿਨ੍ਹਾਂ ਨੇ ਵੀ ਸਿਮਰਿਆ ਪ੍ਰਮਾਤਮਾ ਨੂੰ, ਉਹਨਾਂ ਦੇ ਸਾਰੇ ਫਾਹੇ ਕੱਟੇ ਗਏ ਹਨ। ਪੂਰਨ ਆਸ ਕਰੀ ਖਿਨ ਪੀਤਰ। ਖਿਨ ਵਿੱਚ, ਇੱਕ ਖਿਨ ਵਿੱਚ ਹੀ, ਇੱਕ ਪਲ ਵਿੱਚ ਹੀ ਉਹਨਾਂ ਦੀਆਂ ਸਾਰੀਆਂ ਆਸਾਂ ਪੂਰੀਆਂ ਕਰ ਦਿੱਤੀਆਂ। ਹਰ 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 ਗੁਣ ਜਾਪੇ ਜੀਓ। ਕਿਹਨਾਂ ਦੀਆਂ? ਜੋ ਵਾਹਿਗੁਰੂ 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 ਪ੍ਰਮਾਤਮਾ ਨੂੰ ਜਪਦੇ ਨੇ, ਪ੍ਰਮਾਤਮਾ ਦੇ ਗੁਣਾਂ ਨੂੰ ਜਪਦੇ ਨੇ, ਪ੍ਰਮਾਤਮਾ ਦੀ ਵਡਿਆਈ ਕਰਦੇ। ਗੁਣ ਜਾਪੇ ਜੀਓ, ਵਾਹਿਗੁਰੂ ਦਾ ਜਸ ਕਰਦੇ ਹੋਏ ਪ੍ਰਮਾਤਮਾ ਦੇ ਗੁਣਾਂ ਨੂੰ ਜਾਣ ਲੈਂਦੇ। ਮਾਝ ਮਹੱਲਾ ਪੰਜਵਾਂ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅਗਲਾ ਸ਼ਬਦ ਉਚਾਰਨ ਕਰਦੇ ਹਨ ਮਾਝ ਰਾਗ ਅੰਦਰ। ਆਓ ਸਾਜਨ ਸੰਤ ਮੀਤ ਪਿਆਰੇ। ਆਓ ਭਾਈ ਸੱਜਣੋ, ਮਿੱਤਰੋ, ਪਿਆਰਿਓ, ਸੰਤ ਜਨੋ। ਐ ਸਾਜਨਾ ਸੰਤ ਆਓ ਮੇਰਾ, ਜਿਵੇਂ ਬਚਨ ਹਨ। ਭਾਵ ਕਿ ਸਾਡੇ ਤਾਈਂ ਸੱਜਣ ਤਾਈ ਨਿਭਾਉਣ ਵਾਲੇ ਅਸਲ ਵਿੱਚ ਰੱਬ ਦੇ ਸੰਤ ਹੀ ਨੇ। ਪਿੱਛੇ ਵੀ ਸੱਜਣ, ਹੁਣ ਵੀ ਮਿੱਤਰ, ਅੱਗੇ ਨੂੰ ਵੀ ਪਿਆਰੇ ਹੋਣਗੇ, ਪਿਆਰੇ ਲੱਗਣ ਵਾਲੇ, ਮਿੱਤਰਤਾ ਨਿਭਾਉਣ ਵਾਲੇ। ਲੋਕ ਪ੍ਰਲੋਕ ਦੇ ਸੱਜਣ ਰੱਬ ਦੇ ਸੰਤ ਨੇ। ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਜੀਓ। ਸੰਤ ਸਹਾਈ ਪ੍ਰੇਮ ਕੇ ਕਰ ਕਿਰਪਾ ਦੀਆ ਮਿਲਾਏ। ਇਸ ਪ੍ਰਕਾਰ ਅਸੀਂ ਦੁਨੀਆ 'ਚੋਂ ਸੱਜਣ ਲੱਭਦੇ ਫਿਰਦੇ ਹਾਂ ਅਤੇ ਅਸਲੀ ਸੱਜਣ ਤਾਂ ਰੱਬ ਦਾ ਸੰਤ ਹੀ ਹੁੰਦਾ। ਜਿਵੇਂ ਬਚਨ ਹਨ, ਨਾਨਕ ਕੱਚੜੇ ਆਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ। ਉਹ ਜੀਵਨ ਦੇ ਵਿਛੜ ਹੈ, ਉਹ ਮੋਇਆ ਨਾ ਜਾਹੀ ਛੋੜ। ਜਿਹੜੇ ਸੰਸਾਰੀ ਨੇ ਨਾ ਕੱਚੇ ਲੋਕ, ਉਹ ਤਾਂ ਜਿਉਂਦੇ ਹੀ ਸਾਥ ਛੱਡ ਜਾਂਦੇ ਨੇ। ਜੇ ਗਰੀਬੀ ਆ ਜਾਏ, ਸਾਡੇ ਕੋਲੋਂ ਲਾਭ ਨਾ ਹੋਵੇ, ਮਤਲਬ ਨਾ ਹੱਲ ਹੋਵੇ, ਤਾਂ ਸਾਨੂੰ ਛੱਡ ਜਾਣਗੇ। ਪਰ ਰੱਬ ਦਾ ਸੰਤ ਸਾਡੇ ਮਰਨ ਤੋਂ ਬਾਅਦ ਵੀ, ਅਗਲੇ ਜਹਾਨ ਵੀ ਉਹਦੀ ਸੰਗਤ ਦਾ ਸਾਨੂੰ ਲਾਭ ਹੁੰਦਾ। ਸੋ ਇਸ ਪ੍ਰਕਾਰ ਉਹ ਸੱਜਣ ਹਨ ਲੋਕ ਪਰਲੋਕ ਦੇ, ਉਹ ਮਿੱਤਰ ਹਨ ਔਰ ਪਿਆਰੇ ਹਨ। ਇਸ ਕਰਕੇ ਕਿਹਾ, ਆਓ ਸੱਜਣੋ, ਪਿਆਰੇ ਮਿੱਤਰੋ, ਸੰਤ ਜਨੋ, ਮਿਲ ਗਾਵਹਿ ਗੁਣ ਅਗਮ ਅਪਾਰੇ। ਮਿਲ ਕੇ ਜੋ ਅਗਮ ਅਪਾਰ ਹੈ, ਮਨ ਦੀ ਪਹੁੰਚ ਤੋਂ ਪਰੇ ਅਪਾਰ ਬੇਅੰਤ ਹੈ ਪ੍ਰਮਾਤਮਾ, ਉਸ ਦੇ ਮਿਲ ਕੇ ਸਾਰੇ ਇਕੱਠੇ ਹੋ ਕੇ ਗੁਣ ਗਾਈਏ। ਗਾਵਤ ਸੁਣਤ ਸਭੇ ਹੀ ਮੁਕਤੇ। ਜਿਹੜੇ ਗਾਉਂਦੇ ਹਨ ਉਹ ਵੀ, ਜਿਹੜੇ ਸੁਣਦੇ ਹਨ ਉਹ ਵੀ, ਸਾਰੇ ਮੁਕਤੇ, ਬੰਧਨਾਂ ਤੋਂ ਖਲਾਸ ਹੋ ਜਾਂਦੇ ਨੇ, ਬੰਧਨਾਂ ਤੋਂ ਛੁਟਕਾਰਾ ਮਿਲ ਜਾਂਦਾ। ਵਿਕਾਰਾਂ ਦੇ ਕਰਤਾ ਭੁਗਤਾ ਹੰਗਤਾ ਮਮਤਾ ਦੇ ਬੰਧਨ ਕੱਟੇ ਜਾਂਦੇ, ਜੰਮਣ ਮਰਨ ਦੇ ਫਾਹੇ ਕੱਟੇ ਜਾਂਦੇ। ਸੋ ਧਿਆਈਐ ਜਿਨ ਹਮ ਕੀਏ ਜੀਓ। ਕਿਉਂਕਿ ਸਾਡਾ ਫਰਜ਼ ਵੀ ਬਣਦਾ, ਕੇਵਲ ਇੱਛਾ ਰੱਖ ਕੇ ਨਹੀਂ ਕਿ ਅਸੀਂ ਮੁਕਤ ਹੋ ਜਾਈਏ। ਕਹਿੰਦੇ ਜਿਸ ਪ੍ਰਮਾਤਮਾ ਦੇ ਅਸੀਂ ਪੈਦਾ ਕੀਤੇ ਹੋਏ ਹਾਂ, ਜਿਨ ਹਮ ਕੀਏ ਜੀਓ, ਜਿਹਨੇ ਸਾਨੂੰ ਪੈਦਾ ਕੀਤਾ ਹੈ, ਐਸੇ ਵਾਹਿਗੁਰੂ ਦਾ ਸਿਮਰਨ ਕਰਨਾ ਸਾਡੇ ਜਿੰਮੇ ਫਰਜ਼ ਹੈ, ਧਰਮ ਹੈ ਸਾਡਾ। ਜਨਮ ਜਨਮ ਕੇ ਕਿਲ ਵਿਖ ਜਾਵਹਿ। ਜਨਮਾਂ ਜਨਮਾਂਤਰਾਂ ਦੇ ਜਿਹੜੇ ਅਸੀਂ ਪਾਪ ਇਕੱਠੇ ਕੀਤੇ ਹੋਏ ਨੇ, ਉਹ ਚਲੇ ਜਾਣਗੇ। ਮਨ ਚਿੰਦੇ ਸਹੀ ਫਲ ਪਾਵਹਿ।
ਤਾਂ ਮਨ ਦੇ ਵਿੱਚ ਚਿੰਦੇ ਮਤਲਬ ਇੱਛਾ ਕੀਤੀ ਜਿਨ੍ਹਾਂ ਫਲਾਂ ਦੀ, ਉਹ ਸਾਰੇ ਫਲ ਪ੍ਰਾਪਤ ਕਰ ਲਵਾਂਗੇ। ਸਿਮਰ ਸਾਹਿਬ ਸੋ ਸੱਚ ਸੁਆਮੀ। ਕਿਵੇਂ ਜੀ? ਕਹਿੰਦੇ ਉਹ ਸਾਹਿਬ ਅਕਾਲ ਪੁਰਖ ਜੋ ਸਦਾ ਸਥਿਰ ਹੈ ਤੇ ਸੁਆਮੀ ਮਾਲਕ ਹੈ ਸਾਡਾ ਸਾਰਿਆਂ ਦਾ, ਉਸ ਦਾ ਸਿਮਰਨ ਕਰੀਏ। ਰਿਜ਼ਕ ਸਭਸ ਕੋ ਦੀਏ ਜੀਓ, ਜਿਹੜਾ ਸਾਰੇ ਸੰਸਾਰ ਦੇ ਜੀਆਂ ਨੂੰ, ਸਾਰੇ ਭਵਨਾਂ ਦੇ ਜੀਆਂ ਨੂੰ ਰਿਜ਼ਕ ਰੋਜ਼ੀਨਾ ਰੋਜੀ ਦੇਣ ਵਾਲਾ ਹੈ। ਰਾਜਕ ਰਹਿੰਦ ਹੈ, ਪਰਮਾਤਮਾ ਕੇ ਰੋਜ਼ੀ ਦਿਹੰਦ ਹੈ, ਸਭ ਦੇ ਤਾਈਂ ਰਿਜ਼ਕ ਦੇਣ ਵਾਲਾ ਰਾਜਕ ਹੈ। ਨਾਮ ਜਪਤ ਸਰਬ ਸੁਖ ਪਾਈਆ। ਐਸੇ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਸਾਰੇ ਸੁੱਖਾਂ ਦੀ ਪ੍ਰਾਪਤੀ ਕਰ ਲਈਦੀ ਹੈ। ਸਭ ਭਉ ਬਿਨਸੈ ਹਰ ਹਰ ਧਿਆਈਆ। ਜੇ ਵਾਹਿਗੁਰੂ ਵਾਹਿਗੁਰੂ ਦਾ ਆਰਾਧਨ ਕਰੀਏ ਤੇ ਸਾਰਾ ਡਰ ਬਿਨਸ ਜਾਂਦਾ ਹੈ, ਡਰ ਨਹੀਂ ਰਹਿ ਜਾਂਦਾ। ਜੰਮਣ ਮਰਨ ਦਾ, ਭੂਤਾਂ ਪ੍ਰੇਤਾਂ ਦਾ ਤੇ ਜਮਾਂ ਦਾ, ਇਹ ਸਾਰੇ ਡਰ, ਵਿਕਾਰਾਂ ਦਾ ਭੈ, ਸਭ ਡਰ ਮੁੱਕ ਜਾਂਦੇ ਨੇ। ਜਿਨ ਸੇਵਿਆ ਸੋ ਪਾਰ ਗ੍ਰਾਮੀ। ਜਿਹਨੇ ਪ੍ਰਮਾਤਮਾ ਨੂੰ ਸੇਵਿਆ ਯਾਨੀ ਸਿਮਰਿਆ ਹੈ, ਉਹ ਪਾਰ ਗ੍ਰਾਮੀ, ਪਾਰ ਗ੍ਰਾਮੀ, ਉਹਦਾ ਗ੍ਰਾਮ ਪਾਰ ਬਣ ਗਿਆ, ਭਾਵ ਸੰਸਾਰ ਤੋਂ ਅੱਗੇ ਚਲਾ ਗਿਆ। ਪਾਰ ਗ੍ਰਾਮੀ ਦਾ ਮਤਲਬ ਪਰਮ ਗਤੀ ਨੂੰ ਪ੍ਰਾਪਤ ਹੋ ਗਿਆ। ਕਾਰਜ ਸਗਲੇ ਥੀਏ ਜੀਓ। ਉਹਦੇ ਸਾਰੇ ਕਾਰਜ ਸਿਰੇ ਚੜ੍ਹ ਗਏ। ਥੀਏ ਦਾ ਮਤਲਬ ਹੋ ਗਏ ਹਨ ਜੀ। ਆਏ ਪਿਆ ਤੇਰੀ ਸਰਣਾਈ। ਹੇ ਵਾਹਿਗੁਰੂ ਜੀ, ਮੈਂ ਤੁਹਾਡੀ ਸ਼ਰਨ ਵਿੱਚ ਆ ਕੇ ਪਿਆ ਹਾਂ ਜੀ। ਇੰਝ ਬੇਨਤੀ ਕਰਨੀ ਚਾਹੀਦੀ ਹੈ। ਜੋ ਭਾਵ ਹੈ ਤੇ ਉਹ ਲਹਿ ਮਿਲਾਏ। ਜਿਵੇਂ ਵੀ ਤੁਹਾਨੂੰ ਭਾਉਂਦਾ ਚੰਗਾ ਲੱਗਦਾ, ਜਿਸ ਤਰੀਕੇ ਨਾਲ, ਉਸੇ ਤਰ੍ਹਾਂ ਮੈਨੂੰ ਆਪਣੇ ਨਾਲ ਮਿਲਾ ਲਓ ਜੀ। ਕਰ ਕਿਰਪਾ ਪ੍ਰਭ ਭਗਤੀ ਲਾਓ। ਮਹਾਰਾਜ ਆਪਣੀ ਕਿਰਪਾ ਕਰਕੇ ਵਾਹਿਗੁਰੂ ਜੀ ਆਪਣੀ ਭਗਤੀ 'ਚ ਸਾਨੂੰ ਲਾ ਲਓ। ਸੱਚ ਨਾਨਕ ਅੰਮ੍ਰਿਤ ਪੀਏ ਜੀਓ। ਹੇ ਸੱਚ ਸਰੂਪ ਵਾਹਿਗੁਰੂ ਜੀ, ਇਹ ਤੁਹਾਡਾ ਦਾਸ ਤੁਹਾਡੇ ਨਾਮ ਅੰਮ੍ਰਿਤ ਨੂੰ ਪੀ ਲਵੇ। ਆਤਮਿਕ ਮੌਤ ਤੋਂ ਰਹਿਤ ਕਰਨ ਵਾਲਾ, ਆਤਮਿਕ ਜੀਵਨ ਦੇਣ ਵਾਲਾ ਤੁਹਾਡਾ ਜਿਹੜਾ ਸੱਚਾ ਅੰਮ੍ਰਿਤ ਨਾਮ ਹੈ, ਉਸ ਨੂੰ ਇਹ ਸੇਵਕ ਤੁਹਾਡਾ ਪੀਏ ਸਦਾ ਵਾਸਤੇ। ਤੁਸੀਂ ਕਿਰਪਾ ਕਰਕੇ ਆਪਣੀ ਇਸ ਭਗਤੀ 'ਚ ਮੈਨੂੰ ਲਾਓ। ਮਾਝ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਗਲਾ ਸ਼ਬਦ ਉਚਾਰਦੇ ਹਨ। ਭਏ ਕਿਰਪਾਲ ਗੋਵਿੰਦ ਗੁਸਾਈ। ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ, ਗੋ ਸ੍ਰਿਸ਼ਟੀ ਦੀ ਬਿੰਦ ਰੱਖਿਆ ਕਰਨ ਵਾਲਾ, ਗੋ ਗੁਰਾਂ ਦੀ ਬਾਣੀ ਦੁਆਰਾ ਬਿੰਦ ਜਾਣਨੇ ਯੋਗ। ਗੁਸਾਈ ਮਤਲਬ ਸਾਰੀ ਧਰਤੀ ਦਾ ਵਾਰਸ, ਮਾਲਕ। ਐਸੇ ਵਾਹਿਗੁਰੂ ਜੀ ਕਿਰਪਾਲੂ ਹੋਏ। ਜਦੋਂ ਕਿਰਪਾ ਦੇ ਘਰ 'ਚ ਆਏ ਤਾਂ ਮੇਘ ਵਰਸੈ ਸਭਨੀ ਥਾਈਂ। ਤਾਂ ਸਾਰੀਆਂ ਥਾਵਾਂ 'ਤੇ ਬੱਦਲ ਵਰਨ ਲੱਗ ਪਿਆ। ਮੇਘ ਗੁਰੂ ਰੂਪ ਹੋ ਕੇ ਵਰਖਾ ਕਰਨ ਲੱਗ ਪਏ ਹਨ ਸੱਚੇ ਪਾਤਸ਼ਾਹ ਸਾਰਿਆਂ ਥਾਵਾਂ 'ਤੇ। ਦੀਨ ਦਇਆਲ ਸਦਾ ਕਿਰਪਾਲਾ। ਨਾਮ ਅੰਮ੍ਰਿਤ ਦੀ ਵਰਖਾ ਕਰ ਰਹੇ ਨੇ ਸੱਚੇ ਪਾਤਸ਼ਾਹ, ਕਿਉਂਕਿ ਦੀਨ ਦਇਆਲ ਹਨ। ਦੀਨ ਆਜਜ ਨਿਮਾਣਾ, ਜੋ ਗਰੀਬ ਹੈ ਉਸ ਦੇ ਉੱਤੇ ਦਇਆਲੂ ਹੋਣ ਵਾਲੇ, ਤੇ ਸਦਾ ਸਦਾ ਕਿਰਪਾ ਕਰਨ ਵਾਲੇ, ਕਿਰਪਾ ਸਰੂਪ। ਠਾਂਡ ਪਾਈ ਕਰਤਾਰੇ ਜੀਓ। ਐਸੇ ਕਰਤਾਰ ਅਕਾਲ ਪੁਰਖ ਨੇ ਹੀ ਠੰਡ ਪਾਈ ਹੈ। ਉਹ ਕਿਰਪਾਲੂ ਦਿਆਲੂ ਹੋਇਆ ਤੇ ਗੁਰੂ ਰੂਪ ਹੋ ਕੇ, ਪ੍ਰਗਟ ਹੋ ਕੇ, ਬੱਦਲ ਬਣ ਕੇ ਸਭਨਾ ਥਾਵਾਂ 'ਤੇ ਵਰਨ ਲੱਗ ਪਿਆ ਵਾਹਿਗੁਰੂ ਦੀ ਬਖਸ਼ਿਸ਼ ਦਾ ਮੀਂਹ। ਆਪਣੇ ਨਾਮ ਜਲ ਦੀ ਵਰਖਾ ਕੀਤੀ ਤੇ ਉਸ ਦੀਨ ਦਇਆਲ ਸਦਾ ਦੇ ਕਿਰਪਾਲੂ ਵਾਹਿਗੁਰੂ ਕਰਤਾਰ ਨੇ ਠੰਡ ਪਾ ਦਿੱਤੀ। ਆਪਣੇ ਜੀ ਜੰਤ ਪ੍ਰਤਪਾਰੇ। ਆਪਣੇ ਪੈਦਾ ਕੀਤੇ ਜੀ ਵੱਡੇ, ਜੰਤ ਛੋਟੇ, ਜੀ ਜੰਤ ਸਾਰਿਆਂ ਦੀ ਪ੍ਰਤਪਾਲਾ ਕਰ ਰਹੇ ਹਨ ਵਾਹਿਗੁਰੂ। ਇਸ ਤਰ੍ਹਾਂ ਪ੍ਰਤਪਾਲਦੇ ਨੇ ਜਿਉਂ ਬਾਰਿਕ ਮਾਤਾ ਸੰਭਾਰੇ। ਜਿਵੇਂ ਛੋਟੇ ਜਿਹੇ ਬੱਚੇ ਨੂੰ, ਜੋ ਕਿ ਮਾਂ ਦੇ ਪਰਾਇਣ ਹੁੰਦਾ ਹੈ, ਮਾਂ ਦੇ ਆਸਰੇ। ਜੇ ਮਾਂ ਨਾ ਹੋਵੇ ਤੇ ਬੱਚੇ ਦਾ ਲੱਕ ਹੀ ਮੰਜੇ ਨਾਲ ਲੱਗਾ ਰਹੇ, ਤੜਫ ਤੜਫ ਕੇ ਭੁੱਖਾ ਪਿਆਸਾ ਮਰ ਜਾਏ। ਬੱਚੇ ਦੀ ਪਰਵਰਿਸ਼ ਮਾਤਾ 'ਤੇ ਨਿਰਭਰ ਹੈ। ਇਸ ਕਰਕੇ ਕਿਹਾ ਜਾਂਦਾ ਵੀ ਮਾਂ ਦਾ ਦੇਣ ਨਹੀਂ ਕੋਈ ਦੇ ਸਕਦਾ। ਅਸੀਂ ਜੋ ਮਰਜ਼ੀ ਬਣ ਜਾਈਏ, ਜੇ ਮਾਂ ਨਾ ਹੁੰਦੀ ਜਾਂ ਜਨਮ ਦੇਣ ਤੋਂ ਬਾਅਦ ਮਾਂ ਚੜ੍ਹਾਈ ਕਰ ਜਾਏ ਜਾਂ ਛੱਡ ਦੇਵੇ, ਸਾਨੂੰ ਤਿਆਗ ਦੇ, ਤੇ ਬਹੁਤਾ ਚਿਰ ਜੀਵਨ ਨਹੀਂ ਰਹਿ ਸਕਦਾ। ਸੋ ਇਹ ਦ੍ਰਿਸ਼ਟਾਂਤ ਦੇ ਰਹੇ ਨੇ ਵੀ ਜਿਸ ਤਰ੍ਹਾਂ ਬਾਲਕ ਦੇ ਤਾਈਂ, ਬੱਚੇ ਦੇ ਤਾਈਂ ਮਾਤਾ ਸੰਭਾਲਦੀ ਹੈ, ਇਸੇ ਤਰ੍ਹਾਂ ਆਪਣੇ ਜੀਵਨ ਤੁਸੀਂ ਪ੍ਰਤਪਾਲਾ ਕਰ ਰਹੇ ਹੋ ਸਭ ਦੀ। ਮਾਂ ਦੇ ਅੰਦਰ ਵੀ ਮਮਤਾ ਵਾਹਿਗੁਰੂ ਨੇ ਪਾਈ ਹੈ, ਤਾਂ ਮਾਂ ਸੰਭਾਲਦੀ ਹੈ। ਦੁੱਖ ਭੰਜਨ ਸੁਖ ਸਾਗਰ ਸੁਆਮੀ। ਦੁੱਖਾਂ ਨੂੰ ਭੰਨਣ ਵਾਲੇ, ਨਾਸ਼ ਕਰਨ ਵਾਲੇ,
ਤੇ ਸੁਖਾਂ ਨੂੰ ਦੇਣ ਵਾਲੇ ਸੁਖਾਂ ਦੇ ਸਾਗਰ ਸੁਆਮੀ ਮਾਲਕ ਦੇਤ ਸਗਲ ਆਹਾਰੇ ਜੀਓ। ਸਾਰੇ ਸ੍ਰਿਸ਼ਟੀ ਦੇ ਜੀਆਂ ਨੂੰ ਆਹਾਰ, ਖੁਰਾਕ, ਭੋਜਨ, ਰਜੀਨਾ ਵਾਹਿਗੁਰੂ ਜੀ ਹੀ ਦਿੰਦੇ ਹਨ। ਜਲ ਥਲ ਪੂਰ ਰਹਿਆ ਮਿਹਰਬਾਨਾ। ਹਜ਼ੂਰ ਕਹਿੰਦੇ ਨੇ ਜਲਾਂ ਵਿੱਚ ਵੀ ਥਲਾਂ ਵਿੱਚ ਵੀ ਸਾਰੇ ਪਾਸੇ ਮਿਹਰਬਾਨ ਪਰਮਾਤਮਾ ਹੀ ਪਰਿਪੂਰਨ ਹੋ ਰਿਹਾ, ਭਰਪੂਰ ਹੋ ਰਿਹਾ ਹੈ, ਪਸਰਿਆ ਹੋਇਆ, ਵਿਆਪਕ ਹੋ ਰਿਹਾ। ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ ਨਾਨਕੇ ਕੰਕਾਰ। ਸਦ ਬਲਿਹਾਰ ਜਾਈਐ ਕੁਰਬਾਨਾ। ਐਸੇ ਵਾਹਿਗੁਰੂ ਤੋਂ ਸਦਾ ਸਦਾ ਵਾਸਤੇ ਬਲਿਹਾਰੇ ਜਾਈਏ, ਆਪਣਾ ਬਲ ਹਾਰ ਦਈਏ, ਕੁਰਬਾਨ ਜਾਈਏ, ਸਦਕੇ ਜਾਈਏ। ਰੈਣ ਦਿਨਸ ਤਿਸ ਸਦਾ ਧਿਆਈ। ਤਿਸ ਪਰਮਾਤਮਾ ਨੂੰ ਰਾਤ ਤੇ ਦਿਨੇ ਸਦਾ ਸਦਾ ਵਾਸਤੇ ਧਿਆਈਏ, ਸਿਮਰੀਏ, ਆਰਾਧੀਏ। ਜੇ ਖਿਨਮਹਿ ਸਗਲ ਉਧਾਰੇ, ਜਿਹੜਾ ਐਡਾ ਵੱਡਾ ਸਮਰੱਥ ਹੈ ਕਿ ਜੇ ਚਾਹੇ ਤੇ ਖਿਨ ਵਿੱਚ ਹੀ, ਇੱਕ ਛਿਨ ਮਾਤਰ ਵਿੱਚ ਹੀ ਸਾਰਿਆਂ ਨੂੰ ਉਧਾਰ ਦੇਵੇ, ਸਾਰਿਆਂ ਦੀ ਕਲਿਆਣ ਕਰਨ ਦੀ ਸਮਰੱਥਾ ਰੱਖਦਾ ਵਾਹਿਗੁਰੂ। ਰਾਖ ਲਈਏ ਸਗਲੇ ਪ੍ਰਭ ਆਪੇ। ਸਾਰੇ ਜਿਹੜੇ ਜੀਵੰਤ ਸੀ ਪਰਮਾਤਮਾ ਨੇ ਆਪ ਹੀ ਸਭ ਦੀ ਰੱਖਿਆ ਕੀਤੀ। ਉਤਰ ਗਏ ਸਭ ਸੋਗ ਸੰਤਾਪੇ। ਜਿਨ੍ਹਾਂ ਦੀ ਰੱਖਿਆ ਕੀਤੀ ਉਹਨਾਂ ਦੇ ਸਾਰੇ ਸੋਗ ਤੇ ਸੰਤਾਪ, ਦੁੱਖ, ਕਲੇਸ਼ ਉਤਰ ਗਏ, ਮਿਟ ਗਏ। ਨਾਮ ਜਪਤ ਮਨ ਤਨ ਹਰਿਆਵਲ। ਪਰ ਉਹਨਾਂ ਦੀ ਰੱਖਿਆ ਕੀਤੀ, ਉਹਨਾਂ ਨੂੰ ਪ੍ਰਤਪਾਲਿਆ, ਉਹਨਾਂ ਦੇ ਸੋਗ ਸੰਤਾਪ ਉਤਰੇ ਜਿਹੜੇ ਨਾਮ ਜਪਦੇ ਸੀ। ਨਾਮ ਜਪਦਿਆਂ ਮਨ ਤਨ ਹਰਿਆਵਲ। ਮਨ ਵੀ ਹਰਿਆਵਲਤਾ, ਹਰਾ ਭਰਾ ਹੋ ਗਿਆ। ਹਰਿਆਵਲਤਾ ਗ੍ਰੀਨਿੰਗ ਵਰਗਾ, ਹਰਿਆਲੀ ਵਰਗਾ ਹੋ ਗਿਆ ਮਨ। ਤਨ ਵੀ ਹਰਿਆਲੀ ਦੇ ਸਹਿਤ ਹੋ ਗਿਆ। ਇੰਦਰੇ ਵੀ ਮਤਲਬ ਹਰੇ ਭਰੇ ਹੋ ਗਏ। ਇਹਨਾਂ 'ਚੋਂ ਜਿਹੜੀ ਸੀ ਨਾ ਵਿਕਾਰਾਂ ਦੀ ਤਪਸ਼ੋ ਮਿਟ ਗਈ। ਪ੍ਰਭ ਨਾਨਕ ਨਦਰ ਨਿਹਾਰੇ ਜੀਓ। ਪ੍ਰਭੂ ਪਰਮਾਤਮਾ ਜਦੋਂ ਆਪਣੀ ਮਿਹਰ ਦੀ ਦ੍ਰਿਸ਼ਟੀ ਨਾਲ ਨਿਹਾਰੇ ਵੇਖਦਾ ਹੈ ਜੀਆਂ ਵੱਲ, ਨਾਮ ਜਪਦਿਆਂ ਇਸ ਤਰ੍ਹਾਂ ਉਹ ਮਨ ਤਨ ਉਹਨਾਂ ਦਾ ਹਰਾ ਭਰਾ ਹੋ ਜਾਂਦਾ ਹੈ। ਨਾਮ ਜਪਣ ਕਰਕੇ ਵਾਹਿਗੁਰੂ ਜੀ ਰੱਖਿਆ ਕਰਦੇ ਨੇ। ਮਾਝ ਮਹੱਲਾ ਪੰਜਵਾ। ਪੰਚਮ ਗੁਰਦੇਵ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਅੱਗੇ ਬਚਨ ਉਚਾਰਦੇ ਹਨ। ਜਿੱਥੈ ਨਾਮ ਜਪੀਐ ਪ੍ਰਭ ਪਿਆਰੇ। ਇਸ ਸ਼ਬਦ ਦੀ ਉਥਾਨਕਾ ਵੀ ਇਤਿਹਾਸ ਵਿੱਚ ਲਿਖੀ ਹੋਈ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤਰਨ ਤਾਰਨ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ ਆ ਰਹੇ ਸੀ। ਰਸਤੇ 'ਚ ਇੱਕ ਖਾਨਪੁਰ ਨਗਰ ਸੀ, ਉਹਦੇ ਬਾਹਰ ਹਜ਼ੂਰ ਨੇ ਵਿਸ਼ਰਾਮ ਕਰਨਾ ਚਾਹਿਆ ਤਾਂ ਉੱਥੇ ਨਗਰ ਨਿਵਾਸੀ ਕੁਝ ਤਾਸ਼ ਜੂਆ ਖੇਡਦੇ ਸੀ। ਉਹਨਾਂ ਨੂੰ ਪੁੱਛ ਲਿਆ ਵੀ ਸਾਡੇ ਸਤਿਗੁਰੂ ਜੀ ਹਨ, ਉਹਨਾਂ ਨੇ ਕੁਝ ਆਰਾਮ ਵਿਸ਼ਰਾਮ ਕਰਨਾ, ਕੋਈ ਜਗ੍ਹਾ। ਤਾਂ ਉਹਨਾਂ ਨੇ ਜਵਾਬ ਦਿੱਤਾ, ਕਹਿਣ ਲੱਗੇ ਨਹੀਂ, ਇੱਥੇ ਸਾਧਾਂ ਲਈ ਕੋਈ ਜਗ੍ਹਾ ਨਹੀਂ। ਮਖੌਲਾਂ ਕੀਤੀਆਂ ਤਾਂ ਸਿੱਖ ਆਏ ਵਾਪਸ। ਹਜ਼ੂਰ ਕਹਿਣ ਲੱਗੇ ਇੱਕ ਸੱਜਣ ਸਾਡਾ ਹੈ, ਚਲੋ ਉਹਦੇ ਪਾਸ ਚੱਲਦੇ ਹਾਂ। ਤਾਂ ਸਤਿਗੁਰੂ ਮਹਾਰਾਜ ਜੀ ਉਜਾੜ ਵਿੱਚ ਇੱਕ ਝੁੱਗੀ ਸੀ, ਉੱਥੇ ਵਸਣ ਵਾਲੇ ਵਿਅਕਤੀ ਦਾ ਨਾਮ ਇਤਿਹਾਸ ਵਿੱਚ ਆਇਆ ਭਾਈ ਹੇਮਾ। ਅਤੇ ਉਹਦੇ ਪਾਸ ਜਦੋਂ ਪਹੁੰਚੇ ਅਤੇ ਉਸ ਝੁੱਗੀ 'ਚ ਵਸਦੇ ਉਸ ਵਿਅਕਤੀ ਨੇ, ਪਰਮਾਤਮਾ ਦੀ ਬੰਦਗੀ ਕਰਨ ਵਾਲੇ ਜੀਵੜੇ ਨੇ ਸਤਿਗੁਰੂ ਦਾ ਬੜਾ ਸਤਿਕਾਰ ਕੀਤਾ। ਅਤੇ ਉਹਨੇ 2-3 ਪ੍ਰਸ਼ਾਦੇ ਪਕਾ ਕੇ ਰੱਖੇ ਹੋਏ ਸੀ। ਉਡੀਕਦਾ ਸੀ ਕੋਈ ਰੱਬ ਦਾ ਪਿਆਰਾ ਆਵੇ, ਛਕਾ ਕੇ ਫਿਰ ਮੈਂ ਛਕਾਂ। ਅਤੇ ਇਹਦੇ ਚਿਰ ਉਹਨੂੰ ਸਤਿਗੁਰੂ ਪਹੁੰਚ ਗਏ। ਹਜ਼ੂਰ ਨੇ ਆਪ ਕਿਹਾ ਵੀ ਸੱਜਣਾ ਕੋਈ ਹੈ ਛਕਣ ਨੂੰ? ਕਹਿਣ ਲੱਗਾ ਜੀ ਆਹ ਪ੍ਰਸ਼ਾਦੇ ਨੇ ਮੇਰੇ ਪਾਸ, ਆਪ ਛਕੋ। ਤਾਂ ਹਜ਼ੂਰ ਕਹਿਣ ਲੱਗੇ ਭਾਈ ਇਹਨਾਂ ਨਾਲ ਜਲ ਵੀ ਚਾਹੀਦਾ। ਕਹਿਣ ਲੱਗਾ ਜੀ ਜਲ ਤਾਂ ਨੇੜੇ ਹੈ ਨਹੀਂ, ਜੇ ਤੁਸੀਂ ਆਗਿਆ ਕਰੋ ਮੈਂ ਘੜਾ ਲੈ ਕੇ ਜਾਨਾ, ਲੈ ਕੇ ਆਉਣਾ। ਤਾਂ ਹਜ਼ੂਰ ਨੇ ਹੱਥਾਂ 'ਤੇ ਹੀ ਪ੍ਰਸ਼ਾਦੇ ਪਕੜੇ ਅਤੇ ਝੁੱਗੀ 'ਚੋਂ ਬਾਹਰ ਨਿਕਲੇ। ਤਾਂ ਹਜ਼ੂਰ ਕਹਿਣ ਲੱਗੇ ਜਲ ਤਾਂ ਸਾਰੀ ਧਰਤੀ 'ਚ ਹੀ ਭਰਿਆ ਹੋਇਆ, ਉਹ ਢੀਮ ਚੱਕ ਭਾਈ ਹਿੰਮਿਆ। ਜਦੋਂ ਢੀਮ ਚੱਕੀ ਤਾਂ ਥੱਲਿਓਂ ਜਲ ਦਾ ਚਸ਼ਮਾ ਫੁੱਟਿਆ। ਤਾਂ ਹਜ਼ੂਰ ਨੇ ਜਲ ਛਕਿਆ ਅਤੇ ਫਿਰ ਉੱਥੇ ਸ਼ਬਦ ਉਚਾਰਨ ਕੀਤੇ ਸੀ। ਇੱਕ ਇਹ ਸ਼ਬਦ ਅਤੇ ਇੱਕ ਜੈਤਸਰੀ ਰਾਗ ਦੀ ਪੌੜੀ ਹੈ, ਵਾਰ ਦੀ ਪੌੜੀ। ਜੈਤਸਰੀ ਰਾਗ ਦੀ ਜੋ ਵਾਰ ਆ ਉਹਦੀ ਇੱਕ ਪੌੜੀ ਹੈ। ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ। ਜਾਤ ਨ ਪਤ ਨ ਆਦਰ ਉਦਿਆਨ ਪ੍ਰਮਿੰਨਾ। ਮਿੱਤਰ ਨ ਇਠ ਧਨ ਰੂਪਹੀਣ ਕਿਛ ਸਾਕ ਨ ਸੰਨਾ। ਰਾਜਾ ਸਗਲੀ ਸ੍ਰਿਸ਼ਟਕਾਰ ਨਾਮ ਮਨ ਭਿੰਨਾ। ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਇੱਕ ਸੂਹੀ ਰਾਗ ਵਿੱਚ ਸ਼ਬਦ ਹੈ ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ। ਕਿਤ ਹੀ ਕਾਮਨਾ ਧੁਲ ਹਰ ਜਿਤ ਹਰ ਬਿਸਰਾਏ। ਅਤੇ ਇੱਕ ਇਹ ਮਾਝ ਰਾਗ ਵਿੱਚ ਸ਼ਬਦ ਹੈ। ਹਜ਼ੂਰ ਨੇ ਕਿਹਾ ਜਿੱਥੈ ਨਾਮ ਜਪੀਐ ਪ੍ਰਭ ਪਿਆਰੇ। ਮਹਾਰਾਜ ਕਹਿੰਦੇ ਸਿੱਖੋ ਇਹ ਝੁੱਗੀ ਨਾ ਸਮਝਣੀ।
ਜਿੱਥੇ ਪ੍ਰਭੂ ਪਿਆਰੇ ਅਕਾਲ ਪੁਰਖ ਦਾ ਨਾਮ ਜਪਿਆ ਜਾਂਦਾ ਹੈ, ਜਪੀਦਾ ਹੈ, ਸੇ ਅਸਥਲ ਸੋਇਨ ਚੌਬਾਰੇ। ਉਹ ਸਥਾਨ ਮਾਨੋ ਸਵਰਨ ਸੋਨੇ ਦੇ ਚੁਬਾਰਿਆਂ ਵਰਗੇ ਨੇ। ਉੱਥੇ ਮਾਨੋ ਸੋਨੇ ਦੇ ਚੁਬਾਰੇ ਉਸਰੇ ਹੋਏ ਨੇ। ਸਾਡੀ ਭਾਵਨਾ ਇਹ ਹੈ। ਤੇ ਠੀਕ ਹੀ ਉਸ ਸਥਾਨ 'ਤੇ ਛਾਪਰੀ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਅਤੇ ਸੋਨੇ ਦਾ ਕਲਸ਼ ਲੱਗਾ ਹੋਇਆ। ਜਿੱਥੇ ਨਾਮ ਨਾ ਜਪੀਆ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀਓ। ਜਿਹੜਾ ਖਾਨਪੁਰ ਨਗਰ ਘੁੱਗ ਵਸਦਾ ਸੀ ਉਹ ਉਜਾੜ ਥੇ ਬਣ ਗਿਆ ਹਜ਼ੂਰ ਦੇ ਇਸ ਬਚਨ ਉਚਾਰਨ ਤੋਂ ਬਾਅਦ, ਕਿਉਂਕਿ ਉੱਥੇ ਚੰਗੇ ਲੋਕ ਨਹੀਂ ਸੀ ਵਸਦੇ। ਜਿੱਥੇ ਮੇਰੇ ਗੋਬਿੰਦ ਪਰਮਾਤਮਾ ਦਾ ਨਾਮ ਨਹੀਂ ਜਪੀਦਾ ਹੈ, ਸਹੀ ਨਗਰ, ਉਹ ਭਾਵੇਂ ਨਗਰ ਵੀ ਹਨ, ਉਜਾੜੀ ਉਜਾੜ ਰੂਪ ਨੇ। ਅੰਤਰੀ ਵਰਥੇ ਸਮਝਣਾ, ਭਾਵੇਂ ਨਗਰ ਘੁੱਗ ਵਸਦਾ ਹੈ ਪਰ ਉਹ ਉਜਾੜ ਆ। ਜਿਵੇਂ ਕਬੀਰ ਜੀ ਨੇ ਕਿਹਾ, ਕਬੀਰ ਜਾਂ ਘਰ ਸਾਧ ਨਾ ਸੇਵੀ ਹੈ, ਹਰ ਕੀ ਸੇਵਾ ਨਾ ਹੈ, ਤੇ ਘਰ ਮਰਹਟ ਸਾਰਖੇ ਭੂਤ ਬਸੈ ਤਨ ਮਾਹੇ। ਕਬੀਰ ਜੀ ਕਹਿੰਦੇ, ਜਾਂ ਘਰ, ਜਿਸ ਘਰ ਵਿੱਚ ਸਾਧੂ ਸੰਤ ਗੁਰਮੁਖ ਦੀ ਸੇਵਾ ਨਹੀਂ ਹੁੰਦੀ ਤੇ ਹਰੀ ਪਰਮਾਤਮਾ ਦਾ ਸਿਮਰਨ ਨਹੀਂ ਹੁੰਦਾ, ਉਹ ਘਰ ਨਹੀਂ, ਉਹ ਸ਼ਮਸ਼ਾਨ ਭੂਮਿਕਾ, ਮੜੀਆਂ ਵਰਗੇ ਨੇ ਉਹ ਸਥਾਨ। ਤੇ ਉੱਥੇ ਵਸਣ ਵਾਲੇ ਫਿਰ ਮਨੁੱਖ ਨਹੀਂ ਹੁੰਦੇ, ਮੜੀਆਂ 'ਚ ਭੂਤਨੇ ਵਸਦੇ ਦੱਸੀ ਦਿੰਦੇ। ਕਹਿੰਦੇ ਉੱਥੇ ਭੂਤ ਵਸਦੇ ਨੇ, ਮਨੁੱਖ ਨਹੀਂ ਵਸਦੇ। ਇਸ ਕਰਕੇ ਇੱਥੇ ਵੀ ਹਜ਼ੂਰ ਕਹਿੰਦੇ ਨੇ, ਜਿੱਥੇ ਜਿਸ ਘਰ ਵਿੱਚ ਮੇਰੇ ਗੋਬਿੰਦ ਪਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ, ਉਹ ਨਗਰ ਵੀ ਉਜਾੜ ਵਰਗੇ ਨੇ। ਹਰ ਰੁੱਖੀ ਰੋਟੀ ਖਾਏ ਸੰਭਾਲੇ। ਜਿਹੜਾ ਵਿਅਕਤੀ ਰੁੱਖੀ ਰੋਟੀ ਖਾ ਕੇ, ਫਰੀਦ ਜੀ ਨੇ ਕਿਹਾ ਹੈ ਨਾ, ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਜੇ ਰੁੱਖੀ ਰੋਟੀ ਵੀ ਖਾਣ ਨੂੰ ਮਿਲੇ ਤੇ ਖਾ ਕੇ ਹਰੀ ਪਰਮਾਤਮਾ ਨੂੰ ਚੇਤੇ ਕਰਨਾ ਚਾਹੀਦਾ ਹੈ। ਹਰ ਅੰਤਰ ਬਾਹਰ ਨਜ਼ਰ ਨਿਹਾਲੇ। ਹਰੀ ਪਰਮਾਤਮਾ ਅੰਦਰ ਵੀ ਤੇ ਬਾਹਰ ਵੀ, ਨਜ਼ਰ ਦੇ ਨਾਲ ਨਿਹਾਲ ਕਰਨ ਵਾਲਾ, ਤੇ ਅੰਦਰ ਬਾਹਰ ਪਰਮਾਤਮਾ ਨੂੰ ਆਪਣੀ ਅੰਦਰਲੀਆਂ ਨਜ਼ਰਾਂ ਨਾਲ, ਵਿਰਾਗ ਤੇ ਵਿਵੇਕ ਦੇ ਨੇਤਰਾਂ ਨਾਲ ਵੀ ਵੇਖਣਾ ਚਾਹੀਦਾ, ਤੇ ਬਾਹਰ ਵੀ ਪਰਮਾਤਮਾ ਦੇ ਦਰਸ਼ਨ ਕਰਨੇ ਚਾਹੀਦੇ ਨੇ। ਇਹ ਭਾਵਨਾ ਚਾਹੀਦੀ ਹੈ ਕਿ ਵਾਹਿਗੁਰੂ ਅੰਦਰ ਨੂੰ ਵੀ ਜਾਣਦਾ, ਵੇਖਦਾ, ਤੇ ਬਾਹਰ ਵੀ ਮੇਰੇ ਵੱਲ ਵੇਖਦਾ। ਸਭ ਜੀਆਂ ਬਾਰੇ ਉਹਨੂੰ ਗਿਆਨ ਹੈ। ਖਾਏ ਖਾਏ ਕਰੇ ਬਦਫੈਲੀ। ਜਿਹੜਾ ਵਿਅਕਤੀ ਖਾ ਖਾ ਕੇ ਰੱਬ ਦੀਆਂ ਦਾਤਾਂ ਤੇ ਬਦਫੈਲੀਆਂ ਕਰਦਾ, ਭੈੜੇ ਕੰਮ ਕਰਦਾ, ਜਾਣ ਵਿਸੂ ਕੀ ਵਾੜੀ ਜੀਓ। ਇੰਝ ਸਮਝ ਲਓ ਕਿ ਉਹ ਵਿਸ਼ ਜ਼ਹਿਰ ਦੀ ਬਗੀਚੀ ਵਰਗਾ ਹੈ, ਜਿੱਥੇ ਜ਼ਹਿਰ ਦੇ ਬੂਟੇ ਬੀਜੇ ਹੋਏ ਹੋਣ। ਖਾਂਦਾ ਰੱਬ ਦੀਆਂ ਦਾਤਾਂ ਹੈ ਤੇ ਕਰਦਾ ਖਾ ਖਾ ਕੇ ਬੁਰੇ ਕਰਮ। ਸੰਤਾਂ ਸੇਤੀ ਰੰਗ ਨਾ ਲਾਏ। ਜਿਹੜਾ ਵਿਅਕਤੀ ਮਨੁੱਖ ਤਾਂ ਹੈ ਪਰ ਸੰਤ ਜਨਾਂ ਦੀ ਸੰਗਤ ਵਿੱਚ ਉਹਨੂੰ ਰੰਗ ਨਹੀਂ ਲੱਗਦਾ, ਉਹਦਾ ਰੰਗ ਕੋਈ ਹੋਰ ਹੈ। ਉਹਨਾਂ ਇੱਕੋ ਰੰਗ ਭਗਤ ਸੋ ਜਾਣੋ। ਜਿਨ੍ਹਾਂ ਨੂੰ ਰੱਬ ਦਾ ਰੰਗ ਹੈ ਉਹ ਹੀ ਭਗਤ ਜਾਣੇ ਜਾਣਗੇ, ਤੇ ਜਿਨ੍ਹਾਂ ਨੂੰ ਸੰਸਾਰ ਦਾ ਰੰਗ ਹੈ ਉਹ ਹੋਰ ਪਾਸੇ ਜਾਣਗੇ। ਸੰਤਾਂ ਦੀ ਸੰਗਤ ਵਿੱਚ ਉਹਨਾਂ ਨੂੰ ਰੰਗ ਨਹੀਂ ਲੱਗਦਾ। ਸੰਤਾਂ ਦੀ ਸੰਗਤ ਨਹੀਂ ਕਰੇਗਾ ਤੇ ਆਪਣੇ ਮਨ ਨੂੰ ਰੰਗ ਨਹੀਂ ਜੋ ਲਾਏਗਾ। ਸਾਕਤ ਸੰਗ ਵਿਕਰਮ ਕਮਾਏ। ਸਾਕਤ ਸ਼ਕਤੀ ਮਾਇਆ ਦੇ ਉਪਾਸ਼ਕ, ਸਾਕਤ ਯਾਨੀ ਬੇਮੁਖ ਮਨਮੁਖ ਲੋਕ, ਉਹਨਾਂ ਦੀ ਸੰਗਤ, ਜਿਨ੍ਹਾਂ ਬਾਰੇ ਕਬੀਰ ਜੀ ਨੇ ਕਿਹਾ, ਕਬੀਰ ਸਾਕਤ ਤੇ ਸੂਕਰ ਭਲਾ, ਰਾਖੈ ਆਸ਼ਾ ਗਾਓ, ਉਹ ਸਾਕਤ ਵਪਰਾ ਮਰ ਗਿਆ ਕੋਈ ਨਾ ਲਹਿ ਨਾਓ। ਕਬੀਰ ਜੀ ਕਹਿੰਦੇ, ਸਾਡੀ ਦ੍ਰਿਸ਼ਟੀ ਵਿੱਚ ਸਾਕਤਾਂ ਨਾਲੋਂ ਸੂਰ ਚੰਗੇ ਨੇ, ਕਿਉਂਕਿ ਸੂਰ ਮਰ ਜਾਏ ਤੇ ਲੋਕ ਅਫਸੋਸ ਕਰਦੇ ਨੇ ਕਿ ਉਹ ਨਗਰਾਂ ਦੇ ਦੁਆਲੇ, ਪਿੰਡ ਦੇ ਦੁਆਲੇ ਗੰਦ ਨਹੀਂ ਸੀ ਪੈਣ ਦਿੰਦਾ, ਨਿਆਈਆਂ ਸਾਫ਼ ਰੱਖਦਾ ਸੀ। ਉਹਦੇ ਵਾਸਤੇ ਅਫਸੋਸ ਹੈ। ਤੇ ਜਿਹੜਾ ਸਾਕਤ ਆ ਉਹ ਮਰ ਜਾਏ ਤੇ ਕੋਈ ਉਹਦਾ ਨਾਂ ਨਹੀਂ ਲੈਂਦਾ, ਜਿਹੜਾ ਰੱਬ ਤੋਂ ਬੇਮੁਖ ਹੈ। ਤੇ ਸ਼ਕਤੀ ਮਾਇਆ ਦਾ ਇਹ ਉਪਾਸ਼ਕ ਹੈ ਦਿਨੇ ਰਾਤ। ਸੋ ਇਸ ਪ੍ਰਕਾਰ ਕਬੀਰ ਸਾਗਤ ਸੰਗ ਨਾ ਕੀਜੀਐ, ਦੂਰੈ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤਉ ਕਛ ਲਾਗਿਆ ਦਾਗ। ਇਸ ਲਈ ਸਿੱਖਾਂ ਨੂੰ ਹੁਕਮ ਕੀਤਾ ਗੁਰੂ ਮਹਾਰਾਜ ਨੇ। ਭਗਤ ਕਬੀਰ ਜੀ ਵੀ ਕਹਿ ਰਹੇ ਨੇ ਵੀ ਸਾਗਤਾਂ ਦੀ ਸੰਗ ਨਹੀਂ ਕਰਨੀ ਚਾਹੀਦੀ, ਸਾਗਤਾਂ ਦੇ ਲਾਗੋਂ ਦੂਰੋਂ ਹੀ ਪਰੇ ਭੱਜ ਜਾਣਾ ਚਾਹੀਦਾ। ਕਿਉਂਕਿ ਜੇ ਕਾਲੇ ਭਾਂਡੇ ਦੇ ਲਾਗੋਂ ਦੀ ਲੰਘ ਜਾਈਏ ਤੇ ਉਹਦੀ ਕਾਲਖ ਥੋੜ੍ਹੀ ਬਹੁਤੀ ਕੱਪੜੇ ਨੂੰ ਲੱਗ ਜਾਂਦੀ ਹੈ। ਇਸ ਕਰਕੇ ਤੁਹਾਨੂੰ ਵੀ ਕੋਈ ਨਾ ਕੋਈ ਦੋਸ਼ ਚੰਬੜ ਜਾਏਗਾ ਸਾਗਤਾਂ ਦੀ ਸੰਗਤ ਵਿੱਚੋਂ। ਜਿਹੜਾ ਮਨੁੱਖ ਸੰਤਾਂ ਦੀ ਸੰਗਤ 'ਚ ਨਹੀਂ ਆਉਂਦਾ, ਸੰਤਾਂ ਦੇ ਸਾਥ ਰੰਗ ਨਹੀਂ ਲਾਉਂਦਾ, ਪ੍ਰੇਮ ਨਹੀਂ ਲਾਉਂਦਾ, ਆਪਣੇ ਮਨ ਨੂੰ ਵਾਹਿਗੁਰੂ ਦੇ ਸਿਮਰਨ ਦਾ ਪ੍ਰੇਮ ਸੰਤਾਂ ਦੀ ਸੰਗਤ ਜਾ ਕੇ ਨਹੀਂ ਲਾਉਂਦਾ, ਤੇ ਸਾਗਤ ਸੰਗ ਵਿਕਰਮ ਕਮਾਏ। ਸਾਗਤਾਂ ਦੀ ਸੰਗਤ 'ਚ ਵਸਦਾ ਭੈੜੇ ਖੋਟੇ ਕਰਮ ਕਮਾਉਂਦਾ। ਦੁਲੱਭ ਦੇ ਖੋਈ ਅਗਿਆਨੀ। ਉਸ ਅਗਿਆਨੀ ਬੇਸਮਝ ਵਿਅਕਤੀ ਨੇ ਆਪਣੀ ਇਹ ਦੁਰਲੱਭ ਦੇਹ
ਦੁਲੱਭ, ਦੁਰਲੱਭ, ਦੁਲੰਭ ਇਹ ਨਾਮ ਆਏ ਨੇ। ਇਹਦਾ ਅਰਥ ਹੈ ਕਿ ਕਠਿਨਾਈ ਨਾਲ ਜੋ ਲੱਭੇ, ਔਖਿਆਂ ਹੋ ਕੇ ਜਿਹੜੀ ਚੀਜ਼ ਪ੍ਰਾਪਤ ਹੋਏ ਇਹਨੂੰ ਕਹਿੰਦੇ ਦੁਰਲੱਭ ਵਸਤੂ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ, ਜਿਉ ਬਨ ਫਲ ਪਾਕੇ ਭੋਏ ਗਿਰਹਿ ਬਹੁਰ ਨ ਲਾਗੇ ਡਾਰ। ਮਾਨਸ ਜਨਮ ਦੁਲੰਭ ਗੁਰਮੁਖ ਪਾਇਆ, ਮਨ ਤਨ ਹੋਏ ਚੁਲੰਭ ਜੇ ਸਤਿਗੁਰ ਪਾਇਆ। ਇਸ ਪ੍ਰਕਾਰ ਹਜੂਰ ਕਹਿੰਦੇ ਉਸ ਅਗਿਆਨੀ ਨੇ ਇਹ ਦੁਰਲੱਭ ਵਸਤੂ, ਇਹ ਦੇਹੀ ਪਦਾਰਥ ਬੜਾ ਵੱਡਾ ਮਿਲਿਆ ਸੀ ਸੰਸਾਰ ਵਿੱਚ, ਮਨੁੱਖਾ ਸਰੀਰ, ਇਹ ਦੁਰਲੱਭ ਦੇਹੀ ਉਹਨੇ ਖੋਈ, ਗਵਾਤੀ ਕੌਡੀਆਂ ਦੇ ਪਾ, ਵਿਸ਼ਿਆਂ ਵਿਕਾਰਾਂ ਦੇ ਜੂਏ 'ਚ ਹਾਰ ਦਿੱਤੀ। ਜੜ ਆਪਣੀ ਆਪ ਉਪਾੜੀ ਜੀਓ। ਐਸਾ ਵੀ ਕੋਈ ਮੂਰਖ ਹੋਏਗਾ ਜਿਹੜਾ ਆਪਣੀ ਜੜ ਆਪ ਹੀ ਪੁੱਟ ਦੇਵੇ, ਇਸ ਤਰ੍ਹਾਂ ਜਾਨੀ ਆਪਣਾ ਬੁਰਾ ਕਰਨਾ। ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ, ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਆਪਣੇ ਪੈਰਾਂ 'ਤੇ ਆਪ ਕੁਹਾੜਾ ਮਾਰ ਲਿਆ। ਤੇਰੀ ਸ਼ਰਨ ਮੇਰੇ ਦੀਨ ਦਇਆਲਾ। ਹੁਣ ਸਤਿਗੁਰੂ ਜੀ ਸਾਨੂੰ ਸਿੱਖਿਆ ਦਿੰਦੇ ਨੇ ਕਿ ਵਾਹਿਗੁਰੂ ਅੱਗੇ ਇੰਝ ਬੇਨਤੀ ਕਰੀਦੀ ਹੈ, ਹੇ ਮੇਰੇ ਦੀਨ ਦਇਆਲ, ਦੀਨਾਂ ਉੱਪਰ ਦਿਆਲੂ ਹੋਣ ਵਾਲੇ ਮੇਰੇ ਮਾਲਕ ਜੀ, ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਸੁਖ ਸਾਗਰ ਮੇਰੇ ਗੁਰ ਗੋਪਾਲਾ, ਇਹ ਸੁੱਖਾਂ ਦੇ ਸਾਗਰ ਤੇ ਮੇਰੇ ਸਭ ਤੋਂ ਵੱਡੇ ਪ੍ਰਤਪਾਲਕ, ਸ੍ਰਿਸ਼ਟੀ ਨੂੰ ਪਾਲਣ ਵਾਲੇ ਗੁਰ ਮੈਨੇ ਵੱਡਾ, ਗੁਰੂ ਗੋਪਾਲ ਜੀ, ਇਹ ਮੇਰੇ ਗੁਰੂ, ਤੁਸੀਂ ਗੋਪਾਲ ਪਰਮਾਤਮਾ ਸਰੂਪ ਹੋ। ਮੈਂ ਤੁਹਾਡੀ ਸ਼ਰਨ 'ਚ ਆਇਆ, ਤੁਸੀਂ ਸੁੱਖਾਂ ਦੇ ਸਾਗਰ ਹੋ। ਕਰ ਕਿਰਪਾ ਨਾਨਕ ਗੁਣ ਗਾਵੈ, ਤੁਸੀਂ ਕਿਰਪਾ ਕਰੋ ਤੇ ਤੁਹਾਡਾ ਦਾਸ ਸਦਾ ਵਾਸਤੇ ਤੁਹਾਡੇ ਗੁਣਾਨਵਾਦ ਨੂੰ ਗਾਉਂਦਾ ਰਹੇ। ਰੱਖੋ ਸ਼ਰਮ ਅਸਾੜੀ ਜੀਓ, ਸਾਡੀ ਸ਼ਰਮ ਤੁਹਾਨੂੰ ਹੈ, ਇਹ ਆਪਣਾ ਬਿਰਦ ਸੰਭਾਲੋ, ਰੱਖੋ, ਸਾਡੀ ਰੱਖਿਆ ਕਰੋ, ਅਸੀਂ ਤੁਹਾਡੇ ਹਾਂ, ਇਸ ਕਰਕੇ ਸਾਡੀ ਸ਼ਰਮ ਲੱਜਾ ਤੁਹਾਨੂੰ ਹੈ, ਤੁਸੀਂ ਕਾਇਮ ਰੱਖ ਲਓ, ਲੱਜਾ ਕਾਇਮ ਰੱਖ ਲਓ, ਪੈਜ ਰੱਖ ਲਓ। ਜਨ ਕੀ ਪੈਜ ਸਵਾਰੀ ਆਪ, ਇਹ ਤਾਂ ਸੁਭਾਅ ਹੀ ਹੈ ਤੁਹਾਡਾ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਬਿਰਧ ਸੁਆਮੀ ਸੰਦਾ। ਮਾਝ ਮਹੱਲਾ ਪੰਜਵਾ। ਪੰਚਮ ਗੁਰਦੇਵ ਸ਼੍ਰੀ ਗੁਰੂ ਅਰਜਨ ਦੇਵ ਜੀ ਅਗਲਾ ਸ਼ਬਦ ਉਚਾਰਨ ਕਰਦੇ ਹਨ। ਚਰਨ ਠਾਕੁਰ ਕੇ ਹਿਰਦੈ ਸਮਾਣੇ। ਕਹਿੰਦੇ ਠਾਕੁਰ ਅਕਾਲ ਪੁਰਖ ਪਰਮਾਤਮਾ ਦੇ ਜੋ ਨਾਮ ਰੂਪੀ ਚਰਨ, ਸ਼ਬਦ ਰੂਪੀ ਚਰਨ ਹਨ, ਸਾਡੇ ਹਿਰਦੇ ਵਿੱਚ ਸਮਾ ਗਏ ਹਨ। ਕਲ ਕਲੇਸ਼ ਸਭ ਦੂਰ ਪਜਾਣੇ, ਕਲ ਕਲਾ ਕਲੇਸ਼, ਮਨ ਦੇ ਅੰਦਰ ਰਾਗ ਦਵੈਸ਼ ਅਭਿਨਵੇਸ਼ ਅਵਿਦਿਆ ਅਸਮਤਾ, ਇਹ ਕਲੇਸ਼ ਮੰਨੇ ਗਏ ਨੇ। ਇਹ ਕਲਯੁਗ ਦੇ ਕਲੇਸ਼, ਝਗੜੇ ਝਾਂਜੇ, ਮਨ ਦੇ ਜਿਹੜੇ ਅਨੇਕਾਂ ਤਰ੍ਹਾਂ ਦੇ ਕਲੇਸ਼ ਨੇ, ਸਾਰੇ ਦੂਰ ਪੈ ਜਾਣੇ, ਦੂਰ ਸੁੱਟ ਦਿੱਤੇ ਗਏ, ਦੂਰ ਪੈ ਜਾਣੇ, ਦੂਰ ਜਾ ਪਏ ਨੇ। ਸ਼ਾਂਤ ਸੂਖ ਸਹਿਜ ਧੁਨ ਉਪਜੀ, ਅੰਦਰ ਸ਼ਾਂਤੀ ਵਰਤ ਗਈ ਹੈ, ਅੰਦਰ ਸੁਖ ਪ੍ਰਾਪਤ ਹੋ ਗਿਆ ਸਦਾ ਦਾ। ਸਹਿਜ ਧੁਨ, ਅਡੋਲਤਾ ਵਾਲੀ ਧੁਨੀ ਉਪਜੀ ਅੰਦਰੋਂ, ਸਹਿਜ ਧੁਨ ਸਿਮਰਨ ਦੀ, ਸਹਿਜ ਵਿੱਚ ਲਗਾਤਾਰ ਧੁਨ ਇਹ ਉਪਜੀ ਹੈ। ਸਾਧੂ ਸੰਗ ਨਿਵਾਸਾ ਜੀਓ, ਸਾਧੂ ਸਤਿਗੁਰਾਂ ਦੀ ਸੰਗਤ ਵਿੱਚ ਸਾਡਾ ਨਿਵਾਸ ਹੋ ਗਿਆ। ਇਸੇ ਤਰ੍ਹਾਂ ਸਾਧੂ ਪੁੱਗੇ ਹੋਏ ਮਹਾਤਮਾ ਦੀ ਸੰਗਤ ਵਿੱਚ ਨਿਵਾਸ ਜਦੋਂ ਹੋਇਆ ਤੇ ਇਹ ਦਾਤਾਂ ਮਿਲੀਆਂ। ਲਾਗੀ ਪ੍ਰੀਤ ਨਾ ਟੂਟੈ ਮੂਲੇ, ਜਿਹੜੀ ਪ੍ਰੀਤ ਲੱਗੀ ਹੋਈ ਮੂਲੋਂ ਉੱਕਾ ਹੀ ਮੁੱਢ ਤੋਂ ਟੁੱਟਦੀ ਨਹੀਂ ਹੈ। ਐਸੀ ਪ੍ਰੀਤ ਹੈ ਕਿ ਬਿਲਕੁਲ ਨਹੀਂ ਟੁੱਟਦੀ ਹੈ। ਲੱਗੀ ਹੋਈ ਪ੍ਰੀਤ ਵਾਹਿਗੁਰੂ ਦੇ ਨਾਲ ਕਦੇ ਟੁੱਟਦੀ ਨਹੀਂ, ਕਿਉਂਕਿ ਹਰ ਅੰਤਰ ਬਾਹਰ ਰਹਿਆ ਭਰਪੂਰ ਹੈ। ਪਰਮਾਤਮਾ ਜੋ ਅੰਦਰ ਤੇ ਬਾਹਰ ਹਰੀ ਭਰਪੂਰ ਹੋ ਰਿਹਾ ਹੈ, ਇੰਝ ਉਹਦਾ ਗਿਆਨ ਹੈ। ਉਸ ਦੇ ਸਰੂਪ ਵਿੱਚ ਸਮਾਇਆ ਰਹਿੰਦਾ ਮਨ। ਸਿਮਰ 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 ਗੁਣ ਗਾਵਾਂ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵਾਹਿਗੁਰੂ ਨੂੰ ਸਿਮਰਦੇ ਹਾਂ ਤੇ ਗੁਣ ਗਾਉਂਦੇ ਹਾਂ ਸਦਾ ਵਾਸਤੇ। ਕਾਟੀ ਜਮ ਕੀ ਫਾਸਾ ਜੀਓ, ਜਿਹੜਾ ਇੰਝ ਸਿਮਰਦਾ ਹੈ, ਵਾਹਿਗੁਰੂ ਦੇ ਗੁਣ ਗਾਉਂਦਾ, ਉਹਦੀ ਜਮਾਂ ਦੀ ਫਾਹੀ ਕੱਟੀ ਗਈ ਸਮਝੋ। ਵਾਹਿਗੁਰੂ ਨੇ ਉਹਦੀ ਜਮਾਂ ਦੀ ਫਾਸ ਕੱਢ ਦਿੱਤੀ ਹੈ। ਅੰਮ੍ਰਿਤ ਵਰਖੈ ਅਨਹਦ ਬਾਣੀ, ਅੰਮ੍ਰਿਤ ਆਤਮਿਕ ਜੀਵਨ ਦੇਣ ਵਾਲੀ, ਹੱਦ ਤੋਂ ਰਹਿਤ ਜੋ ਬਾਣੀ ਹੈ, ਉਹਦੀ ਵਰਖਾ ਹੋ ਰਹੀ ਹੈ। ਕਹਿੰਦੇ ਸਤਿਗੁਰੂ ਜੀ ਬਦਲ ਰੂਪ ਹੋ ਕੇ ਵਰਖਾ ਕਰ ਰਹੇ। ਮਨ ਤਨ ਅੰਤਰ ਸ਼ਾਂਤ ਸਮਾਣੀ, ਮਨ ਤੇ ਤਨ ਦੇ ਅੰਦਰ ਸ਼ਾਂਤੀ ਸਮਾ ਗਈ ਹੈ। ਤ੍ਰਿਪਤ ਅਗਾਏ ਰਹੇ ਜਨ ਤੇਰੇ, ਸਤਿਗੁਰ ਕੀਆ ਦਿਲਾਸਾ ਜੀਓ। ਜਦੋਂ ਸਤਿਗੁਰੂ ਜੀ ਨੇ ਦਿਲਾਸਾ ਕਰ ਦਿੱਤਾ, ਧੀਰਜ ਬਖਸ਼ ਦਿੱਤਾ, ਧਰਵਾਸ ਦੇ ਦਿੱਤੀ, ਹੌਸਲਾ ਬਖਸ਼ ਦਿੱਤਾ, ਥਾਪੜਾ ਦੇ ਕੇ ਦਿਲਾਸਾ ਦੇ ਦਿੱਤਾ, ਤਾਂ ਤੇਰੇ ਜਨ
ਤ੍ਰਿਪਤ ਗਾਏ। ਪੂਰਨ ਤੌਰ ਤੇ ਤ੍ਰਿਪਤ ਰੱਜ ਗਏ ਨੇ। ਜਿਸ ਕਾ ਸਾਧ ਤਿਸ ਤੇ ਫਲ ਪਾਇਆ। ਜਿਸ ਦਾ ਮੈਂ ਸੀ, ਇਹ ਜੀਵ ਜਿਸ ਦਾ ਸੀ, ਤਿਸ ਤੇ ਫਲ ਪਾਇਆ। ਉਸ ਦੁਆਰਾ ਹੀ ਫਲ, ਆਤਮ ਗਿਆਨ ਰੂਪੀ ਫਲ ਪ੍ਰਾਪਤ ਹੋਇਆ। ਕਰ ਕਿਰਪਾ ਪ੍ਰਭ ਸੰਗ ਮਿਲਾਇਆ। ਕਿਰਪਾ ਕਰਕੇ ਪ੍ਰਭੂ ਪਰਮਾਤਮਾ ਨੇ ਆਪਣੇ ਸੰਗ ਸਾਥ ਮਿਲਾ ਰਿਹਾ ਹੈ। ਆਵਣ ਜਾਣ ਰਹੇ ਵਡਭਾਗੀ, ਨਾਨਕ ਪੂਰਨ ਆਸਾ ਜੀਓ। ਜੋ ਵਡਭਾਗੀ ਹਨ, ਵੱਡਿਆਂ ਭਾਗਾਂ ਵਾਲੇ, ਉਹ ਆਉਣ ਜਾਣ ਤੋਂ ਰਹਿਤ ਹੋ ਗਏ। ਉਹਨਾਂ ਦਾ ਆਉਣਾ ਜਾਣਾ ਮੁੱਕ ਗਿਆ। ਉਹਨਾਂ ਦੀਆਂ ਸਭ ਆਸਾਂ ਪੂਰਨ ਹੋ ਗਈਆਂ। ਮਾਝ ਮਹੱਲਾ ਪੰਜਵਾਂ। ਅਗਲਾ ਸ਼ਬਦ ਸਤਿਗੁਰੂ ਜੀ ਉਚਾਰਦੇ ਹਨ। ਮੀਂਹ ਪਿਆ ਪਰਮੇਸ਼ਰ ਪਾਇਆ। ਮੀਂਹ ਪਿਆ ਹੈ, ਪਰਮੇਸ਼ਰ ਦਾ ਪਾਇਆ ਹੋਇਆ। ਕੀ ਮੀਂਹ ਪਿਆ ਹੈ? ਗੁਰੂ ਰੂਪ ਬੱਦਲ ਹੋ ਕੇ, ਗੁਰੂ ਬੱਦਲ ਰੂਪ ਹੋ ਕੇ ਨਾਮ ਜਲ ਦਾ ਮੀਂਹ ਪਾ ਰਹੇ। ਜੀ ਜੰਤ ਸਭ ਸੁਖੀ ਵਸਾਇਆ। ਵੱਡੇ ਛੋਟੇ ਜੀ ਜੰਤ ਸਾਰੇ ਸੁਖੀ ਕਰਕੇ ਵਸਾਤੇ ਹਨ ਵਾਹਿਗੁਰੂ ਨੇ। ਭਾਵ ਸਤਿਗੁਰੂ ਦੀ ਆਮਦ ਬਾਰੇ, ਸਤਿਗੁਰੂ ਦੀ ਮਹਿਮਾ ਬਿਆਨ ਕਰ ਰਹੇ ਨੇ। ਸਤਿਗੁਰੂ ਨਾਨਕ ਦੇਵ ਜੀ ਆਏ ਮਾਨੋ ਬੱਦਲ ਰੂਪ ਹੋ ਕੇ। ਗਿਆ ਕਲੇਸ਼ ਭਇਆ ਸੁਖ ਸਾਚਾ, ਹਰ ਹਰ ਨਾਮ ਸੰਭਾਲੀ ਜੀਓ। ਸਾਰੇ ਜੀਵ ਵਾਹਿਗੁਰੂ ਵਾਹਿਗੁਰੂ ਨਾਮ ਦੀ ਸੰਭਾਲ ਕਰ ਰਹੇ, ਨਾਮ ਨੂੰ ਚੇਤੇ ਕਰ ਰਹੇ ਨੇ। ਸਾਰਿਆਂ ਦਾ ਕਲੇਸ਼ ਚਲਾ ਗਿਆ, ਸੱਚਾ ਸੁਖ ਪ੍ਰਾਪਤ ਹੋ ਗਿਆ। ਜਿਸ ਕੇ ਸੇ ਤਿਨ ਹੀ ਪ੍ਰਤਪਾਰੇ। ਜਿਸ ਦੇ ਜੀਵ ਸਨ, ਉਸੇ ਨੇ ਇਹਨਾਂ ਦੀ ਪ੍ਰਤਪਾਲਾ ਦਾ ਪ੍ਰਬੰਧ ਕੀਤਾ, ਸਰੰਜਾਮ ਕੀਤਾ, ਬੰਦੋਬਸਤ ਕੀਤਾ। ਪਾਰ ਬ੍ਰਹਮ ਪ੍ਰਭ ਭੈ ਰਖਵਾਰੇ। ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਸ਼ੁੱਧ ਸਰੂਪ ਪ੍ਰਭੂ ਅਕਾਲ ਪੁਰਖ ਰਖਿਅਕ ਸਰੂਪ ਮਾਲਕ ਜੀ ਰਖਵਾਲੇ ਬਣੇ ਹਨ। ਸੁਣੀ ਬੇਨੰਤੀ ਠਾਕੁਰ ਮੇਰਾ, ਪੂਰਨ ਹੋਈ ਘਾਲੀ ਜੀਓ। ਮੇਰਾ ਜੋ ਠਾਕੁਰ ਮਾਲਕ ਅਕਾਲ ਪੁਰਖ ਹੈ, ਉਹਨੇ ਇਹਨਾਂ ਜੀਆਂ ਦੀ ਬੇਨਤੀ ਸੁਣੀ ਹੈ, ਤੇ ਇਸ ਕਰਕੇ ਘਾਲਣਾ ਘਾਲੀ ਹੋਈ, ਪੂਰਨ ਹੋਈ ਯਾਨੀ ਸਫਲੀ ਹੋ ਗਈ ਹੈ। ਸਰਬ ਜੀਆਂ ਕੋ ਦੇਵਨ ਹਾਰਾ। ਸਾਰਿਆਂ ਜੀਆਂ ਦੇ ਤਾਈਂ ਦਾਤਾਂ ਦੇਣ ਵਾਲਾ ਅਕਾਲ ਪੁਰਖ ਹੀ ਹੈ। ਗੁਰ ਪ੍ਰਸਾਦੀ ਨਦਰ ਨਿਹਾਰਾ। ਗੁਰੂ ਦੀ ਪ੍ਰਸਾਦ ਕਿਰਪਾ ਹੋਈ ਤਾਂ ਅੰਦਰਲੀ ਨਜ਼ਰ ਦੇ ਨਾਲ ਉਸ ਨੂੰ ਵੇਖ ਲਿਆ। ਗੁਰੂ ਦੀ ਪ੍ਰਸਾਦ ਕਿਰਪਾ ਹੋਈ ਤਾਂ ਉਸ ਪਰਮਾਤਮਾ ਨੇ ਆਪਣੀ ਮਿਹਰ ਦੀ ਨਜ਼ਰ ਨਾਲ ਸਾਨੂੰ ਵੇਖਿਆ। ਦੋਵੇਂ ਅਰਥ ਸਮਝ ਲੈਣੇ। ਜਲ ਥਲ ਮਹੀਲ ਸਭ ਤ੍ਰਿਪਤਾਣੇ। ਜਲ ਸਮੁੰਦਰ, ਦਰਿਆ ਜਾਂ ਪਤਾਲ ਕਹਿ ਲਓ। ਥਲ ਇਹ ਮੈਦਾਨੀ ਇਲਾਕਾ, ਖੁਸ਼ਕ ਧਰਤੀ, ਤੇ ਮਹੀਲ ਧਰਤੀ ਤੋਂ ਲੈ ਕੇ ਆਕਾਸ਼ ਤੱਕ। ਮਹੀ ਧਰਤੀ, ਆਕਾਸ਼ ਜਿਹੜਾ ਪੁਲਾੜ ਹੈ। ਜਲਾਂ ਥਲਾਂ ਤੇ ਪੁਲਾੜ ਧਰਤੀ ਆਕਾਸ਼ ਵਿੱਚ ਜਿੰਨੇ ਜੀ ਜੰਤਨ ਸਾਰੇ ਤ੍ਰਿਪਤਾਣੇ ਤ੍ਰਿਪਤ ਹੋ ਗਏ, ਰੱਜ ਗਏ ਜਾਨੀ। ਸਾਧੂ ਚਰਨ ਪਖਾਲੀ ਜੀਓ। ਸਾਧੂ ਸਤਿਗੁਰਾਂ ਦੇ ਚਰਨਾਂ ਨੂੰ ਧੋਂਦੇ ਹਨ, ਮਲਮਲ ਧੋਂਦੇ ਹਨ। ਸਾਧੂ ਰੱਬ ਨਾਲ ਜੁੜਿਆ ਹੋਇਆਂ ਗੁਰਮੁਖਾਂ ਦੇ ਚਰਨ ਧੋਂਦੇ। ਮਨ ਕੀ ਇਛ ਪੁਜਾਵਣ ਹਾਰਾ। ਮਨ ਦੀਆਂ ਇੱਛਾ ਪੁਜਾਉਣ ਦਾ ਮਤਲਬ ਪੂਰੀਆਂ ਕਰਨ ਵਾਲਾ। ਸਦਾ ਸਦਾ ਜਾਈ ਬਲਿਹਾਰਾ। ਐਸੇ ਵਾਹਿਗੁਰੂ ਤੋਂ ਮੈਂ ਸਦਾ ਸਦਾ ਸੈਂਕੜੇ ਵਾਰ, ਸਦਾ ਹਮੇਸ਼ਾ ਸਦੀਵੀ ਕਾਲ ਲਈ ਬਲਿਹਾਰ ਕੁਰਬਾਨ ਜਾਂਦਾ ਹਾਂ। ਨਾਨਕ ਦਾਨ ਕੀਆ ਦੁੱਖ ਭੰਜਨ। ਉਸ ਦੁੱਖਾਂ ਨੂੰ ਭੰਨਣ ਵਾਲੇ ਵਾਹਿਗੁਰੂ ਨੇ ਇੱਕ ਦਾਨ ਬਖਸ਼ਿਆ ਹੈ। ਵਾਹਿਗੁਰੂ ਨੇ ਮਿਹਰ ਕਰਕੇ ਇੱਕ ਦਾਤ ਦਿੱਤੀ ਹੈ। ਰੱਤੇ ਰੰਗ ਰਸਾਲੀ ਜੀਓ। ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਰਸਾਲੀ ਰਸ ਦੇ ਘਰ ਬਣ ਗਏ। ਅਥਵਾ ਰਸਾਲੀ ਜੋ ਰਸ ਵਾਲਾ ਹੈ ਨਾ ਪਰਮਾਤਮਾ, ਉਸ ਦੇ ਰੱਤੇ ਰੰਗ ਪ੍ਰੇਮ ਵਿੱਚ ਰੱਤੇ ਗਏ, ਤੇ ਰਸਾਲੀ ਬਿਰਤੀ ਜਿਹੜੀ ਰਸ ਵਾਲੀ ਬਣ ਗਈ। ਮਾਝ ਮਹੱਲਾ ਪੰਜਵਾਂ। ਮਨ ਤਨ ਤੇਰਾ ਧਨ ਵੀ ਤੇਰਾ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾਉਂਦੇ ਨੇ ਕਿ ਹੇ ਵਾਹਿਗੁਰੂ, ਸਾਨੂੰ ਜਾਚ ਦੱਸ ਰਹੇ ਨੇ ਕਿ ਇਸ ਤਰ੍ਹਾਂ ਦੀ ਭਾਵਨਾ ਅੰਦਰ ਬਣਾਓ। ਜਿਨ ਤਨ ਮਨ ਦੀਆ ਸੁਰਤ ਸਮੋਈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਤਨ ਜਿਸ ਨੇ ਬਣਾਇਆ, ਮਨ ਜਿਸ ਨੇ ਵਿੱਚ ਪਾਇਆ, ਜਿੰਦ ਪਾਈ ਹੈ, ਪ੍ਰਾਣ ਚਲਾਏ ਨੇ, ਇਹ ਵੀ ਆਪਣਾ ਨਹੀਂ, ਤੇ ਫਿਰ ਧਨ ਸਾਡਾ ਕਿਵੇਂ ਹੋਇਆ? ਸੋ ਇਸ ਤਰ੍ਹਾਂ ਮਨ ਤਨ ਤੇਰਾ, ਧਨ ਵੀ ਤੇਰਾ। ਐਸੀ ਭਾਵਨਾ ਅੰਦਰ ਚਾਹੀਦੀ, ਕੇਵਲ ਜ਼ਬਾਨੀ ਨਹੀਂ। ਹੇ ਵਾਹਿਗੁਰੂ, ਮਨ ਵੀ ਤੇਰਾ ਹੈ ਦਿੱਤਾ ਹੋਇਆ, ਤਨ ਵੀ ਤੇਰਾ ਹੈ, ਤੇ ਫਿਰ ਜੋ ਕੁਝ ਧਨ ਸਾਡੇ ਪਾਸ ਹੈ ਇਹ ਵੀ ਤਾਂ ਤੇਰਾ ਹੀ ਹੈ। ਤੂੰ ਠਾਕੁਰ ਸੁਆਮੀ ਪ੍ਰਭ ਮੇਰਾ। ਤੁਸੀਂ ਮਹਾਰਾਜ ਸਾਰੀ ਸ੍ਰਿਸ਼ਟੀ ਦੇ ਠਾਕੁਰ ਮਾਲਕ, ਸੁਆਮੀ ਖਸਮ ਪਤੀ ਰੂਪ ਹੋ, ਮੇਰੇ ਪ੍ਰਭੂ ਮਾਲਕ ਹੋ। ਜੀਓ ਪਿੰਡ ਸਭ ਰਾਸ ਤੁਮਾਰੀ। ਇਹ ਜਿਹੜੀ ਜਿੰਦ ਆ ਸਾਡੇ ਪਿੰਡ ਸਰੀਰ ਅੰਦਰ, ਤੇ ਇਹ ਪਿੰਡ ਸਰੀਰ, ਇਹ ਸਭ ਤੁਹਾਡੀ ਪੂੰਜੀ ਹੈ।
ਇਹ ਰਾਸ ਤੁਹਾਡੀ ਹੈ, ਤੇਰਾ ਜੋਰ ਗੋਪਾਲਾ ਜੀਓ। ਇਹ ਸ੍ਰਿਸ਼ਟੀ ਨੂੰ ਪਾਲਣ ਵਾਲੇ ਵਾਹਿਗੁਰੂ, ਸਾਰਾ ਜੋਰ ਬਲ ਤੁਹਾਡਾ ਹੀ ਵਰਤ ਰਿਹਾ ਹੈ। ਸਦਾ ਸਦਾ ਤੂੰ ਹੈ ਸੁਖਦਾਈ, ਹਮੇਸ਼ਾ ਕਾਲ ਵਾਸਤੇ ਸਦੀਵੀ ਸਮੇਂ ਲਈ ਤੁਸੀਂ ਸੁਖਾਂ ਦੇ ਦਾਤੇ ਹੀ ਹੋ। ਨਿਵ ਨਿਵ ਲਾਗਾ ਤੇਰੀ ਪਾਈ, ਮੈਂ ਝੁਕ ਝੁਕ ਕੇ ਇਸ ਕਰਕੇ ਤੇਰੇ ਚਰਨੀ ਲੱਗਾ। ਕਾਰ ਕਮਾਵਾਂ ਜੇ ਤੁਧ ਪਾਵਾਂ, ਜੇ ਮੈਂ ਤੈਨੂੰ ਚੰਗਾ ਲੱਗਾ ਤਾਂ ਤੇਰੀ ਭਗਤੀ ਦੀ ਕਾਰ ਮੈਂ ਕਮਾ ਲਵਾਂ। ਜਾਂ ਤੂੰ ਦੇਹ ਦਇਆਲਾ ਜੀਓ, ਹੇ ਦਇਆ ਦੇ ਆਲਾ ਘਰ ਦਿਆਲੂ ਸਰੂਪ ਵਾਹਿਗੁਰੂ, ਜੇ ਤੂੰ ਬਖਸ਼ੇ ਇਹ ਦਾਤ ਤਾਂ ਹੀ ਇੰਝ ਹੋ ਸਕਦਾ ਨਾ। ਪ੍ਰਭ ਤੁਮ ਤੇ ਲਹਿਣਾ, ਤੂੰ ਮੇਰਾ ਗਹਿਣਾ। ਇਹ ਵਾਹਿਗੁਰੂ ਜੀ, ਜੋ ਕੁਝ ਵੀ ਅਸੀਂ ਲਹਿਣਾ ਪ੍ਰਾਪਤ ਕਰਨਾ ਹੈ ਉਹ ਤੁਹਾਡੇ ਤੋਂ ਹੀ ਪ੍ਰਾਪਤ ਕਰਨਾ, ਹੋਰ ਤੇ ਕੋਈ ਹੈ ਹੀ ਨਹੀਂ ਦਾਤਾ, ਸਾਰੇ ਤਾਂ ਮੰਗਤੇ ਹੀ ਨੇ। ਤੁਧ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ, ਤੂੰ ਮੇਰਾ ਗਹਿਣਾ। ਤੂੰ ਮੇਰੇ ਜੀਵਨ ਵਿੱਚ ਆ ਤਾਂ ਮੇਰਾ ਜੀਵਨ ਸਜਾਵਟ ਤੇ ਸਹਿਤ ਹੈ। ਗਹਿਣੇ ਸਰੀਰ ਨੂੰ, ਮਨੁੱਖ ਨੂੰ ਸਜਾਉਣ ਵਾਸਤੇ ਨੇ। ਤੂੰ ਮੇਰੀ ਵੱਡੀ ਬਖਸ਼ਿਸ਼ ਹੈ, ਮੇਰੇ ਲਈ ਗਹਿਣਾ ਸੱਚੇ ਪਾਤਸ਼ਾਹ। ਮੇਰੀ ਸਜਾਵਟ, ਮੇਰਾ ਜੀਵਨ ਸੋਹਣਾ ਤੇਰੇ ਕਰਕੇ। ਤੂੰ ਮੇਰਾ ਗਹਿਣਾ ਰੂਪ ਹੈ, ਬਹੁਤ ਮਹਿੰਗੀ ਵਸਤੂ ਹੈ ਮੇਰੇ ਵਾਸਤੇ। ਜੋ ਤੂੰ ਦੇਹ ਸੋਈ ਸੁਖ ਸਹਿਣਾ, ਜੋ ਕੁਛ ਤੂੰ ਬਖਸ਼ੇ ਉਹੀ ਦੁੱਖ ਸੁੱਖ ਅਸੀਂ ਸਹਾਰਨਾ ਹੋਇਆ। ਦੁੱਖ ਹੋਇਆ ਤਾਂ, ਸੁੱਖ ਹੋਇਆ ਤਾਂ, ਇੱਥੇ ਇਕੱਲਾ ਸੁੱਖ ਲਿਖਿਆ। ਜੋ ਤੂੰ ਦੇਹ, ਜੋ ਤੂੰ ਬਖਸ਼ੇ ਉਹੀ ਸੁੱਖ, ਤੇ ਉਹੀ ਅਸੀਂ ਸਹਾਰਨਾ ਸਹਿਣਾ ਉਹਨਾਂ ਕੀ ਹੋ ਸਕਦਾ ਜਿੰਨਾ ਕਿ ਤੂੰ ਬਲ ਬਖਸ਼ੇ। ਕਈ ਵਾਰੀ ਸੁੱਖ ਨੂੰ ਵੀ ਬੰਦਾ ਨਹੀਂ ਸਹਾਰਦਾ। ਜਿੱਥੇ ਰੱਖਿਆ ਹੈ ਬੈਕੁੰਠ ਤਥਾਈ, ਜਿੱਥੇ ਤੁਸੀਂ ਰੱਖਦੇ ਹੋ ਸਾਡੇ ਵਾਸਤੇ ਉਹੀ ਬੈਕੁੰਠ ਹੈ, ਸੱਚਖੰਡ ਹੈ। ਤੂੰ ਸਭਨਾ ਕੇ ਪ੍ਰਤਪਾਲਾ ਜੀਓ, ਤੁਸੀਂ ਸਭਨਾ ਦੀ ਪ੍ਰਤਪਾਲਾ ਕਰਨ ਵਾਲੇ ਪ੍ਰਤਪਾਲਕ ਹੋ ਜੀ। ਸਿਮਰ ਸਿਮਰ ਨਾਨਕ ਸੁਖ ਪਾਇਆ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਤੇਰਾ ਸਿਮਰਨ ਕਰ ਕਰਕੇ, ਤੈਨੂੰ ਯਾਦ ਕਰ ਕਰਕੇ ਅਸੀਂ ਸੁਖ ਦੀ ਪ੍ਰਾਪਤੀ ਕੀਤੀ ਹੈ। 8 ਪਹਿਰ ਤੇਰੇ ਗੁਣ ਗਾਇਆ, 8 ਪਹਿਰ ਤੇਰੇ ਗੁਣਾਂ ਨੂੰ ਅਸੀਂ ਗਾਇਆ ਹੈ। ਸਗਲ ਮਨੋਰਥ ਪੂਰਨ ਹੋਏ, ਕਦੇ ਨਾ ਹੋਏ ਦੁਖਾਲਾ ਜੀਓ। ਜਿਸ ਨੇ ਇੰਝ ਸਿਮਰਨ ਕੀਤਾ, 8 ਪਹਿਰ ਤੇਰੇ ਗੁਣ ਗਾਏ ਨੇ, ਉਹਦੇ ਸਾਰੇ ਮਨੋਰਥ ਪੂਰਨ ਹੋ ਗਏ। ਮਨੋਰਥ, ਸੰਕਲਪ, ਮਨੋਰਾਜ, ਫੁਰਨੇ, ਇੱਛਾਵਾਂ ਸਭ ਪੂਰੀਆਂ ਹੋ ਗਈਆਂ। ਕਦੇ ਨਾ ਹੋਏ ਦੁਖਾਲਾ ਜੀ, ਕਦੇ ਵੀ ਉਹ ਦੁੱਖ ਵਾਲਾ ਨਹੀਂ ਹੁੰਦਾ, ਦੁਖੀ ਨਹੀਂ ਜਾਣੀ ਹੁੰਦਾ। ਜਿਸ ਨੇ ਤੁਹਾਡਾ ਸਦਾ ਸਿਮਰਨ ਕੀਤਾ, 8 ਪਹਿਰ ਤੁਹਾਡੇ ਗੁਣ ਗਾਏ ਨੇ, ਉਸ 'ਤੇ ਤੁਸੀਂ ਐਸੀ ਬਖਸ਼ਿਸ਼ ਕਰਦੇ ਹੋ ਕਿ ਉਹਦੇ ਸਾਰੇ ਮਨੋਰਥ ਸੰਕਲਪ ਪੂਰਨ ਕਰ ਦਿੰਦੇ ਹੋ। ਕਦੇ ਵੀ ਉਹ ਦੁਖਾਲਾ ਨਹੀਂ ਹੁੰਦਾ, ਭਾਵ ਦੁਖੀ ਨਹੀਂ ਹੁੰਦਾ, ਸਦਾ ਸੁਖਾਲਾ ਹੀ ਵਸਦਾ, ਸੁਖ ਦੇ ਸਹਿਤ ਹੀ ਵਸਦਾ ਹੈ। ਇੱਥੋਂ ਤੱਕ ਸਤਿਗੁਰੂ ਮਹਾਰਾਜ ਦੇ ਮੁਬਾਰਕ ਬਚਨਾਂ ਨੂੰ ਗੁਰੂ ਕਿਰਪਾ ਸਦਕਾ ਵਿਚਾਰਿਆ ਗਿਆ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।